ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਵਿਚਾਰਾਂ ਵਿੱਚ ਅੱਜ ਅੰਕ ਨੰਬਰ 1066 1066 ਨੰਬਰ ਅੰਕ ਤੋਂ ਅੱਗੇ ਪਾਠ ਕਰਨਾ। ਮਾਰੂ ਰਾਗ ਵਿੱਚ ਤੀਜੀ ਪਾਤਸ਼ਾਹੀ ਧੰਨ ਗੁਰੂ ਅਮਰਦਾਸ ਜੀ ਦੇ ਉਚਾਰਨ ਕੀਤੇ ਹੋਏ ਸੋਲਿਆਂ ਦੇ ਪਾਠ ਚੱਲ ਰਹੇ ਹਨ, ਜਿਸ ਵਿੱਚ 22ਵੇਂ ਸੋਲਹੇ ਦੇ 4 ਪਦਿਆਂ ਤੱਕ ਦੇ ਪਾਠ ਪਹਿਲਾਂ ਹੋ ਚੁੱਕੇ ਹਨ। ਅੱਜ ਅੱਗੋਂ ਪਾਠ ਕਰਨਾ। गुरमुख एकस स्यों लिव लाए, त्रिविध मनसा मने समाए, साचे शब्द सदा है मुक्ता, माया मोह चुकाएंदा। गुरमुख एकस स्यों लिव लाए, त्रिविध मनसा मने समाए, साचे शब्द सदा है मुक्ता, माया मोह चुकाएंदा। पिछले पदे का असी पाठ करके आए सी। गुरु साहब दी पिछले पदे दी आखिरी पंक्ति, दूजे पाए सदा दुख पाए, त्रै गुण भरम भुलाएंदा। ते इस पदे दी पहली पंक्ति, गुरमुख एक स्यों लिव लाए। गुरु दी शरण दा की लाहा प्राप्त होया? गुरु दी शरण विच आण वाला की करदा है? गुरमुख गुरु वल मुंह करके जो टुरदा है, गुरु दी गल सुन समझ मन के जो कार विहार करता है, उहदे जीवन विच की बदलाव आंदा है? गुरु साहब समझाना कर रहे हैं, गुरमुख एकस स्यों लिव लाए, इक्को दे नाल लिव लाउंदा है। सुरत उदी एक नाल ही जुड़ी रहती है, सुरत उदी सच नाल ही जुड़ी रहती है। गुरमुख एकस स्यों लिव लाए, त्रिविध मनसा मनै समाए। त्रिविध त्रिविध पावे तीन तरह दी। असी ध्यान दईए ना, पिछले पदे विच भी त्रै गुण भरम भुलाएंदा। माया दे तिन्ना गुणां दी वजह करके भरम विच भुलिया रहिंदा है। माया दे 3 गुणां दे ਜਿਹੜੇ ਜ਼ਿਕਰ ਕਰ ਰਹੇ ਹਨ, ਉਹਨਾਂ ਤੋਂ ਪ੍ਰਭਾਵਿਤ ਹੋਇਆ ਮਨ, ਮਾਇਆ ਦੇ 3 ਗੁਣਾਂ ਤੋਂ ਪ੍ਰਭਾਵਿਤ ਹੋ ਕੇ ਮਨ ਦੇ ਫੁਰਨੇ ਜਿਹੜੇ ਉੱਠਦੇ ਹਨ। ਤ੍ਰਿਵਿਧ ਮਨਸਾ, ਮਾਇਆ ਦੇ 3 ਗੁਣਾਂ ਤੋਂ ਪ੍ਰਭਾਵਿਤ ਹੋ ਕੇ ਮਨ ਦੇ ਵਿੱਚ ਜਿਹੜੀ ਇੱਛਾਵਾਂ ਪੈਦਾ ਹੁੰਦੀਆਂ ਹਨ। ਤ੍ਰਿਵਿਧ ਮਨਸਾ ਮਨੇ ਸਮਾਏ, ਮਨ ਵਿੱਚ ਹੀ ਸਮਾ ਜਾਂਦੀਆਂ, ਲੀਨ ਹੋ ਜਾਂਦੀਆਂ, मन विच ही समा जाती है। मन विच किस तरह समा जाती है? सवाल तो है जे पहली पंक्ति वाल फिर तो ध्यान दईए, गुरमुख एकस स्यों लिव लाए। गुरु दी शरण विच रहन वाला, गुरु दी गल सुनन समझण वाला इक्को नाल लिव लांदा है। सुरत उदी एक नाल जुड़ गई, सुरत उदी गुरु दे बोलां नाल जुड़ गई, परमात्मा दे गुणां नाल सुरत जुड़ गई। ਤੇ ਮਨ ਦੇ ਵਿੱਚ ਜਿਹੜੀ ਪਹਿਲੇ ਸੁਰਤ ਮਾਇਆ ਵੱਲ ਟਿੱਕੀ ਰਹਿੰਦੀ ਸੀ ਨਾ, ਤੇ ਪ੍ਰਭਾਵ ਵੀ ਮਾਇਆ ਦਾ ਮਨ ਵਿੱਚ ਉਪਜਦਾ ਰਹਿੰਦਾ ਸੀ। ਮਨ ਦੇ ਵਿੱਚ ਉਹੀਓ ਪ੍ਰਭਾਵ ਫੁਰਨੇ ਉੱਡਦੇ ਰਹਿੰਦੇ ਸੀ। ਹੁਣ ਜਿਹੜਾ ਹੈ, ਕਿਉਂਕਿ ਇੱਕ ਵੀ ਸੁਰਤ ਜੁੜ ਗਈ ਹੈ, ਗੁਰਮੁਖ ਇੱਕ ਸਿਉ ਲਿਵ ਲਾਏ, ਤੇ ਮਨ ਦੇ ਵਿੱਚੋਂ ਮਾਇਆ ਦੇ ਪ੍ਰਭਾਵ ਨਿਕਲ ਗਏ ਹਨ। ਤ੍ਰਿਵਿਧ ਮਨਸਾ ਮਨੇ ਸਮਾਏ। ਹੁਣ ਇੱਥੇ ਵੀ ਧਿਆਨ ਦੇਣ ਦੀ ਲੋੜ ਹੈ। त्रिविध, क्योंकि मनसा जड़ा अखर आ रहा ना, मनसा अखर गुरु ग्रंथ साहब विच सिर्फ नेगेटिव सेंस विच नहीं आंदा, पॉजिटिव सेंस विच भी आंदा। उत्थे मनसा पूरी दा भी जिक्र आंदा है। जिस तरह मैं गुरु दे लड़ लगदा, उसी तरह मेरी मनसा, तां मन दियां इच्छावां पॉजिटिव हो गईयां, ते पॉजिटिव होके ओ मन दी इच्छावां पूरीयां हो गईयां। ते उत्थे इस गल दा भी ध्यान देण दी लोड़ है। त्रिविध मनसा मने समाए, मन दे पॉजिटिव फुरनियां ने मन दे नेगेटिव फुरनियां नू नाश कर दिता। साचे शब्द सदा है मुक्ता, माया मोह चुकाएंदा। साचा इत्थे उच्चारण साचा है, साचे ते साचा है, चे ते चै दे उच्चारण विच भी फर्क समझना है, ते अर्थां विच भी फर्क समझना है। साचे तो भाव परमात्मा हो गया, साचा है तो भाव हो गया परमात्मा दे, या परमात्मा दे नाम दे। शब्द विच, शब्द दे राही सदा है मुक्ता, मुकत हो जाता। मुकत के बारे पहला भी जिक्र हो चुका है।
ਵੱਖ-ਵੱਖ ਜਿਸ ਤਰ੍ਹਾਂ ਸ਼ਾਸਤਰ ਹਨ ਜਾਂ ਵੱਖ-ਵੱਖ ਵਿਚਾਰਧਾਰਾਵਾਂ ਹਨ, ਉਹਨਾਂ ਵਿੱਚ ਮੁਕਤਾ ਜਿਹੜਾ ਹੈ ਮਰਨ ਉਪਰੰਤ ਹੀ ਮੈਕਸਿਮਮ ਸਾਰਿਆਂ ਦਾ ਹੀ ਮੁਕਤਾ ਜਿਹੜਾ ਹੈ ਮਰਨ ਉਪਰੰਤ ਮੁਕਤ ਦਾ ਜ਼ਿਕਰ ਕੀਤਾ ਹੈ। ਗੁਰੂ ਸਾਹਿਬ ਸਾਨੂੰ ਜੀਵਨ ਮੁਕਤ ਜਾਚ ਸਿਖਾਉਂਦੇ ਨੇ, ਜਿਉਂਦੇ ਜੀ ਵਿਕਾਰਾਂ ਤੋਂ ਮੁਕਤ ਹੋਣ ਦੀ ਜਾਚ ਸਿਖਾਉਂਦੇ ਨੇ, ਜਿਉਂਦੇ ਜੀ ਸਾਨੂੰ ਸਵਰਗ ਵਿੱਚ ਪਹੁੰਚਾਉਂਦੇ ਨੇ। ਮਰਨ ਉਪਰੰਤ ਦੇ ਕਿਸੇ ਜਿਉਂਦੇ ਜੀ ਅਸੀਂ ਜਿਹੜਾ ਜੀਵਨ ਨਰਕ ਵਿੱਚ ਪਾਇਆ ਹੋਇਆ ਉਸ ਦੇ ਵਿੱਚੋਂ ਕੱਢ ਕੇ ਜਿਉਂਦੇ ਜੀ ਸਵਰਗ ਵਿੱਚ ਪਾਉਂਦੇ ਨੇ। ਤੇ ਇੱਥੇ ਵੀ ਗੁਰੂ ਸਾਹਿਬ ਸਮਝਾ ਰਹੇ ਨੇ, ਸਾਚੇ ਸ਼ਬਦ ਸਦਾ ਹੈ ਮੁਕਤਾ, ਸਾਚੇ ਦੇ ਸ਼ਬਦ ਵਿੱਚ ਜੁੜਿਆ, ਸੱਚ ਵਿੱਚ ਜੁੜਿਆ, ਸੱਚ ਦੇ ਗੁਣਾਂ ਦਾ ਧਾਰਨੀ ਹੋਇਆ ਵਿਕਾਰਾਂ ਤੋਂ ਮੁਕਤ ਹੋ ਜਾਂਦਾ ਹੈ। ਸਾਚਾ ਸ਼ਬਦ ਸਦਾ ਹੈ ਮੁਕਤਾ, ਮਾਇਆ ਮੋਹ ਚੁਕਾਇਂਦਾ, ਮਾਇਆ ਮੋਹ ਚੁਕਾਇਂਦਾ, ਮਨ ਵਿੱਚੋਂ ਮਾਇਆ ਦਾ ਮੋਹ ਜਿਹੜਾ ਹੈ ਉਹ ਨਾਸ਼ ਹੋ ਜਾਂਦਾ ਹੈ। ਦੇਖੋ ਮਾਇਆ ਨੂੰ ਤਿਆਗਣਾ ਨਹੀਂ ਹੈ, ਮਾਇਆ ਦੇ ਮੋਹ ਵਿੱਚੋਂ ਬਾਹਰ ਨਿਕਲਣਾ। ਬੜੀ ਉੱਚੀ ਅਵਸਥਾ ਦਾ ਜ਼ਿਕਰ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਹਨ। ਜਿਹੜਾ ਜੀਵਨ ਮੁਕਤ ਦਾ ਵੀ ਜ਼ਿਕਰ ਆਇਆ ਜਾਂ ਜਿਹੜਾ ਮਾਇਆ ਮੋਹ ਚੁਕਾਉਣ ਦਾ ਵੀ ਗੁਰੂ ਸਾਹਿਬ ਸਾਨੂੰ ਸਿਧਾਂਤ ਦੇ ਰਹੇ ਹਨ। ਮਾਇਆ ਵਿੱਚ ਰਹਿੰਦੇ ਹੋਏ ਜੀਵਨ ਮੁਕਤ ਹੋ ਕੇ ਮਾਇਆ ਦੇ ਮੋਹ ਤੋਂ ਉਪਰਾਮ ਹੋ ਕੇ ਜੀਵਨਾ, ਪਰਿਵਾਰ ਵਿੱਚ ਰਹਿੰਦੇ ਹੋਏ ਪਰਿਵਾਰ ਦੇ ਮੋਹ ਤੋਂ ਉਪਰਾਮ ਹੋ ਕੇ ਜਿਉਣਾ ਬਹੁਤ ਔਖੀ ਜਾਚ ਹੈ, ਜਿਹੜੀ ਗੁਰੂ ਸਾਹਿਬ ਬੜੀ ਸੌਖੀ ਕਰਕੇ ਸਾਨੂੰ ਸਿਖਾਉਂਦੇ ਹਨ, ਸਮਝਾਉਂਦੇ ਹਨ ਤੇ ਸਾਡਾ ਜੀਵਨ ਉਸ ਮੁਤਾਬਿਕ ਬਣਾਉਂਦੇ ਹਨ ਕਿ ਅਸੀਂ ਮਾਇਆ ਵਿੱਚ, ਪਰਿਵਾਰ ਵਿੱਚ, ਸੰਸਾਰ ਵਿੱਚ ਵਿਚਰਦੇ ਹੋਏ, ਕਾਰ ਵਿਹਾਰ ਕਰਦੇ ਹੋਏ ਉਹ ਮਾਇਆ ਤੋਂ ਮੁਕਤ, ਜੀਵਨ ਮੁਕਤ ਹੋ ਕੇ ਕਿਸ ਤਰ੍ਹਾਂ ਜੀਵਨਾ ਹੈ, ਗੁਰੂ ਸਾਹਿਬ ਸਾਨੂੰ ਉਹ ਜੀਵਨ ਦੇ ਰਹੇ ਹਨ, ਉੱਚਾ ਤੇ ਸੁੱਚਾ ਜੀਵਨ ਦੇ ਰਹੇ ਹਨ। ਜੀ ਹਰਵਿੰਦਰ ਜੀ, ਜਿਸ ਤਰ੍ਹਾਂ ਇੱਕ ਸਕੂਲ ਵਿੱਚ ਟੀਚਰ ਵੀ ਨਾ ਇੱਕ ਬੱਚੇ ਨੂੰ ਥੋੜੇ ਪਹਿਲਾਂ ਸੌਖੇ ਐਗਜ਼ਾਮਪਲਸ, ਫਿਰ ਧੀਰੇ ਧੀਰੇ ਅੱਗੇ ਹੋਰ ਸਮਝਾਉਂਦੀ ਜਾਂਦੀ ਪਈ ਹੈ ਤਾਂ ਕਿ ਪੂਰੀ ਗੱਲ ਇੱਥੇ ਜਦੋਂ ਦਾ ਸਹਿਲਾ ਸੋਲਾ ਸਾਹਿਬ ਸ਼ੁਰੂ ਹੋਏ ਨੇ, ਜਿਹੜੇ ਵੀ ਇਹ ਕਹਿੰਦੇ ਨੇ ਵੀ ਉਹ ਨਿਰੰਕਾਰ ਆਕਾਰ ਉਪਾਇਆ, ਰੱਬ ਨੇ ਇੱਕ ਖੇਡ ਬਣਾਈ ਹੈ, ਉਸ ਨਿਰਾਕਾਰ ਪ੍ਰਭੂ ਨੇ ਆਕਾਰ ਸਾਰੀ ਸ੍ਰਿਸ਼ਟੀ ਬਣਾਈ ਹੈ। ਉਸ ਤੋਂ ਅੱਗੇ ਕਹਿੰਦੇ ਸੀ ਵੀ ਮਾਇਆ ਮਾਈ ਤ੍ਰੈ ਗੁਣ ਪ੍ਰਸੂਤ ਜਮਾਇਆ, ਵੀ ਤ੍ਰੈ ਗੁਣਾਂ ਦੇ ਪ੍ਰਭਾਵ ਦੇ ਹੇਠਾਂ ਤੇ ਜਿਤਨੇ ਜੀ ਆਏ ਹੋਏ ਨੇ ਉਹ ਮੌਲਿਕ ਤੌਰ ਤੇ ਜਿਹੜਾ ਉਹਨਾਂ ਵਿੱਚੋਂ ਮਾਇਆ ਮਮਤਾ ਕਰਤੇ ਲਾਈ ਵਾਲਾ ਜਿਹੜਾ ਕੰਮ ਹੈ ਉਹ ਖੇਡ ਚੱਲੀ ਜਾਂਦਾ ਪਿਆ। ਫਿਰ ਅੱਗੇ ਗੁਰੂ ਕੇ ਕਹਿੰਦੇ ਨੇ ਗੁਰ ਸੇਵਾ ਤੇ ਕਰਨੀ ਸਾਰ, ਗੁਰੂ ਦੀ ਸੇਵਾ ਦੇ ਰਾਹੀਂ, ਗੁਰੂ ਦੀ ਸੇਵਾ ਕਰਨ ਤੋਂ ਬਾਅਦ ਜੋ ਕਰਮ ਕਰੇਗਾ ਨਾ ਫਿਰ ਉਹ ਤੇਰੇ ਕਰਮ ਸ੍ਰੇਸ਼ਟ ਹੋ ਜਾਣਗੇ। ਫਿਰ ਗੁਰੂ ਸਾਹਿਬ ਅੱਗੇ ਲੈ ਕੇ ਆਏ ਸਨ, ਕਹਿੰਦੇ ਨੇ ਵੇਦ ਪੜ੍ਹੇ ਅਨਦਿਨ ਵਾਦ ਸੰਭਾਲੇ, ਲੇਕਿਨ ਅਸੀਂ ਉਦੋਂ ਜੋ ਗੁਰੂ ਸਾਨੂੰ ਦੇ ਗਿਆ ਹੈ ਉਹਨੂੰ ਪੜ੍ਹਨ ਦੇ ਪਏ ਹਾਂ, ਲੇਕਿਨ ਉਹ ਕੇਵਲ ਅਸੀਂ ਵਾਦ ਵਿਵਾਦ ਤੱਕ ਰੱਖਿਆ ਹੋਇਆ। ਗੁਰੂ ਸਾਨੂੰ ਹੋਰ ਅੱਗੇ ਲੈ ਕੇ ਜਾਂਦੇ ਪਏ ਨੇ, ਕਹਿੰਦਾ ਗੁਰਮੁਖ ਏਕਸ ਸਿਉ ਲਿਵ ਲਾਏ। ਜੇ ਸਾਨੂੰ ਕਹਿੰਦੇ ਵੀ ਉਹ ਕਹਿੰਦੇ ਹਾਰ ਜੀਤ ਕੀ ਸੋਚ ਸੋਝੀ ਪਰੀ ਤਬ ਇਸ ਘਰ ਕੀ ਕੀਮਤ ਪਰੀ। ਜੇ ਉਹਨੂੰ ਬੰਦਾ ਕਹੇ ਕਿ ਮੈਂ ਹੋਰ ਕਹਿੰਦੇ ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾ ਹੀ ਹੋਰ। ਗੁਰੂ ਗੁਰੂ ਕਰ ਦਾ ਮਤਲਬ ਇਹ ਨਹੀਂ ਕਿ ਦਿਨ ਭਰ ਤੂੰ ਗੁਰੂ ਗੁਰੂ ਕਰ, ਉਹ ਮਾੜੀ ਗੱਲ ਥੋੜੀ ਨਾ ਹੈ, ਲੇਕਿਨ ਹਰ ਗੱਲ ਵੀ ਜੇ ਗੁਰੂ ਦੀ ਹੈ ਤੇ ਮੈਂ ਉਹਨੂੰ ਮੰਨਾਂਗਾ, ਜੇ ਗੁਰੂ ਦੀ ਨਹੀਂ ਵੀ ਉਹ ਸਿੰਗਲ ਟਰੈਕ ਜਿਹਨੂੰ ਕਹਿੰਦੇ ਨੇ ਵੀ ਉਹ ਜਿਹਨੂੰ ਬਰਾਤ ਦਾ ਘੋੜਾ ਹੁੰਦਾ ਵੀ ਉਹ ਦੋਨੋਂ ਪਾਸਿਓਂ ਲਗਾਏ, ਮੈਂ ਇੱਥੇ ਤੇ ਮੈਂ ਲੈਫਟ ਰਾਈਟ ਨਹੀਂ ਦੇਖਣ ਵਾਲਾ। ਜੇ ਗੁਰੂ ਦੀ ਗੱਲ ਹੈ ਤੇ ਮੈਂ ਉਹਨੂੰ ਮੰਨ, ਇਕਸ ਵੀ ਉਹ ਕਹਿੰਦੇ ਗੁਰ ਸ਼ਬਦ ਸਮਾਏ ਅਵਰ ਨਾ ਜਾਣੇ ਕੋਈ ਜੀ। ਗੁਰੂ ਸ਼ਬਦ ਤੋਂ ਇਲਾਵਾ ਨਾ ਉਹ ਹੋਰ ਕੋਈ ਬੰਦਾ ਕਹਿ ਦੇਵੇ ਕੋਈ ਨਹੀਂ, ਕੀ ਫਰਕ ਪੈ ਜਾਂਦਾ ਹੈ। ਕਹਿੰਦਾ ਅਵਰੋ ਨਾ ਜਾਣੇ ਸ਼ਬਦ ਗੁਰੂ ਕੈ ਏਕ ਨਾਮ ਧਿਆਵੇ। ਉਹ ਗੁਰੂ ਸ਼ਬਦ ਤੋਂ ਇਲਾਵਾ ਹੋਰ ਕਿਸੇ ਚੀਜ਼ ਨੂੰ ਕੋਈ ਨਾ ਕਹਿੰਦਾ ਛਾਪ ਪਾ ਲੈ, ਇਹ ਕੰਮ ਕਰ ਲੈ, 21 ਵਾਰ ਇੱਥੇ ਚਲੇ ਜਾ, ਬੰਦਾ ਕਹਿੰਦਾ ਅੱਛਾ ਗੁਰੂ ਸ਼ਬਦ ਦੱਸਦਾ, ਜੇ ਗੁਰੂ ਦਾ ਸ਼ਬਦ ਦੱਸਦਾ ਤੇ ਮੈਂ ਕਿਉਂ ਨਾ ਕਰਾਂ, ਜੇ ਗੁਰੂ ਦਾ ਸ਼ਬਦ ਨਹੀਂ ਦੱਸਦਾ ਫਿਰ ਮੈਂ ਕਿਉਂ ਕਰਾਂ ਉਹਨੂੰ। ਇਟ ਸ਼ੁੱਡ ਬੀ ਵਨ ਟਰੈਕ, ਵੀ ਜੋ ਗੁਰੂ ਗੁਰੂ ਕਰਨ ਦਾ ਮਤਲਬ ਹੀ ਕੀ ਹੈ ਕਿ ਹਰ ਚੀਜ਼ ਵਿੱਚ ਮੈਂ ਗੁਰੂ ਕੋਲੋਂ ਪੁੱਛ ਕੇ ਕਰਾਂਗਾ। ਜੇ ਗੁਰੂ ਇਹਨੂੰ ਕਰਨ ਨੂੰ ਕਹੇਗਾ ਤੇ ਫਿਰ ਮੈਨੂੰ ਕਰਨਾ ਹੀ ਚਾਹੀਦਾ ਉਹਨੂੰ। ਕਹਿੰਦਾ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ। ਉਹਦਾ ਉਹ ਹੋਰ ਕਿਸੇ ਉਹ ਲੈਫਟ ਰਾਈਟ ਜਿਹੜਾ ਨਾ ਉਹਦਾ ਧਿਆਨ ਕੇਵਲ ਤੇ ਕੇਵਲ ਕਹਿੰਦਾ ਗੁਰਮੁਖ ਏਕਸ ਸਿਉ ਲਿਵ ਲਾਏ ਤ੍ਰਿਬਿਤ ਮਨਸਾ ਮਨਹਿ ਸਮਾਏ। ਤ੍ਰਿਬਿਤ ਪਾਉ ਤ੍ਰੈ ਗੁਣਾ ਤੋਂ ਮਨਸਾ, ਇਸ ਮਨ ਦੇ ਫੁਰਨੇ ਤੋਂ ਮਨ ਜਿਹੜਾ ਹੈ ਨਾ ਵੀ ਉਹ ਮਨ ਦੀਆਂ ਇੱਛਾਵਾਂ, ਮਨ ਦੀਆਂ ਕਾਮਨਾਵਾਂ ਜੋ ਮਨ ਵਿੱਚ ਪੈਦਾ ਹੁੰਦੀਆਂ ਨੇ, ਹੁਣ ਇਹ ਜਿਹੜੇ ਤ੍ਰੈ ਗੁਣਾਂ ਦੇ ਪ੍ਰਭਾਵ ਦੇ ਹੇਠਾਂ ਜੋ ਤੇਰੇ ਮਨ ਵਿੱਚ ਕਾਮਨਾਵਾਂ ਪੈਦਾ ਹੋਣਗੀਆਂ ਉਹਨਾਂ ਨੂੰ ਗੁਰੂ ਕਹਿੰਦਾ ਨਹੀਂ ਉਹ ਉਹਨਾਂ ਨੂੰ ਖਤਮ ਕਰ ਦੇ, ਉਹਨਾਂ ਨੂੰ ਆਪਣੇ ਅੰਦਰ ਹੀ
ਉਹਨਾਂ ਮਨਸਾਵਾਂ ਨੂੰ ਕਰਮ ਦੀ ਸ਼ਕਲ ਵਿੱਚ ਨਾ ਬਦਲੀ ਕਰਦੀ। ਫਿਰ ਹੋ ਸਕਦਾ ਕਿਸੇ ਕਿਸੇ ਬਈ ਉਹ ਤੇਰੇ ਮਨ ਵਿੱਚ ਆ ਜਾਵੇ ਕਿ ਬਈ ਮੈਂ ਇਹ ਫਲਾਣਾ ਕਰਮ ਕਰ ਲਵਾਂ, ਮੈਂ ਤੀਰਥਾਂ ਤੇ ਚਲੇ ਜਾਵਾਂ, ਬਈ ਮੈਂ ਨੰਗੇ ਪੈਰੀ ਇੱਥੇ ਜਾਣਾ ਹੈ। ਤੇ ਕਿਸੇ ਨੇ ਕਿਹਾ ਤੂੰ ਕਿਸੇ ਉਹ ਦੇਖੋ ਇਹ ਹੁੰਦਾ ਹੈ, ਬਹੁਤ ਸਾਰੇ ਵਰਡਸ ਯੂਜ਼ ਹੁੰਦੇ ਨੇ, ਪੋਜ਼ਿਟਿਵ ਐਨਰਜੀ ਤੇ ਇਹ ਤੇ ਉਹ ਨਾ ਔਰਾ, ਇਹ ਬੜਾ ਕੁਝ ਯੂਜ਼ ਹੁੰਦਾ। ਬੰਦਾ ਕਹੇ ਨਹੀਂ ਨਹੀਂ ਵੀ ਉਹ ਕਹਿੰਦੇ ਜੇ ਇਹ ਤ੍ਰੈ ਗੁਣਾ ਦੇ ਪ੍ਰਭਾਵ ਦੇ ਹੇਠ ਜੇ ਤੇਰੇ ਵਿੱਚ ਕੋਈ ਮਨ ਵਿੱਚ ਕੋਈ ਆਸਾ ਪੈਦਾ ਹੁੰਦੀ ਹੈ, ਕੋਈ ਇੱਛਾ ਕੋਈ ਕਾਮਨਾ ਪੂਰੀ ਹੁੰਦੀ ਹੈ, ਜੇ ਉਹਨੂੰ ਗੁਰੂ ਸ਼ਬਦ ਦੀ ਅਗਵਾਈ ਨਹੀਂ ਹੈ, ਉਸ ਮਨਸਾ ਨੂੰ ਕਰਮ ਨਾ ਬਣਨ, ਉਹਨੂੰ ਮਨ ਵਿੱਚ ਹੀ ਖਤਮ ਕਰਦੀ ਉਹਨੂੰ ਉਹ ਚੀਜ਼ ਜਿਹੜੀ, ਕਿਉਂਕਿ ਅਲਟੀਮੇਟਲੀ ਤੇਰਾ ਜਿਹੜਾ ਬੜਾ ਨਿਬੇੜਾ ਨਾ ਉਹ ਕਰਮਾਂ ਉੱਪਰ ਹੋਣਾ, ਕਰਮਾਂ ਉੱਪਰ ਨਿਬੜੇ ਵੀ ਉਹ ਅਮਲ ਕਰ ਧਰਤੀ। ਤੇ ਜੇ ਤੂੰ ਉਹਨੂੰ ਅਮਲ ਵਿੱਚ ਲੈ ਕੇ ਆ ਗਿਆ ਤਾਂ ਹਾਂ, ਜਿਹੜਾ ਸਤਿਗੁਰੂ ਜੀ ਕਹਿ ਰਹੇ ਸਨ ਬਿਲਕੁਲ ਸਹੀ ਗੱਲ ਹੈ ਵੀ ਉਹ ਕਹਿੰਦੇ ਵੀ ਗੁਰ ਤੀਰਥ ਗੁਰ ਪਾਰ ਜਾਤ ਗੁਰ ਮਨਸਾ ਪੂਰਨ ਹਾਰ, ਮਨਸਾ ਤੇ ਮਨ ਦੀ ਫੁਰਨਾ ਹੈ। ਲੇਕਿਨ ਜੇ ਉਹ ਤ੍ਰਿਵਿਧ ਮਨਸਾ ਹੋ ਗਈ, ਪਾਓ ਇਹ ਤ੍ਰੈ ਗੁਣਾ ਦੇ ਵਿੱਚੋਂ ਨਿਕਲੀ ਹੋਈ ਮਨਸਾ ਹੈ। ਅਸੀਂ ਕਹਿੰਦੇ ਰਾਜਗੁਣ ਸਤਗੁਣ ਤਾਮਗੁਣ ਜਿਹੜੀਆਂ ਨਾ, ਵੀ ਕੋਈ ਬੰਦਾ ਕਹੇ ਅੱਛਾ ਮੈਨੂੰ ਲੰਗਰ ਲਗਾਉਣਾ ਹੈ, ਮੈਨੂੰ ਚੰਗਾ ਲੱਗਦਾ ਹੈ, ਗੁਰੂ ਨੂੰ ਪੁੱਛ ਲਗਾਵਾਂ, ਅੱਛਾ ਮੈਂ ਦਾਨ ਦੇਣਾ ਹੈ, ਗੁਰੂ ਨੂੰ ਪੁੱਛ ਮੈਂ ਦਾਨ ਦੇਵਾਂ। ਅਸੀਂ ਜਿਹੜੀ ਕਈ ਦਿਨਾਂ ਤੋਂ ਵਿਚਾਰ ਕਰਨੇ, ਕਹਿੰਦੇ ਨੇ ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੇ ਤੱਤੇ ਸਾਰ ਨਾ ਜਾਣੀ, ਤਤ ਸਾਰ ਗੁਰੂ ਕੋਲੋਂ ਪੁੱਛ ਲਈ, ਤਤ ਸਾਰ ਗੁਰੂ ਤੋਂ ਬਿਨਾਂ ਨਹੀਂ ਮਿਲੇਗੀ। ਹਾਂ ਡਿਫਾਈਨ ਆਪਣੇ ਆਪ ਵਿੱਚ ਦੇਖੋਗੇ ਤੇ ਬੰਦੇ ਕਈ ਵਾਰ ਕਹਿ ਸਕਦੇ ਨੇ ਹਾਂ ਇਹ ਬਿਲਕੁਲ ਗੱਲ ਸਹੀ ਜੇ ਬਤਾਓ, ਕਹਿੰਦੇ ਨੇ ਤੈ ਨਰ ਕਿਆ ਪੁਰਾਣ ਸੁਨ ਕੀਨਾ, ਅਨ ਪਾਉਨੀ ਭਗਤ ਨਹੀਂ ਉਪਜੀ, ਭੁੱਖੇ ਦਾਨ ਨਾ ਦੀਨਾ। ਗੱਲ ਬਿਲਕੁਲ ਸਹੀ ਹੈ। ਜੇ ਤੂੰ ਕੀ ਫਾਇਦਾ ਤੇਰਾ, ਤੂੰ ਕਿਸੇ ਭੁੱਖੇ ਨੂੰ ਨਹੀਂ ਰਜਾਇਆ ਤੇ ਤੇਰਾ ਬਹੁਤ ਸਾਰਾ ਕੁਝ ਪੜਨ ਦਾ ਕੀ ਫਾਇਦਾ ਹੋਇਆ। ਲੇਕਿਨ ਫਿਰ ਵੀ ਨਾ ਗੁਰੂ ਨੂੰ ਪੁੱਛ ਲਈ, ਹੋ ਸਕਦਾ ਤੂੰ ਗਲਤ ਜਗ੍ਹਾ ਤੇ ਦਿੰਦਾ ਹੋਵੇ। ਇੱਥੇ ਕਹਿੰਦੇ ਨੇ ਤ੍ਰਿਵਿਧ ਮਨਸਾ, ਜੋ ਤ੍ਰੈ ਗੁਣਾ ਦੇ ਪ੍ਰਭਾਵ ਦੇ ਹੇਠਾਂ ਨਾ, ਇੱਕੋ ਕਹਿੰਦੇ ਨੇ ਵੀ ਸ਼ਬਦ ਸੂਝ ਹੈ ਤਾਂ ਮਨ ਸਿਓ ਲੂਝ ਹੈ, ਮਨਸਾ ਮਾਰ ਸਮਾਵਣਿਆ। ਜਿਹੜਾ ਸ਼ਬਦ ਨੂੰ ਬੁੱਝ ਲੈਂਦਾ ਨਾ, ਸ਼ਬਦ ਇਸ ਗੁਰੂ ਦੀ ਅਗਵਾਈ, ਸ਼ਬਦ ਨਾਮ ਦਾ ਸਰੂਪ ਹੈ। ਕਹਿੰਦਾ ਸ਼ਬਦ ਸੂਝ ਹੈ, ਜਿਹਨੂੰ ਸ਼ਬਦ ਦੀ ਸੋਝੀ ਆ ਜਾਂਦੀ ਨਾ, ਕਹਿੰਦਾ ਤਾਂ ਮਨ ਸਿਓ ਲੂਝ ਹੈ। ਉਹ ਆਪਣੇ ਮਨ ਦੇ ਨਾਲ ਝਗੜਾ ਕਰਦਾ ਹੈ, ਉਹ ਮਨ ਨੂੰ ਜਿੱਤਣ ਨਹੀਂ ਦਿੰਦਾ। ਉਹ ਜਿਹੜਾ ਮਨ ਉਸ ਤੇ ਹਾਵੀ ਹੋ ਸਕਦਾ ਸੀ ਨਾ, ਕਹਿੰਦਾ ਸ਼ਬਦ ਸੂਝ ਹੈ ਤਾਂ ਮਨ ਸਿਓ ਲੂਝ ਹੈ, ਮਨਸਾ ਮਾਰ ਸਮਾ। ਉਹ ਆਪਣੀਆਂ ਮਨ ਦੀਆਂ ਮਨਸਾਵਾਂ ਨੂੰ ਮਨ ਵਿੱਚ ਹੀ ਖਤਮ ਕਰ ਦਿੰਦਾ ਹੈ। ਕਹਿੰਦੇ ਸਾਚੇ ਸ਼ਬਦ ਸਦਾ ਹੈ ਮੁਕਤਾ। ਜਿਹੜਾ ਬੰਦਾ ਸੱਚੇ ਸ਼ਬਦ ਦੀ ਅਗਵਾਈ ਵਿੱਚ ਕਰਮ ਕਰੇਗਾ ਨਾ, ਉਹ ਉਹਨਾਂ ਕੀਤੇ ਹੋਏ ਕਰਮਾਂ ਦੇ ਬੰਧਨ ਵਿੱਚ ਨਹੀਂ ਪਏਗਾ। ਅਦਰਵਾਈਜ਼ ਜਿਹੜਾ ਬਾਣੀ ਦਾ ਸ਼ਬਦ ਆਉਂਦਾ ਹੈ, ਕਹਿੰਦਾ ਬੰਧਨ ਮਾਤ ਪਿਤਾ ਸੰਸਾਰ, ਬੰਧਨ ਸੁਤ ਕਨਿਆ ਅਰਨਾਰ, ਬੰਧਨ ਕਰਮ ਧਰਮ ਹੋ ਕੀਆ, ਬੰਧਨ ਪੁੱਤ ਕਲਤ ਮਨ ਵੀ। ਇਹ ਸਾਰਾ ਸ਼ਬਦ ਹੀ ਹੈ ਕੰਜਾ। ਤੇ ਜਦੋਂ ਅਸੀਂ ਜਿੱਥੇ ਬੱਚੇ ਪਾਲਨੇ ਨੇ, ਬੱਚੇ ਸਾਡੇ ਪਰਮਾਰਥ ਜੀਵਨ ਦਾ ਬੰਧਨ ਨਹੀਂ ਬਣ ਸਕਦੇ। ਵੀ ਮੈਂ ਆਪਣੇ ਬੱਚੇ ਨੂੰ ਪ੍ਰਮੋਟ ਕਰਦਿਆਂ ਕਿਸੇ ਬੱਚੇ ਦਾ ਹੱਕ ਮਾਰ ਜਾਵਾਂ, ਮੇਰੀ ਵੋਟੀ ਨੂੰ ਆਖੇ ਲੱਗ ਕੇ ਮੈਂ ਮੇਰੇ ਭਰਾਵਾਂ ਨਾਲ ਧੋਖਾ ਕਰ ਲਵਾਂ ਜਾਂ ਮੇਰੇ ਮਾਪਿਓ ਨੂੰ ਨਾ ਸਾਂਭਾਂ, ਇਹ ਸਭ ਚੀਜ਼ਾਂ ਤੇਰੇ ਪੈਰ ਤੇ ਤੇਰੇ ਬੰਧਨ ਬਣ ਜਾਣਗੇ। ਗੁਰੂ ਤੇ ਤੈਨੂੰ ਕਹਿੰਦਾ ਵੀ ਸਤਿਗੁਰ ਬੰਦੀ ਛੋੜ ਹੈ, ਸਤਿਗੁਰ ਸਿੱਕੇ ਬੰਧਨ ਕਾਟੇ। ਉਹ ਤੇਰੇ ਕੋਲ ਐਸੇ ਕਰਮ ਨਹੀਂ ਹੋਣ ਦੇਗਾ ਜੋ ਤੇਰੇ ਜੀਵਨ ਦੇ ਬੰਧਨ ਬਣ ਜਾ। ਇਹ ਵਿਕਾਰ, ਇਹ ਭਰਮ। ਅੱਛਾ, ਭਰਮਾਂ ਦੀ ਗੁਰੂ ਗੱਲ ਕਹਿੰਦੇ ਨੇ, ਸੋ ਸਤਿਗੁਰ ਧੰਨ ਧੰਨ ਜਿਹਨੇ ਭਰਮ ਗੜ ਤੋੜਿਆ। ਇਹ ਭਰਮ ਵੀ ਸਾਡੇ ਜੀਵਨ ਦੇ ਬੰਧਨ ਨੇ। ਅਸੀਂ ਇਹ ਕੁਝ ਕਰਾਂਗੇ, ਇੱਥੇ ਜਾ ਕੇ ਨਹੀਂ ਨਾਵਾਂਗੇ। ਉਹ ਜਿਹੜੇ ਕੋਲੋਂ ਭਰਮ ਨੇ ਨਾ ਵੀ ਤੀਰਥਾਂ ਤੇ ਜਾ ਕੇ ਹੁਣ ਗੁਰੂ ਕਈ ਥਾਵਾਂ ਤੇ, ਸ਼ਾਇਦ 50 ਥਾਂ ਤੇ ਸਾਨੂੰ ਬੜੇ ਆਸਾਨੀ ਨਾਲ ਜੇ ਅਸੀਂ ਗੁਰਬਾਣੀ ਲੱਭਾਂਗੇ, 50 ਥਾਵਾਂ ਤੇ ਤੀਰਥਾਂ ਦੇ ਕੰਸੈਪਟ ਨੂੰ ਜਿਹੜਾ ਹੈ ਉਹ ਵਾਲਾ SVC ਆਊਟਸਾਈਡ, ਗੁਰੂ ਦਾ ਤੀਰਥ ਵੱਖਰਾ ਹੈ ਤੇ ਉਹ ਵਾਲੇ ਸਾਨੂੰ ਬਹੁਤ ਸਾਰੇ ਮਿਲ ਜਾਣਗੇ। ਤੇ ਉਹ ਸਾਨੂੰ ਭਰਮ ਪੈ ਚੁੱਕਾ ਹੋਇਆ। ਕਹਿੰਦਾ ਸੋ ਸਤਿਗੁਰੂ ਵਾਹ ਵਾਹ, ਸੋ ਸਤਿਗੁਰੂ ਧੰਨ ਧੰਨ ਜਿਹਨੇ ਭਰਮ ਗੜ ਤੋੜਿਆ। ਤੇ ਇਹ ਭਰਮਾਂ ਦਾ ਬੰਧਨ ਸਾਨੂੰ ਪਿਆ ਹੋਇਆ ਹੈ, ਵਿਕਾਰਾਂ ਦਾ ਬੰਧਨ ਸਾਨੂੰ ਪਿਆ ਹੋਇਆ, ਡਰ ਦਾ ਬੰਧਨ ਸਾਨੂੰ ਪਿਆ ਹੋਇਆ। ਅਸੀਂ ਸਮਾਜਿਕ ਤੌਰ ਤੇ ਪ੍ਰਵਾਨ ਹੋਣ ਵਾਸਤੇ ਬਹੁਤ ਸਾਰੇ ਕੰਮ ਕਰਨੇ ਆ ਜੋ ਗੁਰਮਤਿ ਆਸ਼ਾ ਦੇ ਅਨੁਸਾਰ ਨਹੀਂ ਹੁੰਦੇ। ਲੇਕਿਨ ਫਿਰ ਕਹਿੰਦਾ ਨਹੀਂ, ਕਹਿੰਦਾ ਗੁਰੂ ਕੀ ਕਰ, ਕਹਿੰਦਾ ਸਾਚੇ ਸ਼ਬਦ ਸਦਾ ਹੈ ਮੁਕਤਾ। ਜੇ ਤੂੰ ਸੱਚੇ ਸ਼ਬਦ ਦੀ ਅਗਵਾਈ ਵਿੱਚ ਜੁੜ ਜਾਏਗਾ ਨਾ, ਕਹਿੰਦੇ ਫਿਰ ਤੂੰ ਉਹਨਾਂ ਕੀਤੇ ਹੋਏ ਕਰਮਾਂ ਦੇ ਜਿਹੜੇ ਰਿਜ਼ਲਟਸ ਨੇ ਨਾ, ਉਹਨਾਂ ਤੋਂ ਮੁਕਤ ਹੈ। ਕਹਿੰਦਾ ਮਾਇਆ ਮੋਹ ਚੁਕਾਏਂਦਾ, ਖਤਮ ਕਰ ਦੇਗਾ ਮਾਇਆ ਦਾ ਮੋਹ ਜਿਹੜਾ ਹੈ ਨਾ। ਤੂੰ ਹਰ ਕਰਮ ਨਾਮ ਦੀ ਅਗਵਾਈ ਵਿੱਚ ਕਰੇਗਾ, ਮਾਇਆ ਦੇ ਪ੍ਰਭਾਵ ਦੇ ਹੇਠਾਂ ਜਿਹੜਾ ਹੈ ਨਾ
ਉਹ ਨਹੀਂ ਕਰੇਗਾ। ਹਾਂਜੀ ਵੀਰ ਜੀ। ਧੰਨਵਾਦ ਵੀਰ ਜੀ, ਆਪ ਜੀ ਬੜੀ डिटेल बहुत थोड़े तरीके ਨਾਲ ਸਮਝਾਉਂਦੇ ਹੋ, ਧੰਨਵਾਦ ਆਪ ਜੀ ਦਾ। ਜੀ ਇਕਬਾਲ ਵੀਰ ਜੀ। जी वाहिगुरु जी का खालसा वाहिगुरु जी की फतेह। ਤੇ ਵੀਰ ਜੀ। गुरमुख एक सिਉ ਲਿਵ ਲਾਏ। ਗੁਰਮੁਖ ਹੋਣਾ ਜਿਹੜਾ ਗੁਰੂ ਦੀ ਸ਼ਰਨ ਪੈ ਜਾਂਦਾ ਹੈ, ਗੁਰੂ ਦੇ ਉਪਦੇਸ਼ ਸਿੱਖਿਆ ਉੱਪਰ ਚੱਲਦਾ, ਉਹ ਗੁਰਮੁਖ ਹੈ। ਗੁਰਮੁਖ ਫਿਰ ਕੇ ਸ਼ਰਨ ਕੇ ਦੀ ਪੈਂਦਾ ਏਕ ਸਿਉ, ਉਹ ਇੱਕ ਦੇ ਨਾਲ ਲਿਵ ਲਾਉਂਦਾ, ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ, ਇੱਕ ਏਕਸ ਇੱਕ ਓੰਕਾਰ। ਉਹ ਕਰਤੇ ਦੇ ਨਾਲ ਹੀ ਲਿਵ ਜੋੜਦਾ, ਗੁਰੂ ਦੀ ਸ਼ਰਨ ਪੈ ਕੇ ਉਹ ਕਰਤੇ ਤੱਕ ਹੀ ਪਹੁੰਚਦਾ ਹੈ, ਕਰਤੇ ਨਾਲ ਹੀ ਲੀਨ ਹੁੰਦਾ, ਉਹਦੇ ਨਾਲ ਹੀ ਆਪਣੀ ਲਿਵ ਲਿਵ ਲਾਉਂਦਾ, ਭਾਵ ਉਸਦੇ ਹੁਕਮ ਉਪਦੇਸ਼ ਸਿੱਖਿਆ ਉੱਪਰ ਚੱਲਦਾ ਹੈ, ਉਹਦੇ ਨਾਲ ਜੁੜਿਆ ਰਹਿੰਦਾ। ਤ੍ਰਿਬਿਧ ਮਨਸਾ, ਮਨਸਾ ਆਸ਼ਾਵਾਂ, ਮਨ ਦੀਆਂ ਚੇਸ਼ਟਾਵਾਂ, ਤ੍ਰਿਬਿਧ ਰਜੋ ਤਮੋ ਸਤੋ ਵਾਲੀਆਂ ਜਿਹੜੀਆਂ ਆਸ਼ਾਵਾਂ ਹਨ, ਉਹ ਜਿਹੜੀਆਂ ਉਹਦੀਆਂ ਉਪਜਦੀਆਂ ਹਨ ਜਦੋਂ ਉਹ ਗੁਰੂ ਦੀ ਸ਼ਰਨ ਪੈ ਜਾਂਦਾ ਮਨੇ ਸਮਾਏ, ਉਹ ਫਿਰ ਆਪਣੇ ਮਨ ਦੇ ਵਿੱਚ ਹੀ ਸਮਾ ਲੈਂਦਾ ਹੈ, ਭਾਵ ਉਹਨਾਂ ਨੂੰ ਖਤਮ ਕਰ ਲੈਂਦਾ, ਮਾਰ ਲੈਂਦਾ, ਹਿਰ ਲੈਂਦਾ ਗੁਰੂ ਦੇ ਸ਼ਬਦ ਦੇ ਦੁਆਰਾ, ਗੁਰੂ ਦੀ ਸ਼ਰਨ ਪੈ ਕੇ, ਗੁਰੂ ਦੇ ਦੱਸੀ ਹੋਈ ਸਿੱਖਿਆ ਹੁਕਮ ਉੱਪਰ ਚੱਲ ਕੇ। ਤ੍ਰਿਬਿਧ ਰਜੋ ਤਮੋ ਸਤੋ, ਏਕਸ ਰੱਬ ਕਰਤਾ ਕਰਤਾਰ ਪੁਰਖ। ਗੁਰਮੁਖ ਗੁਰੂ ਦੀ ਸ਼ਰਨ ਪੈਣ ਵਾਲਾ ਜੀਵ ਮਨੁੱਖ। ਹੰਸ, ਕਈ ਵਾਰੀ ਕਹਿ ਦਿੰਦੇ ਨਾ ਮਨ ਔਰ ਹੰਸ ਦਾ ਵਖਰੇਵਾਂ ਇੰਨਾ ਹੈ ਕਿ ਜਿਹੜਾ ਹੰਸ ਹੈ ਉਹ ਜੋਤ ਹੈ, ਉਹ ਹੰਸ ਜਿਹੜਾ ਹੈ ਉਹ ਪ੍ਰਮਾਤਮਾ ਦਾ ਅੰਸ਼ ਹੈ, ਰੂਪ ਹੈ। ਉਹ ਜਦੋਂ ਸਾਡੇ ਮਨ ਨਾਲ, ਜਿਹੜਾ ਮਨ ਹੈ ਉਹ ਅੰਸ਼ ਨੂੰ ਸਮਝ ਲੈਂਦਾ ਹੈ, ਭਾਈ ਇਹ ਜਿਹੜਾ ਅੰਸ਼ ਹੈ ਇਹ ਪ੍ਰਮਾਤਮਾ ਦਾ ਰੂਪ ਹੈ, ਤੇ ਮੈਂ ਇਹਦੇ ਨਾਲ ਜੋਤ, ਜਿਹੜੀ ਪ੍ਰਮਾਤਮਾ ਦੀ ਜੋਤ ਹੈ, ਜੋਤ ਸਰੂਪ ਹੋਣਾ। ਮਨ ਤੂੰ ਜੋਤ ਸਰੂਪ ਹੈ। ਗੁਰੂ ਸਮਝਾਉਂਦਾ ਵੀ ਮਨ, ਇਹ ਜਿਹੜਾ ਅੰਸ਼ ਹੈ, ਹੰਸ ਹੈ, ਸਰੀਰ ਦੇ ਵਿੱਚ ਬੈਠਾ ਹੈ, ਇਹ ਪ੍ਰਮਾਤਮਾ ਦਾ ਸਰੂਪ ਹੈ, ਰੂਪ ਹੈ, ਇਹਦੇ ਨਾਲ ਇਕਮਿਕ ਹੋ, ਤਾਂ ਹੀ ਮਨ ਘੜ ਹੁੰਦਾ। ਮਨ ਘੜ ਕੇ ਉਹ ਫਿਰ ਹੰਸ ਨੂੰ ਸਮਝਦਾ, ਜੋਤ ਨੂੰ ਸਮਝਦਾ। ਜਿਹੜਾ ਮੈਂ ਉਹ ਹੰਸ ਹੈ, ਭਾਵ ਮੈਂ ਜਦੋਂ ਗੁਰੂ ਦੀ ਸ਼ਰਨ ਪਿਆ ਹੋਇਆ ਮਨੁੱਖ, ਉਹ ਹੰਸ ਹੈ। ਜਿਹੜੀ ਮੈਂ ਇਹ ਸਾਡੀ ਹਉਮੈ ਆ। ਜਦੋਂ ਸਾਡਾ ਜਿਹੜਾ ਹੰਸ ਔਰ ਮਨ ਸਮਝ ਆਊਗਾ ਵੀ ਇਹ ਜਿਹੜੀ ਕਾਇਆ ਸਰੀਰ ਦੇ ਵਿੱਚ ਪ੍ਰਮਾਤਮਾ ਬੈਠਾ, ਹੰਸ ਬੈਠਾ, ਜੋਤ ਬੈਠੀ ਆ, ਉਹ ਕਰਤੇ ਦੀ ਹੈ। ਹੋ ਕਬੀਰ ਹਮ ਰਾਮ ਕੀ ਅੰਸ਼, ਉਹ ਕਰਤੇ ਦੀ ਹੈ। ਫਿਰ ਇਹ ਮਨ ਜਿਹੜਾ ਹੈਗਾ ਗੁਰੂ ਦੇ ਨਾਲ ਜੁੜ ਕੇ ਇੱਕ ਸਿਉਂ ਲਿਵ ਲਾਏ, ਇੱਕ ਦੇ ਨਾਲ ਜੁੜ ਪੈਂਦਾ, ਲੱਗ ਜਾਂਦਾ, ਲਿਵ ਜੋੜ ਲੈਂਦਾ, ਉਪਦੇਸ਼ ਨੂੰ ਮੰਨਦਾ, ਆਪਣੇ ਮਨ ਵਾਚ ਕਰਮਾਂ ਵਿੱਚ ਲੈ ਆਉਂਦਾ। ਤ੍ਰਿਬਿਧ ਮਨਸਾ, ਜਿਹੜੀਆਂ ਤਿੰਨੇ ਇਛਾਵਾਂ ਹਨ ਇਹਦੀਆਂ ਰਜੋ ਤਮੋ ਸਤੋ ਗੁਣ ਵਾਲੀਆਂ, ਉਹਨਾਂ ਨੂੰ ਫਿਰ ਕੀ ਕਰਦਾ ਹੈ, ਮਨੇ ਸਮਾਏ, ਮਨ ਦੇ ਵਿੱਚ ਸਮਾ ਲੈਂਦਾ, ਹਿਰ ਲੈਂਦਾ, ਉਹਨਾਂ ਨੂੰ ਮਾਰ ਲੈਂਦਾ, ਖਤਮ ਕਰ ਲੈਂਦਾ, ਉਹਨਾਂ ਨੂੰ ਦਬਾ ਲੈਂਦਾ। ਸਾਚੇ ਸ਼ਬਦ ਸਦਾ ਹੈ ਮੁਕਤਾ, ਸਾਚੇ ਜੋ ਸਦੀਵ ਕਾਲ ਸੱਚ ਹੋਵੇ, ਜੋ ਸੱਚਾ ਹੋਵੇ, ਜੋ ਸੱਚੇ ਨਾਲ ਜੁੜ ਕੇ ਸਾਚਾ ਬਣਿਆ ਹੋਵੇ। ਸਾਚੇ ਸ਼ਬਦ, ਸੱਚੇ ਸ਼ਬਦ ਦੇ ਦੁਆਰਾ, ਗੁਰੂ ਦੇ ਸ਼ਬਦ ਦੇ ਦੁਆਰਾ ਸਦਾ ਹੈ ਮੁਕਤਾ। ਵਿਕਾਰਾਂ, ਕਾਮ, ਕ੍ਰੋਧ, ਮੋਹ, ਹੰਕਾਰ ਤੋਂ ਮੁਕਤ ਹੋ ਜਾਂਦਾ ਹੈ। ਮਾਇਆ ਮੋਹ ਚੁਕਾਦਾ, ਜਦੋਂ ਜੀਵ ਮੁਕਤ ਹੋ ਜਾਂਦਾ ਹੈ, ਵਿਕਾਰ ਨੂੰ ਚੁੰਬੜਦੇ ਨਹੀਂ, ਵਿਕਾਰ ਆਉਂਦੇ ਨਹੀਂ ਹੈਗੇ, ਕੇਵਲ ਪਵਿੱਤਰ ਹੁੰਦਾ ਹੈ, ਨਿਰਮਲ ਹੁੰਦਾ ਹੈ, ਗੁਣਾ ਭਰਪੂਰ ਹੁੰਦਾ ਹੈ, ਉਹ ਫਿਰ ਉਹਦੇ ਅੰਦਰ ਮਾਇਆ ਮੋਹ ਚੁਕਾ ਜਾਂਦਾ। ਆਪਣੇ ਅੰਦਰ ਜਿਹੜਾ ਉਹਦੇ ਪ੍ਰਗਟ ਹੋਇਆ ਮਾਇਆ ਦਾ ਚੱਕਰ ਵੀ ਸੀ, ਉਹਨੂੰ ਖਤਮ ਕਰ ਲੈਂਦਾ ਹੈ, ਉਹਨੂੰ ਚੁਕਾ ਦੂਰ ਕਰ ਲੈਂਦਾ ਹੈ, ਤੇ ਉਹਦੇ ਅੰਦਰ ਕੀ ਵਸਦਾ? ਸ਼ਬਦ, ਸਿੱਖਿਆ ਕਿਹਦੀ? ਸਾਚੇ ਦੀ। ਸਾਚੇ ਦਾ ਸ਼ਬਦ ਫਿਰ ਉਹਦੇ ਅੰਦਰ ਸਦਾ ਚੱਲਦਾ ਰਹਿੰਦਾ ਹੈ, ਤੇ ਆਪਣੇ ਜੀਵਨ ਨੂੰ ਜਿਹੜਾ ਹੈਗਾ ਉਹ ਸਫਲਾ ਬਣਾ ਲੈਂਦਾ। ਹਾਂਜੀ, ਧੰਨਵਾਦ ਜੀ, ਬੜੀ ਅੱਛੀ ਡਿਟੇਲ ਨਾਲ ਆਪ ਜੀ ਨੇ ਸਮਝਾਣਾ ਕੀਤਾ। ਮਨ ਸਿਉ ਜੂਝ ਮਰੇ ਪ੍ਰਭ ਪਾਏ, ਮਨਸਾ ਮਨੇ ਸਮਾਏ। ਮਨ ਦੀਆਂ ਇੱਛਾਵਾਂ ਮਨ ਵਿੱਚ ਹੀ ਸਮਾ ਜਾਂਦੀਆਂ। ਧੰਨਵਾਦ ਜੀ ਦਾ। ਜੀ ਭੂਆ ਜੀ। ਹਾਂਜੀ, ਗੁਰਮੁਖ ਇੱਕ ਸਿਉ ਲਿਵ ਲਾਏ, ਤ੍ਰਿਬਿਧ ਮਨੇ ਮਨੇ ਬਿਸਮਾਏ। ਉਹ ਮਨ, ਸਾਡਾ ਵਿਰਲਾ ਮਨ
ਜਦੋਂ ਉਸ ਇੱਕ ਦੇ ਨਾਲ ਇਨਟਿਊਨਡ ਹੋ ਗਿਆ, ਉਹਦੀ ਸਿੱਖਿਆ ਉਹਦੇ ਗੁਣਾਂ ਦੇ ਨਾਲ ਟਿਊਨਡ ਹੋ ਗਿਆ, ਤੇ ਜਿਹੜੇ ਸਾਡੇ ਮਨ ਦੇ ਅੰਦਰ ਤ੍ਰੈਗੁਣੀ ਮਾਇਆ ਸੀ, ਤ੍ਰੈਗੁਣੀ ਫੁਰਨੇ ਡਿਜ਼ਾਇਰਸ ਸਨ, ਉਸਨੂੰ ਅੰਦਰ ਹੀ ਮਨ ਦੇ ਵਿੱਚ ਹੀ ਖਤਮ ਕਰ ਦਿੰਦਾ ਹੈ। ਕੌਣ? ਜਦੋਂ ਮਨ ਉਸ ਇੱਕ ਦੇ ਨਾਲ ਜੁੜ ਗਿਆ। ਸੱਚੇ ਸ਼ਬਦ ਸਦਾ ਹੈ ਮੁਕਤਾ। ਮੁਕਤਾ ਹੈ ਕਿ ਜਿੰਦਿਆਂ ਜੀ ਮੁਕਤ ਹੋਣਾ। ਕਿਹਨਾਂ ਚੀਜ਼ਾਂ ਤੋਂ ਮੁਕਤ ਹੋਣਾ ਹੈ? ਉਹਨਾਂ ਸਾਰੇ ਵਾਈਸਸ ਤੋਂ, ਗਲਤ ਫੁਰਨਿਆਂ ਤੋਂ, 84 ਲੱਖ ਜੂਨਾਂ ਤੋਂ ਅਸੀਂ ਮੁਕਤ ਹੋਣਾ ਹੈ, ਕਿਉਂਕਿ ਅਸੀਂ 84 ਲੱਖ ਜੂਨਾਂ ਦੇ ਵਿੱਚ ਹੀ ਪੂਰੀ ਉਮਰ ਅਸੀਂ ਇਹਨਾਂ ਵਿੱਚ ਹੀ ਰਹਿੰਦੇ ਹਾਂ, ਕਿਉਂਕਿ ਸਾਡੇ ਫੁਰਨੇ ਗਲਤ ਹੁੰਦੇ। ਹੁਣ ਅਗਰ ਸਾਡਾ ਮਨ ਉਸ ਇੱਕ ਦੇ ਨਾਲ ਜੁੜ ਗਿਆ, ਟਿਊਨਡ ਹੋ ਗਿਆ, ਤਾਂ ਉਸੇ ਤਰੀਕੇ ਨਾਲ ਉਹ ਸਾਡੇ ਅੰਦਰ ਦੇ ਸਾਰੇ 84 ਲੱਖ ਜੂਨਾਂ ਨੂੰ, ਸਾਡੇ ਅੰਦਰ ਦੇ ਫੁਰਨਾਂ ਨੂੰ, ਸਾਡੇ ਅੰਦਰ ਦੇ ਵਾਈਸਸ ਤੋਂ ਅਸੀਂ ਮੁਕਤ ਹੋ ਜਾਂਦੇ ਹਾਂ। ਜਦੋਂ ਮੁਕਤ ਹੁੰਦੇ ਹਾਂ ਤੇ ਫਿਰ ਸਾਡਾ ਮਨ ਉਸ ਹਉਮੈ, ਉਸ ਬੋਡੀ ਕੌਨਸ਼ੀਅਸ ਤੋਂ ਡਿਟੈਚ ਹੋ ਕੇ ਜੀਵਨ ਬਿਤਾਉਂਦਾ ਹੈ। ਹਾਂਜੀ, ਧੰਨਵਾਦ ਬੁਆ ਜੀ। ਆਪ ਜੀ ਨੇ ਮਨ ਤੇ ਟਿਕਾ ਕੇ ਕਿਸ ਤਰ੍ਹਾਂ ਮਨ ਬੋਡੀ ਕੌਨਸ਼ੀਅਸ ਸੀ ਪਹਿਲੇ, ਤੇ ਹੁਣ ਕਿਸ ਤਰ੍ਹਾਂ ਉਸ ਤੋਂ ਮੁਕਤ ਹੋ ਕੇ ਕਿਸ ਤਰ੍ਹਾਂ ਪਵਿੱਤਰ ਹੋ ਕੇ ਜੀਉਂਦਾ। ਧੰਨਵਾਦ ਆਪ ਜੀ ਦਾ। ਜੀ ਸੁਖਿੰਦਰ ਜੀ। ਹਾਂਜੀ ਵੀਰ ਜੀ। ਵੀਰ ਜੀ, ਪਹਿਲੀ ਤੁਕ ਦੇ ਵਿੱਚ ਨਾ ਸਤਿਗੁਰੂ ਜੀ ਏਕਸ ਦੀ ਡੈਫੀਨੇਸ਼ਨ ਦੇ ਰਹੇ ਹਨ। ਏਕਸ ਬਾਰੇ ਸਾਨੂੰ ਗੁਰਬਾਣੀ ਵਿੱਚ ਹੋਰ ਵੀ ਪ੍ਰਮਾਣ ਮਿਲਦੇ। ਸਤਿਗੁਰੂ ਸਾਨੂੰ ਸਮਝਾਉਂਦੇ ਨੇ, ਮੇਰੇ ਮਨ ਏਕਸ ਸਿਉ ਚਿਤ ਲਾਏ, ਏਕਸ ਬਿਨ ਸਭ ਧੰਦ ਹੈ, ਸਭ ਮਿਥਿਆ ਮੋਹ ਮਾਏ। ਕਹਿੰਦੇ ਨੇ ਇੱਥੇ ਵੀ ਦੇਖੋ ਲਫ਼ਜ਼ ਆ ਰਿਹਾ ਨਾ, ਅਖੀਰਲੀ ਤੁਕ ਦੇ ਵਿੱਚ ਆਇਆ ਨਾ, ਮਾਇਆ ਮੋਹ। ਇਹ ਮਾਇਆ ਦਾ ਮੋਹ ਕਦੋਂ ਹੁੰਦਾ ਹੈ? ਜਦੋਂ ਏਕਸ ਬਿਨ ਅਸੀਂ ਜੀਵਨ ਬਤੀਤ ਕਰਦੇ ਹਾਂ। ਇਸ ਲਈ ਮਨ ਨੂੰ ਕਹਿੰਦੇ ਨੇ, ਮਨ ਮੇਰੇ ਮਨ ਏਕਸ ਸਿਉ ਚਿਤ ਲਾਏ, ਕਿਉਂਕਿ ਏਕਸ ਬਿਨ ਸਭ ਧੰਦ ਹੈ। ਏਕਸ ਦੇ ਨਾਲ ਧੰਦਾ ਨਹੀਂ, ਏਕਸ ਬਿਨ ਸਭ ਧੰਦ ਹੈ, ਸਭ ਮਿਥਿਆ ਮੋਹ ਮਾਏ। ਇਹ ਮਾਇਆ ਮੋਹ ਹੈ, ਮਿਥਿਆ। ਪਰ ਇਹ ਹੁੰਦਾ ਕਦੋਂ? ਕਹਿੰਦੇ ਜਦੋਂ ਏਕਸ ਤੋਂ ਬਿਨਾਂ ਅਸੀਂ ਜੀਵਨ ਬਤੀਤ ਕਰਦੇ ਹਾਂ। ਇੱਥੇ ਨਾ ਏਕਸ ਦੀ ਡੈਫੀਨੇਸ਼ਨ ਦੇ ਰਿਹਾ ਸਤਿਗੁਰੂ ਜੀ। ਕਹਿੰਦੇ ਨੇ ਏਕਸ ਕਿਸ ਦੇ ਨਾਲ ਲਿਵ ਲਾਉਣੀ ਹੈ, ਕਿਸ ਨੂੰ ਚਿੱਤ ਵਿੱਚ ਚਿੱਤ ਲਾਉਣਾ ਹੈ, ਜਿਹਦੇ ਨਾਲ ਕਹਿੰਦੇ ਨੇ ਗੁਰਮੁਖ, ਗੁਰੂ ਦੇ ਮੁਖ ਤੋਂ ਨਿਕਲੇ ਹੋਏ ਸ਼ਬਦ ਨੂੰ, ਗੁਰੂ ਦੇ ਮੁਖ ਤੋਂ ਨਿਕਲੀ ਹੋਈ ਬਾਣੀ ਨੂੰ, ਗੁਰੂ ਦੇ ਮੁਖ ਤੋਂ ਨਿਕਲੇ ਹੋਏ ਸੱਚ ਦੇ ਗਿਆਨ ਨੂੰ ਏਕਸ ਕਹਿੰਦੇ। ਕਹਿੰਦੇ ਨੇ ਉਹ ਜਿਹੜੀ ਇੱਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ ਹੈ ਨਾ, ਗੁਰੂ ਦੇ ਮੁਖ ਤੋਂ ਜਿਹੜੀ ਇੱਕਾ ਬਾਣੀ, ਗੁਰੂ ਦੇ ਮੁਖ ਤੋਂ ਨਿਕਲੇ ਹੋਏ ਬਚਨ, ਉਹਨੂੰ ਏਕਸ ਕਹਿ ਰਹੇ ਨੇ। ਇਹ ਹੈ ਗੁਰਬਾਣੀ ਦਾ ਇੱਕ। ਕਹਿੰਦੇ ਨੇ ਉਸ ਏਕਸ ਦੇ ਨਾਲ ਹੀ ਬਲਾ। ਕਿਹਦੇ ਨਾਲ? ਕਹਿੰਦੇ ਜਿਹੜਾ ਗੁਰੂ ਦੇ ਮੁਖ, ਜਿਸ ਨੂੰ ਦੇਖੋ ਇੱਥੇ ਗੁਰਮੁਖ ਲਫ਼ਜ਼ ਲਿਖਤਾ ਹੈ, ਪਿਛਲੇ ਬੰਦ ਵਿੱਚ ਲਫ਼ਜ਼ ਆਇਆ ਸੀ ਵੇਦ, ਕਿਉਂਕਿ ਗੁਰਬਾਣੀ ਗੁਰਮੁਖ ਨੂੰ ਹੀ ਵੇਦ ਆਖਦੀ ਹੈ। ਆਪਾਂ ਪੜ੍ਹਦੇ ਹਾਂ ਨਾ, ਗੁਰਮੁਖ ਨਾਦੰ ਗੁਰਮੁਖ ਵੇਦੰ, ਉੱਥੇ ਵੀ ਖੱਖੇ ਨੂੰ ਸਿਹਾਰੀ ਹੈ। ਗੁਰੂ ਦੇ ਮੁਖ ਤੋਂ ਜਿਹੜਾ ਸ਼ਬਦ ਲਿਖ ਲਿਆ ਉਹਨੂੰ ਗੁਰਬਾਣੀ ਦਾ ਵੇਦ ਆਖਦੇ ਨੇ, ਉਹਨੂੰ ਨਾਦ ਆਖਦੇ ਨੇ। ਇਸੇ ਨੂੰ ਕਹਿੰਦੇ ਨੇ ਸਭ ਨਾਦ ਵੇਦ ਗੁਰਬਾਣੀ। ਉੱਪਰ ਜਿਹੜਾ ਕਹਿੰਦੇ ਨੇ ਨਾ ਵੇਦ ਪੜਿਆ, ਇੱਥੇ ਫਿਰ ਗੁਰਮੁਖ ਦਾ ਗੁਰਮਤ ਦਾ ਵੇਦ ਸਤਿਗੁਰੂ ਜੀ ਦੱਸ ਰਹੇ। ਕਹਿੰਦੇ ਜਿਹੜਾ ਗੁਰਮਤ ਦਾ ਵੇਦ ਹੈ ਨਾ, ਗੁਰਬਾਣੀ ਜਿਹੜੇ ਗੁਰੂ ਦੇ ਮੁਖ ਤੋਂ ਨਿਕਲੀ ਹੈ, ਇਹਨੂੰ ਹੀ ਕਹਿੰਦੇ ਨੇ ਮੋਹ ਕੇ ਬੋਲਣ। ਇਹ ਗੁਰੂ ਦੇ ਮੋਹ ਤੋਂ ਜਿਹੜੀ ਨਿਕਲੀ ਹੈ ਨਾ, ਮੋਹ ਕੇ ਬੋਲਣ, ਇਹਨੂੰ ਬੋਲੀਏ ਅਸੀਂ। ਇਹ ਗੁਰੂ ਦੇ ਮੁਖ ਤੋਂ ਜਿਹੜੀ ਬਾਣੀ, ਬਚਨ, ਸੱਚ, ਇਹ ਗਿਆਨ ਨਿਕਲਿਆ ਨਾ, ਇਹ ਏਕਸ ਹੈ ਸਾਡੇ ਵਾਸਤੇ। ਇਹਦੇ ਨਾਲ ਅਸੀਂ ਲਿਵ ਲਾਣੀ ਹੈ। ਇਹਦੇ ਨਾਲ ਲਿਵ ਲਾਵਾਂਗੇ ਤਾਂ ਅੰਦਰੋਂ ਏਕਸ ਬਿਨ ਨਹੀਂ ਹੋਇਆ, ਇਸ ਦਾ ਮਤਲਬ ਕਿ ਅੰਦਰੋਂ ਮਾਇਆ ਮੋਹ ਖਤਮ ਹੋ ਜਾਏਗਾ। ਮਾਇਆ ਮੋਹ ਦਾ ਤਰੀਕਾ ਚੁਕਾਉਣ ਦਾ ਇਹ ਹੈ, ਕਹਿੰਦੇ ਨੇ ਏਕਸ ਬਿਨ ਸਭ ਧੰਦ ਹੈ, ਸਭ ਮਿਥਿਆ ਮੋਹ ਮਾਇਆ। ਏਕਸ ਬਿਨ ਸਭ ਮੋਹ ਮਾਇਆ ਹੁੰਦਾ ਹੈ, ਤੇ ਜਦੋਂ ਆਪਾਂ ਏਕਸ ਨਾਲ ਲਿਵ ਲਾ ਲਾਂਗੇ, ਮੋਹ ਮਾਇਆ ਖਤਮ। ਕਿਉਂਕਿ ਗੁਰਬਾਣੀ ਵਿੱਚ ਕਹਿੰਦੀ ਹੈ ਜਿਹੜਾ ਹਉਮੈ ਹੈ, ਮਾਇਆ ਹੈ, ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾ ਜਖਾਇਆ। ਤੇ ਇੱਕ ਪਾਸੇ ਹੋਰ ਕਹਿੰਦੀ ਹਉਮੈ ਮਮਤਾ ਮੋਹਣੀ। ਹਉਮੈ ਨੂੰ ਹੀ ਮਾਇਆ ਆਖਦੇ ਨੇ, ਮਾਇਆ ਨੂੰ ਹੀ ਹਉਮੈ ਆਖਦੇ ਨੇ। ਗੁਰਬਾਣੀ ਕਹਿੰਦੀ ਹੈ ਜਦੋਂ ਏਕਸ ਨਾਲ ਲਿਵ ਲਾ ਲਏਗਾ ਨਾ, ਤਾਂ ਉਹਦੇ ਵਿੱਚ ਫਿਰ ਮਾਇਆ ਦਾ ਮੋਹ ਨਹੀਂ ਰਹਿ ਸਕਦਾ। ਫਿਰ ਅੰਦਰ ਗੁਰਬਾਣੀ ਵਰਤੀ ਜਗ ਅੰਤਰ, ਜਿਸ ਨੂੰ ਆਪਾਂ ਪਿਛਲੇ ਬੰਦਾ ਸਭ ਸਮਝ ਕੇ ਆਏ। ਇਹ ਗੁਰਮਤ ਦਾ ਵੇਦ, ਉਹ ਕਿਹੜਾ? ਜੋ ਗੁਰੂ ਦੇ ਮੁਖ ਤੋਂ ਨਿਕਲਿਆ ਹੋਇਆ ਸ਼ਬਦ, ਇਹਨੂੰ ਵੇਦ ਕਹਿੰਦੇ ਨੇ, ਗੁਰਮਤ ਦਾ। ਕਹਿੰਦੇ ਇਹਦੇ ਨਾਲ ਚਿੱਤ ਲਾ ਲੈ। ਕੀ ਹੋਏਗਾ? ਦੇਖੋ ਸਾਡੇ ਅੰਦਰ ਨਾ ਮਨ ਦੀਆਂ ਇੱਛਾਵਾਂ, ਅਸੀਂ ਕੋਈ ਇੱਛਾ ਕਰ ਸਕਦੇ ਹਾਂ, ਇਹ ਸਾਡੇ ਅੰਦਰ ਸ਼ਕਤੀ ਹੈ। ਰੱਬੀ ਨਿਯਮਾਂ ਵਿੱਚ ਹੀ, ਸਾਡੇ ਰੱਬੀ ਹੁਕਮਾਂ ਵਿੱਚ ਹੀ ਸਾਡੇ ਅੰਦਰ, ਸਾਰਿਆਂ ਦੇ ਅੰਦਰ ਇਹ ਸ਼ਕਤੀ ਹੈ ਕਿ ਅਸੀਂ ਕੁਝ ਨਾ ਕੁਝ ਇੱਛਾ ਕਰ ਸਕਦੇ ਹਾਂ।
ਉਹ ਸਤਿਗੁਰੂ ਨੂੰ ਗੁਰਬਾਣੀ ਚ ਕੀ ਦੱਸਿਆ ਗਿਆ? ਕਹਿੰਦੇ ਉਹ ਇੱਛਾ ਪੂਰਕ ਸਰਬ ਸੁਖ ਦਾਤਾ ਹੈ, ਉਹ ਇੱਛਾ ਪੂਰਾ ਕਰੇਗਾ ਤੇਰੀ। ਇੱਛਾ ਕੀ ਕਰਨੀ ਹੈ ਇਹ ਅਸੀਂ ਕਰ ਸਕਦੇ ਹਾਂ, ਕਿਹੜੀ ਇੱਛਾ ਤੂੰ ਰੱਖ ਸਕਦੇ, ਸਾਡੇ ਹੱਥ ਹੈ। ਇਹ ਸਾਡੇ ਹੱਥ ਕੰਟਰੋਲ ਦਿੱਤਾ ਵੀ ਤੂੰ ਕੀ ਜੋ ਇੱਛਾ ਕਰਨੀ ਹੈ ਕਰ ਲੈ। ਔਰ ਸਤਿਗੁਰੂ ਦੇ ਬਾਰੇ ਗੁਰਬਾਣੀ ਕਹਿੰਦੀ ਉਹ ਇੱਛਾ ਪੂਰਕ ਸਰਬ ਸੁਖ ਦਾਤਾ ਹੈ, ਉਹ ਤੇਰੀ ਜੋ ਇੱਛਾ ਹੋਏਗੀ ਪੂਰਾ ਕਰ ਦੇਗਾ। ਹੁਣ ਇੱਥੇ ਜਿਹੜੀ ਇੱਛਾ ਕਰਨ ਲਈ ਕਹਿੰਦੇ ਨੇ ਤ੍ਰਿਭਿਦ, ਜਦੋਂ ਸਾਡਾ ਮਨ ਇੱਕਸ ਦੇ ਨਾਲ ਲਿਵ ਨਹੀਂ ਲਾਂਦਾ, ਅੰਦਰ ਮਾਇਆ ਮੋਹ ਪਸਿਆ, ਤੇ ਇਹਦੀਆਂ ਇੱਛਾਵਾਂ ਕਿਹੜੀਆਂ ਹੁੰਦੀਆਂ? ਮਾਇਆ ਕਿਸ ਨੂੰ ਕਹਿੰਦੇ ਨੇ? ਤ੍ਰੈ ਗੁਣ ਨੂੰ ਹੀ ਮਾਇਆ ਕਹਿੰਦੇ ਨੇ, ਰਜ ਗੁਣ, ਤਮ ਗੁਣ, ਸਤ ਗੁਣ, ਇਹ ਤੇਰੀ ਸਭ ਮਾਇਆ, ਇਸੇ ਨੂੰ ਮਾਇਆ ਕਹਿੰਦੇ। ਜਦੋਂ ਅਸੀਂ ਇੱਕਸ ਦੇ ਨਾਲ ਲਿਵ ਨਹੀਂ ਲਾਉਂਦੇ ਹਾਂ, ਸਤਿਗੁਰੂ ਜੀ ਦੇ ਸ਼ਬਦ ਦੇ ਨਾਲ ਲਿਵ ਨਹੀਂ ਲਾਉਂਦੇ ਹਾਂ, ਤਾਂ ਸਾਡੀਆਂ ਇੱਛਾਵਾਂ ਕਿਹੜੀਆਂ ਹੁੰਦੀਆਂ? ਮਾਇਆ ਵਾਲੀਆਂ। ਜਦੋਂ ਅਸੀਂ ਇੱਕਸ ਦੇ ਨਾਲ ਲਿਵ ਲਾਉਂਦੇ ਹਾਂ ਤਾਂ ਸਾਡਾ ਮਾਇਆ ਮੋਹ ਚੁਕਾਜ ਖਤਮ ਹੋ ਜਾਂਦਾ ਹੈ, ਭਾਵ ਸਾਡੀਆਂ ਮਨ ਦੀਆਂ ਜਿਹੜੀਆਂ ਤ੍ਰੈ ਗੁਣ ਵਾਲੀਆਂ ਇੱਛਾਵਾਂ ਉਹ ਖਤਮ ਹੋ ਜਾਂਦੀਆਂ ਨੇ, ਅੰਦਰ ਹੀ ਸਮਾ ਜਾਂਦੀਆਂ ਨੇ, ਪਤਾ ਨਹੀਂ ਕਿੱਥੇ ਖਤਮ ਹੋ ਜਾਂਦੀਆਂ। ਕਿਹੜੀਆਂ ਇੱਛਾਵਾਂ ਪੈਦਾ ਹੋ ਜਾਂਦੀਆਂ ਉਹ ਵੀ ਗੁਰਬਾਣੀ ਕੇ ਦੱਸਦੀ ਹੈ। ਸਤਿਗੁਰੂ ਜੀ ਸਾਨੂੰ ਕਹਿੰਦੇ ਨੇ, ਗੋਬਿੰਦ ਉਜਲ ਉਜਲ ਹੰਸਾ, ਮਨ ਬਾਣੀ ਨਿਰਮਲ ਮੇਰੀ ਮਨਸਾ। ਜਦੋਂ ਮਨ ਬਾਣੀ ਦਾ ਰੂਪ ਬਣ ਹੋ ਜਾਂਦਾ ਹੈ, ਬਾਣੀ ਵਿੱਚ ਸਮਾ ਜਾਂਦਾ ਹੈ, ਗੁਰੂ ਦੇ ਮੁਖ ਤੋਂ ਨਿਕਲ ਹੋਏ ਇੱਕ ਸ਼ਬਦ ਵਿੱਚ ਸਮਾ ਜਾਂਦਾ ਹੈ, ਸ਼ਬਦ ਦੀ ਮੱਤ ਧਾਰਨ ਕਰ ਲੈਂਦਾ ਹੈ, ਉਹਨੂੰ ਕਹਿੰਦੇ ਆ ਮਨ ਬਾਣੀ। ਉੱਤੇ ਮਨ ਦੇ ਨੰਨੇ ਨੂੰ ਔਂਕੜ ਹੈ। ਦੁਬਾਰਾ ਸ਼ਬਦ ਅਗਰ ਵੀ ਜੀ ਸਾਹਮਣੇ ਡਿਸਪਲੇ ਕਰਨ ਤਾਂ ਸੰਗਤ ਨੂੰ ਫਾਇਦਾ ਹੋਏਗਾ। ਹਾਂ, ਮਨ ਗੋਬਿੰਦ ਉਜਲ ਉਜਲ ਹੰਸਾ, ਮਨ ਬਾਣੀ। ਜਦੋਂ ਮਨ ਬਾਣੀ ਦਾ ਸਰੂਪ ਬਣ ਜਾਂਦਾ, ਭਾਵ ਬਾਣੀ ਨੂੰ ਧਾਰਨ ਕਰ ਲੈਂਦਾ, ਬਾਣੀ ਦੀ ਵਿਚਾਰਧਾਰਾ ਦੇ ਵਿੱਚ ਸਮਾ ਜਾਂਦਾ ਹੈ, ਉਦੋਂ ਇਹਦੀ ਮਨਸਾ ਕਿਹੜੀ ਬਣ ਜਾਂਦੀ ਹੈ? ਨਿਰਮਲ। ਨਿਰਮਲ ਕੀ ਹੈ? ਨਿਰਮਲ 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 ਤੇਰੀ ਬਾਣੀ। ਪਹਿਲਾਂ ਇਹਦਾ ਕੀ ਸੀ? ਪਹਿਲਾਂ ਇਹਦੇ ਅੰਦਰ ਮਾਇਆ ਸੀ, ਇਹਦੀ ਮਨਸਾ ਤ੍ਰੈਗੁਣੀ ਮਨਸਾ। ਹੁਣ ਇਹਦੇ ਅੰਦਰ ਬਾਣੀ, ਮਨ ਬਾਣੀ ਦਾ ਸਰੂਪ ਹੋ ਗਿਆ, ਭਾਵ ਬਾਣੀ ਵਿੱਚ ਮਰਜ ਹੋ ਗਿਆ, ਬਾਣੀ ਦੀ ਵਿਚਾਰਧਾਰਾ ਇਹਨੇ ਧਾਰਨ ਕਰ ਲਈ। ਉਦੋਂ ਇਹਦੀ ਮਨਸਾ ਬਦਲ, ਇੱਛਾਵਾਂ ਬਦਲ ਜਾਂਦੀਆਂ। ਉਦੋਂ ਇਹਦੀ ਇੱਛਾਵਾਂ ਕਿਹੜੀਆਂ ਹੁੰਦੀਆਂ ਨੇ? ਮਨਸਾ ਬਾਰੇ ਅਸੀਂ ਨਾ ਜਦੋਂ ਆਨੰਦ ਕਾਰਜ ਕਰਵਾਉਂਦੇ ਆ ਰਾਗੀ ਸਿੰਘ, ਤੇ ਉਦੋਂ ਇੱਕ ਸ਼ਬਦ ਅਸੀਂ ਪੜ੍ਹਦੇ ਹਾਂ, ਜਦੋਂ ਆਨੰਦ ਕਾਰਜ ਹੋ ਜਾਂਦਾ ਨਾ, ਅਸੀਂ ਉਦੋਂ ਅਸੀਂ ਦੁਨਿਆਵੀ ਤੌਰ ਤੇ ਕਹਿੰਦੇ ਵੀ ਜਦੋਂ ਅਸੀਂ ਵਰ ਨੂੰ ਪਾ ਲੈਂਦੇ, ਜਦੋਂ ਇਸਤਰੀ ਆਪਣੇ ਪਤੀ ਦੁਨਿਆਵੀ ਪਤੀ ਨੂੰ ਪਾ ਲੈਂਦੇ, ਰਾਗੀ ਸਿੰਘ ਉਦੋਂ ਸ਼ਬਦ ਪੜ੍ਹਦੇ ਨੇ, ਕਹੋ ਨਾਨਕ ਮੈਂ ਵਰ ਕਰ ਪਾਇਆ, ਮੇਰੇ ਲਾਥੇ ਜੀ ਸਗਲ ਵਿਸੂਰੇ। ਉਹਦੀ ਪਹਿਲੀ ਤੁਕ ਹੈ। ਵਰ ਨੂੰ ਪਾਣ ਦੀ ਵੀ ਮਨਸਾ ਹੁੰਦੀ ਹੈ, ਤੇ ਜਦੋਂ ਉਹ ਮਨਸਾ ਪੂਰੀ ਹੋ ਜਾਂਦੀ ਹੈ ਤਾਂ ਉਹ ਇਸਤਰੀ ਦੇ ਰੂਪ ਵਿੱਚ ਸਤਿਗੁਰੂ ਜੀ ਨੇ ਸਾਨੂੰ ਉਹ ਬਾਣੀ ਸ਼ਬਦ ਦੀ ਕਿਰਪਾ ਕੀਤੀ। ਉਹਦੇ ਵਿੱਚ ਪਹਿਲੀ ਤੁਕ ਹੈ, ਕਹਿੰਦੇ ਨੇ ਪੂਰੀ ਆਸਾ ਜੀ ਮਨਸਾ ਮੇਰੀ ਰਾਮ, ਮੋਹੇ ਨਿਰਗੁਣ ਜੀ ਸਭ ਗੁਣ ਤੇਰੇ ਰਾਮ। ਜਦੋਂ ਸਾਰੇ ਗੁਣ ਅੰਦਰ ਆ ਜਾਂਦੇ ਨੇ, ਜਦੋਂ ਅਸੀਂ ਗੁਣਾਂ ਵਿੱਚ ਜੀਵਨ ਜੀਣ ਲੱਗ ਜਾਂਦੇ, ਇਸੀ ਨੂੰ ਕਹਿੰਦੇ ਨੇ ਕਹੋ ਨਾਨਕ ਮੈਂ ਵਰ ਕਰ ਪਾਇਆ, ਮੇਰੇ ਲਾਥੇ ਜੀ ਸਗਲ ਵਿਸੂਰੇ। ਜਿਸ ਨੂੰ ਕਹਿੰਦੇ ਲਾਥੇ ਜੀ ਸਗਲ ਵਿਸੂਰੇ, ਉਹਨੂੰ ਕਹਿੰਦੇ ਤ੍ਰਿਬਤ ਮਨਸਾ ਮਨੈ ਸਮਾਏ। ਜਿਹੜੀ ਮੇਰੀਆਂ ਮਾਇਆ ਦੀਆਂ ਇੱਛਾਵਾਂ ਸੀ ਨਾ ਉਹ ਖਤਮ ਹੋ ਗਈਆਂ, ਹੁਣ ਮੇਰੀ ਮਨਸਾ ਪੂਰੀ ਹੋ ਗਈ। ਮਨਸਾ ਕਿਹੜੀ ਸੀ ਮੇਰੀ? ਕਹੋ ਨਾਨਕ ਮੈਂ ਵਰ ਕਰ ਪਾਇਆ। ਜਿਸ ਨੂੰ ਉੱਥੇ ਵਰ ਕਰ ਪਾਇਆ ਆਖ ਰਹੇ ਨੇ ਨਾ, ਉਸੇ ਨੂੰ ਇੱਥੇ ਕਹਿ ਰਹੇ ਨੇ ਸਾਚੈ ਸ਼ਬਦ ਸਦਾ ਹੈ ਮੁਕਤਾ, ਮੇਰੇ ਲਾਥੇ ਜੀ ਸਗਲ ਵਿਸੂਰੇ। ਮੇਰੇ ਮਾਇਆ ਮੋਹ ਚੁਕਾਇਂਦਾ, ਮੇਰੇ ਸਾਰੇ ਮਾਇਆ ਮੋਹ ਦੇ ਅਵਗੁਣਾਂ ਦੇ ਵਿਕਾਰਾਂ ਦੇ ਜਿਹੜੇ ਅਵਗੁਣ ਸੀ ਨਾ, ਵਿਸ਼ ਵਿਸੂਰੇ ਦਾ ਭਾਵ ਜਿਹੜੇ ਅਵਗੁਣ ਮੈਨੂੰ ਮਾਰ ਦਿੰਦੇ ਸੀ, ਇਹਨੂੰ ਵਿਸ਼ ਬੋਲਿਆ ਜਾ ਰਿਹਾ। ਵਿਸੂਰੇ ਕਹਿ ਰਹੇ ਨੇ ਇਹਨਾਂ ਦੇ ਨਾਲ ਨਾ ਜਿਹੜੇ ਮਾਇਆ ਦੇ ਮੋਹ ਰੂਪੀ ਖਿਆਲ ਸੀ, ਇਹਨਾਂ ਨਾਲ ਮੇਰੇ ਨੇ ਮੱਤ ਮਰ ਜਾਂਦੀ ਸੀ, ਉਹ ਮੇਰੀ ਖਤਮ ਹੋ ਗਈ ਹੈ। ਇਹ ਜਿਹੜੇ ਅਵਗੁਣਾ ਰੂਪੀ ਵਿਸ਼ ਸੀ ਨਾ, ਖਤਮ ਹੋ ਗਿਆ ਮੇਰੇ ਅੰਦਰ। ਪਰ ਕਦੋਂ? ਜਦੋਂ ਮੈਂ ਵਰ ਕਰ ਪਾਇਆ। ਘਰ ਲਫ਼ਜ਼ ਆ ਰਿਹਾ ਇੱਥੇ, ਉਸੇ ਨੂੰ ਹੀ ਗੁਰਬਾਣੀ ਵਿੱਚ ਕਹਿੰਦੇ ਮਨਸਾ ਧਾਰ ਜੋ ਘਰ ਤੇ ਆਵੇ। ਇੱਕ ਅਸੀਂ ਹੋਰ ਮਨਸਾ ਲੈ ਕੇ ਗੁਰੂ ਦੇ ਦਾ, ਅਸੀਂ ਦੋ ਮਨਸਾਵਾਂ ਕਰ ਸਕਦੇ ਹਾਂ, ਜਾਂ ਚੰਗੀਆਂ ਇੱਛਾ ਰੱਖ ਸਕਦੇ ਹਾਂ ਜਾਂ ਮਾੜੀਆਂ ਇੱਛਾ ਕਰਨ ਦੀ ਸਾਡੇ ਅੰਦਰ ਸ਼ਕਤੀ ਹੈ, ਇਹ ਪਾਈ ਹੈ ਰੱਬੀ ਨੇ ਹੁਕਮਾਂ ਵਿੱਚ ਹੀ ਹੈ। ਅਸੀਂ ਕੁਝ ਵੀ ਇੱਛਾ ਕਰ ਸਕਦੇ ਹਾਂ, ਚੰਗੀ ਜਾਂ ਮਾੜੀ। ਲੇਕਿਨ ਜਦੋਂ ਅਸੀਂ ਮਨਸਾ ਧਾਰ ਜੋ ਘਰ ਤੇ ਆਵੇ, ਕਿਹੜੀ ਮਨਸਾ? ਜਨਮ ਮਰਨ ਮਿਟਾਉਣ ਵਾਲੀ ਮਨਸਾ। ਉਹਦੇ ਨਾਲ ਕੀ ਹੁੰਦਾ? ਕਹਿੰਦੇ ਨੇ ਗੁਰੂ ਸਾਧ ਦੀ ਸੰਗਤ ਦੇ ਨਾਲ ਜਨਮ ਮਰਨ ਮਿਟਾਵੇ। ਉਹ ਜਨਮ ਮਰਨ ਦੀ ਮਨਸਾ ਲੈ ਕੇ ਜਿਹੜਾ ਗੁਰੂ ਦੇ ਦਰ ਤੇ ਆਂਦਾ ਹੈ ਨਾ, ਸਾਧ ਦਾ ਸੰਗ ਕਰਦਾ ਹੈ, ਉਹਦੀ ਇਹ ਮਨਸਾ ਵੀ ਪੂਰਨ ਹੋ ਜਾਂਦੀ। ਕਿਉਂ? ਕਿਉਂਕਿ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਹੈ। ਉਹਨੇ ਇੱਛਾ ਪੂਰੀ ਕਰਨੀ ਹੈ। ਇੱਛਾ ਕੀ ਕਰਨੀ ਹੈ ਉਹ ਸਾਡੇ ਹੱਥ ਹੈ। ਅਸੀਂ ਆਪਣੇ ਆਪ ਨੂੰ ਦੇਖੀਏ, ਸਾਡੀਆਂ ਇੱਛਾਵਾਂ ਗਲਤ ਨਾ ਹੋਣ, ਕਿਉਂਕਿ ਜੋ ਇੱਛਾ ਅਸੀਂ ਕਰਾਂਗੇ ਸਾਡੀ ਇੱਛਾ ਪੂਰਨ ਹੋ ਜਾਣੀ ਹੈ। ਕਿਉਂਕਿ
ਗੁਰੂ ਹੈ ਨਾ ਜਿਸਨੂੰ ਕਹਿੰਦੇ ਗੁਰ ਸਮਰੱਥ, ਗੁਰ ਮਨਸਾ ਪੂਰੇ ਵਾਲੀ ਤੁਕ ਹੁਣੇ ਜਿਹੜੀ ਆਪਾਂ ਕੋਟ ਕੀਤੀ ਸੀ, ਗੁਰੂ ਜਿਹੜੀ ਅਸੀਂ ਮਨਸਾ ਧਾਰਨ ਕਰਾਂਗੇ ਉਹ ਪੂਰੀ ਕਰਨ ਵਾਲਾ ਹੈ, ਇੱਛਾ ਪੂਰਨ ਕਰਨ ਵਾਲਾ ਸੁਖਦਾਤਾ ਹੈ ਉਹ। ਅਸੀਂ ਇੱਛਾ ਗਲਤ ਨਹੀਂ ਕਰਨੀ। ਹਾਂ, ਜੋ ਇੱਛਾ ਕਰ ਲਾਂਗੇ ਫਿਰ ਉਹ ਸਾਡੀ ਪੂਰਨ ਹੋ ਜਾਏਗੀ। ਇੱਛਾ ਮਾੜੀ ਤੇ ਮਾੜੀ ਇੱਛਾ ਵੀ ਪੂਰਨ ਹੋ ਜਾਏਗੀ, ਇੱਛਾ ਚੰਗੀ ਤੇ ਚੰਗੀ ਇੱਛਾ ਪੂਰਨ। ਅਸੀਂ ਕੀ ਕਰੀਏ, ਅਸੀਂ ਸਤਿਗੁਰੂ ਜੀ ਨੂੰ ਇਹ ਕਹੀਏ, ਸਤਿਗੁਰੂ ਜੀ ਮੇਰਾ ਪਲ ਪਲ ਜਨਮ ਮਰਨ ਹੋ ਰਿਹਾ ਹੈ, ਪਰ ਧਨ ਪਰ ਤਨ ਪਰਤੀ ਨਿੰਦਾ ਪਰ ਪਵਾਦ ਨਾ ਛੁਟਾ ਆਵਾਗਮਨ ਹੋਤਾ ਫੁਨ ਫੁਨ। ਇਹ ਛੁੱਟ ਰਿਹਾ ਸਤਿਗੁਰੂ ਜੀ, ਮੇਰੀ ਹੁਣ ਇੱਛਾ ਹੈ, ਮੈਂ ਚਾਹੁੰਦਾ ਹਾਂ ਮੇਰਾ ਜਨਮ ਮਰਨ ਮਿਟਾ, ਮੈਂ ਇਸ ਕਰਕੇ ਤੇਰੇ ਘਰ ਤੇ ਆਇਆ। ਤੇ ਫਿਰ ਉਹਨੂੰ ਕਹਿੰਦੇ ਨੇ ਇਹ ਤੇਰੀ ਇੱਛਾ ਹੈ, ਕਹਿੰਦੇ ਪੂਰੀ ਹੋਏਗੀ। ਉਸੇ ਨੂੰ ਕਹਿੰਦੇ ਨੇ ਪੂਰੀ ਆਸਾ ਜੀ ਮਨਸਾ ਮੇਰੀ ਰਾਮ ਮੋਹ ਨਿਰਗੁਣ ਜੀ। ਸਤਿਗੁਰੂ ਜੀ ਮੇਰੇ ਚ ਬਹੁਤ ਔਗੁਣ ਹੀ ਔਗੁਣ ਹੈ, ਇੱਕ ਵੀ ਗੁਣ ਨਹੀਂ ਹੈ, ਸਭ ਗੁਣ ਤੇਰੇ, ਤੂੰ ਗੁਣ ਦੇ ਦਿੰਦਾ ਹੈ, ਉਹ ਇੱਛਾ ਮੇਰੀ ਪੂਜਨ ਕਰ ਦਿੰਦਾ। ਇਸੇ ਨੂੰ ਕਹਿੰਦੇ ਹੈ ਕਹੋ ਨਾਨਕ ਮੈਂ ਵਰ ਘਰ ਪਾਇਆ। ਜਨਮ ਮਰਨ ਮਿਟਾਉਣ ਦਾ ਭਾਵ ਅੰਦਰ ਜਦੋਂ ਅਸੀਂ ਸਤਿਗੁਰ ਕੇ ਜਨਮਿਆ ਕਰਦੇ ਨਾ, ਗਵਨ ਮਿਟ ਜਾਂਦਾ, ਆਵਾਗਮਨ ਮਿਟ ਜਾਂਦਾ। ਇਹ ਇੱਛਾ ਅਸੀਂ ਕਰਨੀ ਹੈ ਵੀ ਅਸੀਂ ਸੱਚੇ ਸ਼ਬਦ ਦੇ ਵਿੱਚ ਮਿਲ ਕੇ ਸ਼ਬਦ ਦਾ ਰੂਪ ਹੋ ਜਾਈਏ ਤੇ ਅਸੀਂ ਇਸੇ ਨੂੰ ਵਰ ਕਰ ਪਾਣਾ। ਸ਼ਬਦ ਦੀ ਪ੍ਰਾਪਤੀ ਹੀ ਸਾਡਾ ਵਰ ਘਰ ਦੇ ਵਿੱਚ ਵਰ ਨੂੰ ਪਾਣਾ। ਇਸੇ ਨੂੰ ਕਹਿੰਦੇ ਨਿਜ ਕਰ ਮਹਿਲ ਪਾਵੋ ਸੁਖ ਸਹਿਜੀ, ਬੋਰ ਨਾ ਹੋਏ ਗੋ ਫੇਰਾ। ਉਹ ਸਾਡਾ ਆਵਾਗਮਨ, ਮਨਸਾ ਤਾਰ ਜੋ ਘਰ ਤੇ ਆਵੇ, ਨਿਜ ਘਰ ਤੇ ਆਵੇ, ਮਨਸਾ ਤਾਰ ਜੋ ਘਰ ਤੇ ਆਵੇ, ਸਾਧ ਸੰਗ ਜਨਮ ਮਰਨ ਮਿਟਾਵੇ। ਇਹਨੂੰ ਕਹਿੰਦੇ ਨਿਜ ਕਰ ਮਹਿਲ ਪਾਵੋ ਸੁਖ ਸਹਿਜੀ, ਬੋਰ ਨਾ ਹੋਏ ਗੋ ਫੇਰਾ, ਜਨਮ ਮਰਨ ਮਿਟਾਵੇ। ਇਹ ਮਨਸਾ ਪੂਰੀ ਹੋ ਜਾਂਦੀ ਹੈ, ਜਨਮ ਮਰਨ ਵੀ ਮਿਟ ਜਾਂਦਾ ਹੈ। ਮਾਇਆ ਦਾ ਮੋਹ ਵਿੱਚ ਜਿਹੜਾ ਸਾਡਾ ਅਵਗੁਣਾ ਵਿੱਚ ਪਲ ਪਲ ਅਸੀਂ ਜੰਮਦੇ ਮਰਦੇ ਹਾਂ, ਉਹ ਖਤਮ ਹੋ ਜਾਂਦਾ। ਲੇਕਿਨ ਕਿਉਂ? ਮਨਸਾ ਸਾਡੀ ਜਦੋਂ ਨਿਰਮਲ ਬਣੇਗੀ। ਨਿਰਮਲ ਮਨਸਾ ਕਦੋਂ ਬਣੇਗੀ? ਮਨ ਵਿੱਚ ਬਾਣੀ ਵਸਾਈ, ਮਨ ਬਾਣੀ ਨਿਰਮਲ ਮੇਰੀ ਮਨਸਾ, ਨਿਰਮਲ ਮੇਰੀ ਮਨਸਾ ਹੋ ਜਾਏਗੀ। ਨਿਰਮਲ ਮਨਸਾ ਪੂਰੀ ਸਤਿਗੁਰੂ ਜੀ ਕਰ ਦੇਣਗੇ। ਹਾਂਜੀ ਧੰਨਵਾਦ ਵੀਰ ਜੀ। ਜੋ ਮੈਂ ਓਟ ਗਈ ਪ੍ਰਭ ਤੇਰੀ, ਤਾਂ ਪੂਰਨ ਹੋਈ ਮਨਸਾ ਮੇਰੀ। ਬਸ ਓਟ ਪਕੜ ਲਈਏ, ਗੁਰੂ ਦੇ ਚਰਨਾਂ ਨੂੰ ਪਕੜ ਲਈਏ, ਗੁਰੂ ਦੇ ਸ਼ਬਦ ਨੂੰ ਪਕੜ ਲਈਏ ਕਿ ਮਨ ਦੇ ਫੁਰਨੇ ਜਿਹੜੇ ਹਨ ਉਹ ਨੈਗੇਟਿਵ ਤੋਂ ਪੋਜ਼ਿਟਿਵ ਹੋ ਜਾਣ ਤੇ ਪੋਜ਼ਿਟਿਵ ਹੋ ਕੇ ਅਸੀਂ ਜੀਵਨ ਵੀ ਪੋਜ਼ਿਟਿਵ ਵੇ ਵਿੱਚ ਬਤੀਤ ਕਰ ਸਕੀਏ। ਧੰਨਵਾਦ ਆਪ ਜੀ ਦਾ। ਸਾਡੇ ਨਾਲ ਮਾਨਯੋਗ ਗੁਰਦੀਪ ਸਿੰਘ ਜੀ ਨਾਲ ਹਾਜ਼ਰੀ ਭਰ ਰਹੇ ਹਨ ਤੇ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਵੀ ਜੀ ਆਪ ਜੀ ਆਡੀਓ ਔਨ ਕਰਕੇ ਜੀ ਆਇਆਂ ਨੂੰ ਕਹਿਣਾ ਸਾਰੀ ਸੰਗਤ ਵੱਲੋਂ। ਆਪ ਜੀ ਨੇ ਆ ਕੇ ਮਾਣ ਵਧਾਇਆ ਸਾਡਾ, ਧੰਨਵਾਦ ਆਪ ਜੀ ਦਾ। ਆਪ ਜੀ ਵੀ ਜੀ ਜ਼ਰੂਰ ਵਿਚਾਰ ਦਿਆ ਜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਵੀਰ ਜੀ। ਵੀਰ ਸੁਖਵਿੰਦਰ ਸਿੰਘ ਹੋਣਾ ਨੇ, ਵੀਰ ਇਕਬਾਲ ਸਿੰਘ ਹੋਣਾ ਨੇ ਔਰ ਭੈਣ ਜੀ ਹੋਣਾ ਨੇ ਬਹੁਤ ਸੁੰਦਰ ਵਿਚਾਰ ਦਿੱਤੇ ਨੇ ਔਰ ਮੈਨੂੰ ਲੱਗਦਾ ਨਹੀਂ ਵੀ ਕੋਈ ਲੋੜ ਹੈ ਹੋਰ ਫਰਦਰ ਐਕਸਪਲੇਨੇਸ਼ਨ ਦੀ। ਤੇ ਸਿਰਫ ਜਿਹੜੀ ਵੀਰ ਜੀ ਗੱਲ ਕਰ ਰਹੇ ਸੀ, ਜਦੋਂ ਗੁਰੂ ਨਾਲ ਜੁੜਦੇ ਹਾਂ, ਸ਼ਬਦ ਨਾਲ ਜੁੜਦੇ ਹਾਂ ਤਾਂ ਮਨ ਦਾ ਸੁਭਾਅ ਜਿਹੜਾ ਹੈ ਉਹ ਬਿਲਕੁਲ ਮਨਮੁਖਤਾਈ ਤੋਂ ਗੁਰਮੁਖ ਵਾਲਾ ਪਾਸਾ ਹੋ ਜਾਂਦਾ ਤੇ ਉਹ ਤੁਹਾਡੀ ਪਰਸੈਪਟ ਜਿਹੜੀ ਹੈ ਔਰ ਤੁਹਾਡੀਆਂ ਮੰਗਾਂ ਜਿਹੜੀਆਂ, ਤੁਹਾਡਾ ਵਰਤਨ ਵਿਹਾਰ ਜਿਹੜਾ ਸਾਰਾ ਕੁਛ ਉਹ ਗੁਰੂ ਆਸ਼ੇ ਅਨੁਸਾਰ ਹੋ ਜਾਂਦਾ। ਫਿਰ ਮਨ ਹੀ ਕਹਿੰਦਾ ਹੈ ਤੂੰ ਮੇਰੋ ਪਿਆਰੋ ਤਾਂ ਕੈਸੀ ਭੂਖਾ, ਤੂੰ ਮਨ ਵਸਿਆ ਲਗੇ ਨਾ ਦੁਖਾ। ਔਰ ਗੁਰੂ ਦੇ ਸ਼ਬਦ ਹੀ ਅਗਵਾਈ ਦਿੰਦਾ ਵੀ ਅਸੀਂ ਕਿਹੜੀਆਂ ਮੰਗਾਂ ਤਿਆਗਣੀਆਂ ਤੇ ਕਿਹੜੀਆਂ ਜਿਹੜੀਆਂ ਮੰਗਾਂ ਜਿਹੜੀਆਂ ਆਪਣੀਆਂ ਉਹ ਸ਼ਾਮਿਲ ਕਰਨੀਆਂ। ਗੁਰੂ ਕੋਲੋਂ ਮੰਗਣਾ ਕੀ ਹੈ? ਜਿਵੇਂ ਆਪਾਂ ਬਚਨ ਪੜ੍ਹਦੇ ਹਾਂ, ਤਿਆਗਨਾ ਤਿਆਗਨ ਨੀਕਾ, ਕਾਮ ਕ੍ਰੋਧ ਲੋਭ ਤਿਆਗਨਾ, ਮੰਗਣਾ ਮੰਗਨ ਨੀਕਾ, ਹਰ ਜਸ ਗੁਰ ਤੇ ਮੰਗਣਾ। ਨਾਲੇ ਗੁਰੂ ਦਾ ਸ਼ਬਦ ਇਹ ਵੀ ਸਮਝਾ ਦਿੰਦਾ ਵੀ ਜਿਹੜੀਆਂ ਤੂੰ ਇੱਕ ਮਿਸਕਨਸੈਪਸ਼ਨ ਪਾਲੀ ਹੋਈ ਹੈ, ਭੁਲੇਖਾ ਪਾਲਿਆ ਵੀ ਸ਼ਾਇਦ ਜੇ ਪਦਾਰਥਾਂ ਦੀ ਬਹੁਤਾਤ ਹੋ ਜਾਏਗੀ ਤਾਂ ਜੀਵਨ ਸੁਖੀ ਹੋ ਜਾਏਗਾ, ਆਨੰਦਮਈ ਹੋ ਜਾਏਗਾ। ਗੁਰੂ ਸਾਹਿਬ ਨੇ ਉਹਦਾ ਬਹੁਤ ਪਿਆਰਾ ਸਾਨੂੰ ਸਮਝਾਇਆ ਵੀ ਸੁਖ ਨਾਹੀਂ ਬਹੁਤੈ ਤਨ ਖਾਟੈ, ਸੁਖ ਨਾਹੀਂ ਪੇਖੇ ਨਿਤ ਨਾਟੈ, ਸੁਖ ਨਾਹੀਂ ਬਹੁ ਦੇਸ਼ ਕਮਾਏ, ਸਰਬ ਸੁਖਾਂ ਹਰ ਹਰ ਗੁਣ ਗਾਏ। ਔਰ ਇਹ ਵੀ ਸਾਹਿਬ ਸਮਝਾਉਂਦੇ ਨੇ ਸਰਬ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਇਹ ਭਾਵੇਂ ਸਾਰੇ ਸੰਸਾਰ ਦਾ ਤੈਨੂੰ ਰਾਜ ਭਾਗ ਵੀ ਮਿਲ ਜਾਏ, ਜੇ ਪਰਮਾਤਮਾ ਦੀ ਬੰਦਗੀ ਤੋਂ ਸਿਮਰਨ ਤੋਂ ਟੁੱਟਾ ਹੋਇਆ ਤਾਂ ਸੁੱਖ ਨਹੀਂ ਪਾ ਸਕਦਾ। ਸੋ ਜਿਹੜਾ ਗੁਰੂ ਪਾਤਸ਼ਾਹ ਦਾ ਬਚਨ, ਹਰ ਇੱਕ ਬਚਨ ਅਗਵਾਈ ਦਿੰਦਾ ਸਾਨੂੰ ਕਿ ਕਿਵੇਂ ਜੀਵਨ 'ਚ ਤੁਰਨਾ, ਕਿਵੇਂ ਕਰਨਾ। ਬਿਨ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ, ਦੇਹੋ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ। ਸੋ ਜਦੋਂ ਗੁਰੂ ਦੇ ਸ਼ਬਦ ਰਾਹੀਂ ਮਨ ਨੂੰ ਸਮਝ ਆ ਜਾਂਦੀ ਕਿ ਜਿਹੜੇ ਪਦਾਰਥ ਦੁਨੀਆ ਮੰਗਦੀ ਪਈ ਹੈ ਮੈਂ ਵੀ ਉਹ ਮੰਗਣ ਤੁਰ ਜਾਵਾਂ, ਤਾਂ ਉਹਨਾਂ ਦਾ ਨਤੀਜਾ ਜਿਹੜਾ ਉਹ ਸੁੱਖਾਂ 'ਚ ਤਬਦੀਲ ਨਹੀਂ ਹੋਣਾ,
ਇਸ ਕਰਕੇ ਗੁਰੂ ਦਾ ਸ਼ਬਦ ਜਿਨ੍ਹਾਂ ਦੇ ਮਨ 'ਚ ਟਿਕ ਗਿਆ, ਗੁਰੂ ਦੇ ਬਚਨਾਂ ਤੇ ਭਰੋਸਾ ਬਣ ਗਿਆ, ਫਿਰ ਉਹੀ ਮੰਗਣਗੇ ਵੀ ਸਭੈ ਥੋਕ ਪ੍ਰਾਪਤ ਜੇ ਆਵੇ ਖਤ, ਵੀ ਜਿਹੜਾ ਸਾਰੀਆਂ ਦਾਤਾਂ ਦਾ ਸਭ ਸੁਖ ਦਾਤਾ ਰਾਮ ਹੈ, ਦੂਸਰ ਨਾਹਿਨ ਕੋਏ। ਸਾਰੇ ਸੁਖ ਦੇਣ ਵਾਲਾ, ਸਾਰੀਆਂ ਦਾਤਾਂ ਦੇਣ ਵਾਲਾ ਉਹ ਮਾਲਕ ਹੈ, ਗੁਰੂ ਪਰਮੇਸ਼ਰ ਹੈ। ਤੇ ਜੇ ਉਹਦੇ ਨਾਲ ਇੰਟੀਮੇਟ ਰਿਲੇਸ਼ਨ ਬਣ ਜਾਵੇ, ਨਿਜ ਨੇੜਤਾ ਬਣ ਜਾਵੇ, ਤਾਂ ਫਿਰ ਮੈਨੂੰ ਕਿਸੇ ਕਿਸਮ ਦੀ ਕੋਈ ਥੋੜ ਕਮੀ ਰਹਿਣੀ ਹੋਈ ਨਹੀਂ। ਸੋ ਆ ਸ਼ਬਦ ਦੀ ਬਰਕਤ ਹੈ, ਗੁਰੂ ਦੇ ਬਚਨਾਂ ਦੀ, ਗੁਰੂ ਦੇ ਸੰਗਤ ਦੀ ਬਰਕਤ ਹੈ ਕਿ ਮਨ ਨੂੰ ਕੀ ਮੰਗਣਾ ਹੈ, ਕੀ ਨਹੀਂ ਮੰਗਣਾ, ਔਰ ਕੀ ਮੇਰੇ ਕੋਲ ਹੋਏਗਾ ਤਾਂ ਮੇਰਾ ਜੀਵਨ ਸੁਖਮਈ ਹੋਏਗਾ, ਕਿਹੜੇ ਪਦਾਰਥ ਜਿਹੜੇ ਢੇਰਾਂ ਦੇ ਢੇਰ ਵੀ ਇਕੱਠੇ ਕਰ ਲਾਂਗਾ ਤੇ ਮੈਨੂੰ ਸੁੱਖ ਨਹੀਂ ਦੇ ਸਕਦੇ। ਇਹ ਗੁਰੂ ਦੇ ਬਚਨ ਰਾਹੀਂ, ਗੁਰੂ ਦੇ ਸ਼ਬਦ ਰਾਹੀਂ ਸਮਝ ਆ ਜਾਂਦੀ ਹੈ। ਆਪਾਂ ਪੜ੍ਹਦੇ ਵੀ ਹਾਂ ਬਾਣੀ ਦੇ ਵਿੱਚ, ਰੋਜ਼ ਜਪਜੀ ਸਾਹਿਬ 'ਚ ਪੜ੍ਹਦੇ ਹਾਂ। ਗੁਰੂ ਪਾਤਸ਼ਾਹ ਦੇ ਜਿਹੜੇ ਬਚਨ ਨੇ ਉਹ ਸਾਨੂੰ ਬਿਲਕੁਲ ਜਿਵੇਂ ਆਪਾਂ ਪੜ੍ਹਦੇ ਹਾਂ ਬਚਨ, ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਜੋ ਦੁਨੀਆ ਦੀ ਪਰਸੈਪਟ ਹੈ, ਦੁਨੀਆ ਦੇ ਕੰਸੈਪਟ ਨੇ ਸੁੱਖ ਦੇ ਤਰੀਕੇ, ਸੁੱਖ ਦੇ ਸਾਧਨ ਇਕੱਠੇ ਕਰਨ ਵਾਲੀ, ਗੁਰਮਤ ਬਿਲਕੁਲ ਉਹਦੇ ਆਪੋਜ਼ਿਟ ਗੱਲ ਕਰਦੀ ਹੈ। ਗੁਰੂ ਦੇ ਬਚਨ ਇੱਥੇ ਤਾਂ ਪਾਤਸ਼ਾਹ ਨੇ ਧਨਵਾਨ ਵੀ ਉਹਨੂੰ ਕਿਹਾ, ਧਨਵੰਤ ਨਾਮ ਕੇ ਵਣਜਾਰੇ, ਕਿ ਜਿਹੜੇ ਨਾਮ ਦਾ ਵਣਜ ਵਪਾਰ ਕਰਨ ਵਾਲੇ ਨੇ ਉਹ ਅਸਲ 'ਚ ਧਨਵਾਨ ਨੇ। ਔਰ ਆਪਾਂ ਬਚਨ ਵੀ ਪੜ੍ਹਦੇ ਹਾਂ ਵੀ ਜਿਨ ਕੈ ਪੱਲਾ ਧਨ ਵਸੈ, ਤਿਨ ਕਾ ਨਾਮ ਫਕੀਰ, ਜਿਨ ਕੈ ਹਿਰਦੈ ਤੂੰ ਵਸੈ, ਤੇ ਨਿਰਗੁਣੀ ਗਹੀ। ਸੋ ਜਿਹੜਾ ਧਨ ਸੁੱਖ ਦੇ ਸਕਦਾ ਉਹ ਗੁਰੂ ਪਾਤਸ਼ਾਹ ਨੇ ਬਹੁਤ ਸੁੰਦਰ ਸਮਝਾ ਦਿੱਤਾ ਬਾਣੀ ਵਿੱਚ। ਫਿਰ ਆਪਾਂ ਰੋਜ਼ ਬਚਨ ਪੜ੍ਹਦੇ ਹਾਂ, ਬੜਾ ਪਿਆਰਾ ਹੈ। ਸਾਰੇ ਬਚਨ ਹੀਰੇ ਮੋਤੀ ਜਵਾਹਰਾਤ ਨੇ ਗੁਰੂ ਸਾਹਿਬ ਨੇ ਬਾਣੀ ਵਿੱਚ ਵੀ ਸਮਝਾਇਆ। ਲਾਲ ਜਵੇਹਰ ਭਰੇ ਭੰਡਾਰ, ਟੋਟ ਨਾ ਆਵੇ ਜਪ ਨਿਰੰਕਾਰ, ਜਿਸ ਨੂੰ ਬਖਸ਼ੇ ਸਿਫਤ ਸਾਲਾ, ਨਾਨਕ ਪਾਤਸ਼ਾਹੀ ਪਾਤਸ਼ਾਹ। ਉਹ ਤਾਂ ਪਾਤਸ਼ਾਹਾਂ ਦਾ ਪਾਤਸ਼ਾਹ, ਉਹ ਰੱਜ ਗਿਆ, ਉਹ ਤ੍ਰਿਪਤ ਹੋ ਗਿਆ, ਉਹਦੀਆਂ ਖੁਆਇਸ਼ਾਂ, ਤ੍ਰਿਸ਼ਨਾਵਾਂ, ਆਸ਼ਾ ਜਿਹੜੀਆਂ ਸੰਸਾਰਿਕ ਪਦਾਰਥਾਂ ਦੀਆਂ ਮੁੱਕ ਜਾਂਦੀਆਂ ਨੇ। ਜਿਹੜਾ ਸ਼ਬਦ ਵਿੱਚ ਆਪਣੇ ਮਨ ਨੂੰ, ਤਨ ਨੂੰ, ਸੁਰਤ ਨੂੰ, ਮਨ ਬਚ ਕਰਮਾਂ, ਜਿਹੜੇ ਉਹਦੇ ਕਰਮ ਨੇ ਉਹ ਸ਼ਬਦ ਦੇ ਅਨੁਸਾਰ, ਗੁਰੂ ਦੀ ਮੱਤ ਦੇ ਅਨੁਸਾਰ, ਗੁਰੂ ਦੇ ਆਸ਼ੇ ਅਨੁਸਾਰ ਹੋ ਜਾਂਦੇ ਨੇ। ਸੋ ਸਾਰੇ ਵੀਰਾਂ ਨੇ, ਭੈਣ ਜੀ ਹੁਣਾਂ ਨੇ ਬਹੁਤ ਸੁੰਦਰ ਸਮਝਾਇਆ। ਸਿਰਫ ਇੱਕ ਗੱਲ ਮੈਨੂੰ ਥੋੜੀ ਜਿਹੀ ਮੈਨੂੰ ਲੱਗਦਾ ਵੀ ਭੈਣ ਜੀ ਹੁਣੇ ਮੇਰੇ ਤੋਂ ਸੂਝਵਾਨ ਨੇ, ਉਹਨਾਂ ਨੇ 84 ਲੱਖ ਜੂਨਾਂ ਦੀ ਗੱਲ ਕੀਤੀ ਹੈ। ਗੁਰੂ ਸਾਹਿਬ ਨੇ ਸ਼ਬਦ ਵਰਤਿਆ ਹੈ ਬਾਣੀ 'ਚ ਬਹੁਤ ਵਾਰੀ, ਕਿਉਂਕਿ ਜਿਹੜੇ ਪ੍ਰਚਲਿਤ ਸ਼ਬਦ ਨੇ ਸਾਰੇ ਧਰਮਾਂ ਦੇ ਕੰਸੈਪਟ ਦੀ ਜਿੱਥੇ ਗੱਲ ਕੀਤੀ, ਜਿਵੇਂ ਹੁਣ ਪੁਰਸਲਾਤ ਦੀ ਗੱਲ ਕਰਦੇ ਨੇ, ਜਿਵੇਂ ਬਾਬਾ ਫਰੀਦ ਜੀ ਦੇ ਬਚਨਾਂ ਦੀ ਗੱਲ ਆਉਂਦੀ ਹੈ, ਤੇ ਹੋਰ ਵੀ ਜਿਹੜੀਆਂ ਗੱਲਾਂ ਨੇ, ਜਿਹੜਾ ਇਸਲਾਮ ਮੰਨਦਾ ਹੈ, ਲੇਕਿਨ ਉਹਦਾ ਮਤਲਬ ਇਹ ਨਹੀਂ ਕਿ ਗੁਰੂ ਸਾਹਿਬ ਭਿਸ਼ਟ ਜਾਂ ਸਵਰਗ ਨਰਕ ਦੇ ਜਿਹੜੇ ਉਹ ਇਸਲਾਮ ਦੇ ਜਾਂ ਸਨਾਤਨ ਮਤ ਦੇ ਜਾਂ ਦੂਜੇ ਧਰਮਾਂ ਦੇ ਕੰਸੈਪਟ ਨੇ ਉਹਨਾਂ ਨੂੰ ਐਂਡੋਰਸ ਕਰਦੇ, ਐਂਡੋਰਸ ਨਹੀਂ ਕਰਦੇ ਗੁਰੂ ਸਾਹਿਬ। ਉਹ ਇੱਕ ਟੂਕ ਮਾਤਰ ਗੁਰੂ ਸਾਹਿਬ ਨੇ ਸ਼ਬਦ ਵਰਤਿਆ, ਜਿਹੜਾ 84 ਲੱਖ ਜੂਨਾ ਬਹੁਤ ਵਾਰੀ ਵਰਤਿਆ ਬਾਣੀ ਵਿੱਚ। ਲੇਕਿਨ ਆਪਾਂ ਸੁਖਮਨੀ ਸਾਹਿਬ ਵਿੱਚ ਪੜ੍ਹਦੇ ਹਾਂ, ਕਈ ਕੋਟ ਖਾਣੀਆਂ ਰਖੰਡ, ਕਈ ਕੋਟ ਆਕਾਸ਼ ਬ੍ਰਹਿਮੰਡ। ਜਿਹੜਾ ਸਨਾਤਨ ਮਤ ਮੰਨਦਾ ਵੀ 4 ਢੰਗਾਂ ਨਾਲ ਅੰਡਰ ਜ਼ੇਰ ਸਥਿਤ ਉਤਪਤੀ ਹੁੰਦੀ, ਗੁਰੂ ਸਾਹਿਬ ਨੇ ਕਿਹਾ ਨਹੀਂ, ਬੇਅੰਤ ਕਿਸਮਾਂ ਨਾਲ ਹੁੰਦੀ ਹੈ। ਔਰ ਆ ਪਸਾਰਾ ਵੀ ਗੁਰੂ ਸਾਹਿਬ ਕਹਿੰਦੇ ਨੇ, ਕਈ ਵਾਰ ਪਸਰਿਓ ਪਾਸਾਰ। ਅਸੀਂ ਤਾਂ ਇੱਕ ਜਿਹੜਾ ਆ ਜਗਤ ਹੈ, ਹੁਣ ਦਾ ਸੰਸਾਰ ਹੈ, ਇਹਨੂੰ ਹਾਲਾ ਕਿਣਕਾ ਮਾਤਰ ਵੀ ਮਨੁੱਖ ਐਕਸਪਲੋਰ ਨਹੀਂ ਕਰ ਪਾਇਆ, ਕਰ ਵੀ ਨਹੀਂ ਸਕਦਾ, ਸਮਰੱਥਾ ਨਹੀਂ ਹੈ। ਸੋ ਇਹੋ ਜਿਹੇ ਪਸਾਰੇ ਉਹਨੇ ਬੜੀ ਵਾਰ ਬਣਾਏ ਨੇ, ਬੜੀ ਵਾਰ ਮਿਟਾਏ ਨੇ। ਔਰ ਬਹੁਤ ਸਾਰੀਆਂ ਸਪੈਸੀਸ, ਬੜੀਆਂ ਜੂਨਾਂ, ਬੜੀ ਤਰ੍ਹਾਂ ਦੇ ਜੀਵ ਜਿਹੜੇ ਐਕਸਟਿੰਕਟ ਹੋ ਗਏ ਹੋਣਗੇ ਹਰ ਵਾਰੀ 'ਚ। ਹੋ ਸਕਦਾ ਉਹਨਾਂ ਨੇ ਪਾਤਸ਼ਾਹ ਨੇ, ਨਿਰੰਕਾਰ ਨੇ ਦੂਜੀ ਵਾਰੀ ਬਣਾਏ ਕਿ ਨਹੀਂ ਬਣਾਏ, ਅਗਲੇ ਨਵੇਂ ਬਣਾਏ, ਅਸੀਂ ਇਹਦੇ ਬਾਰੇ ਕੁਝ ਜਾਣ ਹੀ ਨਹੀਂ ਸਕਦੇ। ਸੋ 84 ਲੱਖ ਜਿਹੜਾ ਜੂਨਾਂ ਦੀ ਗੱਲ ਆ, ਉਹ ਸਿਰਫ ਇੱਕ ਅਲੰਕਾਰ ਮਾਤਰ, ਇੱਕ ਰੈਫਰੈਂਸ ਗੁਰੂ ਸਾਹਿਬ ਨੇ ਵਰਤਿਆ, ਜਿਹੜਾ ਪ੍ਰਚਲਿਤ ਉਸ ਟਾਈਮ ਥਾਟ ਪ੍ਰੋਸੈਸ ਚੱਲਦਾ ਸੀਗਾ ਸਨਾਤਨ ਮਤ ਦਾ। ਲੇਕਿਨ ਗੁਰਮਤ ਮੰਨਦੀ ਹੈ ਵੀ ਕਈ ਕੋਟ ਖਾਣੀਆਂ ਰਖੰਡ, ਕਈ ਕੋਟ ਆਕਾਸ਼ ਬ੍ਰਹਿਮੰਡ। ਉਹ ਉਤਪਤੀ ਵੀ, ਵਿਨਾਸ਼ ਵੀ ਸਭ ਉਹ ਮਾਲਕ ਜਾਣਦਾ ਹੈ। ਸਾਹਿਬਾਂ ਨੇ ਤਾਂ ਗੱਲ ਮੁਕਾ ਦਿੱਤੀ ਜਪਜੀ ਸਾਹਿਬ 'ਚ, ਜਾਂ ਕਰਤਾ ਸ੍ਰਿਸ਼ਟੀ ਕੋ ਸਾਜੈ, ਆਪੇ ਜਾਣੇ ਸੋਈ। ਸੋ ਮੈਂ ਬਹੁਤ ਹੋਰ ਵਿਸਥਾਰ ਵਿੱਚ ਨਹੀਂ ਜਾਂਦਾ, ਹੋਰ ਵੀਰ ਭੈਣਾਂ ਨੇ ਵੀ ਸਾਂਝ ਕਰਨੀ ਹੈ। ਲੇਕਿਨ ਤੁਸੀਂ ਸਾਰੇ ਵੀਰ ਭੈਣਾਂ ਨੇ, ਵੀਰ ਸੁਖਵਿੰਦਰ ਸਿੰਘ ਹੋਣਾ ਨੇ, ਵੀਰ ਇਕਬਾਲ ਸਿੰਘ ਹੋਣਾ ਨੇ, ਆਪ ਜੀ ਵੀਰ ਸੁਖਬੀਰ ਸਿੰਘ ਜੀ, ਭੈਣ ਜੀ ਹੋਣਾ ਨੇ ਬਹੁਤ ਹੀ ਉੱਤਮ ਵਿਚਾਰ ਦਿੱਤੇ ਨੇ। ਔਰ ਮੈਂ ਸਮਝਦਾ ਵੀ ਮੈਂ ਜੁਆਇਨ ਕਰਕੇ ਲਾਹਾ ਲੈ ਰਹੇ, ਜਿਵੇਂ ਤੁਸੀਂ ਆਪ ਲੈ ਰਹੇ ਹੋ, ਮੈਂ ਲਾਹਾ ਲਹਾਂਗਾ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਧੰਨਵਾਦ ਵੀਰ ਜੀ, ਆਪ ਜੀ ਦਾ ਬੜਪਨ ਹੈ। ਆਪ ਜੀ ਕਹਿ ਰਹੇ ਹੋ, ਆਪ ਜੀ ਵੀ ਲਾਹਾ ਲੈ ਰਹੇ ਹੋ। ਆਪ ਜੀ ਨੇ ਬਹੁਤ ਖੂਬਸੂਰਤ ਵਿਚਾਰ ਦਿੱਤੇ, ਕੁਝ ਸਿਧਾਂਤਕ ਮਸਲਿਆਂ ਤੇ ਵੀ ਆਪ ਜੀ ਨੇ ਜ਼ਿਕਰ ਕੀਤਾ। ਧੰਨਵਾਦ ਆਪ ਜੀ ਦਾ, ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ।
जो तुर राते से हुण राते, गुर प्रसादी सहजे माते, सतगुर सेव सदा प्रभ पाया, आपे आप मिलाएंदा जो तुर राते। तुर तो ही ਜਿਹੜੇ ਰੱਤੇ ਗਏ ਨੇ, ਜੇ ਇਹਦੇ ਅਰਥ ਕੇਵਲ ਅਸੀਂ ਇਹ ਕਰ ਦਾਂਗੇ ਜਿਨ੍ਹਾਂ ਨੂੰ ਤੁਰ ਤੋਂ ਮਿਲਾ ਦਿੱਤਾ ਹੈ ਪ੍ਰਮਾਤਮਾ ਨੇ, ਤੇ ਫਿਰ ਕਿਸੇ ਨੂੰ ਮਿਲਾ ਦਿੱਤਾ ਹੈ ਤੇ ਕਿਸੇ ਨੂੰ ਨਹੀਂ ਮਿਲਾਇਆ, ਫਿਰ ਤੇ ਪ੍ਰਮਾਤਮਾ ਨਿਰਵੈਰ ਨਾ ਹੋਇਆ। ਇਹਨੂੰ ਜੇਕਰ ਇਹਨੂੰ ਅਸੀਂ ਇਸ ਦੇ ਮੁਤਾਬਿਕ ਸਮਝਣਾ ਕਰੀਏ, ਜੋ ਧੁਰ ਰਾਤੇ ਉਸਦੇ ਬਣਾਏ ਹੁਕਮ ਵਿੱਚ ਹੀ, ਜਦੋਂ ਸੱਚ ਦੀ ਰਾਹ ਤੇ ਟੁਰਨਾ ਕੀਤਾ ਤੇ ਉਸਦੇ ਬਣਾਏ ਹੁਕਮ ਵਿੱਚ ਹੀ ਜਿਹੜੇ ਰਤ ਗਏ, ਭਿੱਜ ਗਏ, ਉਹਦੀ ਰਾਹ ਤੇ ਟੁਰਿਆ ਜਿਹੜੇ ਭਿੱਜ ਗਏ, ਸੇ ਹੁਣ ਰਾਤੇ। ਹੁਣ ਤੋਂ ਪਾਵੇ ਹੁਣ ਹੀ, ਪ੍ਰੈਜ਼ੈਂਟ ਟੈਂਸ ਵਿੱਚ ਹੈ। ਇਹ ਪਲ, ਇਹ ਸੈਕਿੰਡ, ਇਹ ਅਸੀਂ ਧਿਆਨ ਦਈਏ ਨਾ, ਸਾਡੀ ਜ਼ਿੰਦਗੀ ਕੀ ਹੈ, ਹਰ ਪਲ ਹਰ ਸੈਕਿੰਡ ਨੂੰ ਅਸੀਂ ਮਿਲਾ ਲਈਏ ਤੇ ਇਹ ਸੈਕਿੰਡਾਂ ਦਾ ਸੁਮੇਲ ਜਿਹੜਾ ਸਾਡੀ ਜ਼ਿੰਦਗੀ ਬਣ ਜਾਂਦਾ ਹੈ। ਤੇ ਅਸੀਂ ਇਹ ਜਿਹੜਾ ਪਲ ਆਇਆ, ਇਹ ਸੈਕਿੰਡ ਆਇਆ, ਤੇ ਇਸ ਸੈਕਿੰਡ ਵਿੱਚ ਅਸੀਂ ਕੀ ਕੀਤਾ, ਆਉਣ ਵਾਲਾ ਸਮਾਂ ਸਾਡਾ ਉਹੋ ਜਿਹਾ ਬਣਨਾ ਹੈ। ਸੇ ਹੁਣ ਰਾਤੇ, ਤੇ ਉਹ ਹੁਣ ਰਤ ਗਏ ਕਿਉਂਕਿ ਉਹਨਾਂ ਨੇ ਪ੍ਰਮਾਤਮਾ ਦੇ ਬਣਾਏ ਹੁਕਮ ਵਿੱਚ ਗੁਰੂ ਦੀ ਰਾਹੀਂ, ਅਗਲੀ ਪੰਕਤੀ ਨਾਲ ਲੈ ਲਈਏ ਨਾ, ਗੁਰ ਪ੍ਰਸਾਦੀ ਸਹਿਜੇ ਮਾਤੇ। ਗੁਰ ਪ੍ਰਸਾਦੀ, ਗੁਰੂ ਦੀ ਕਿਰਪਾ ਦੁਆਰਾ, ਇਹਨੂੰ ਵੀ ਅਸੀਂ ਗੁਰੂ ਦੀ ਗਾਈਡੈਂਸ ਕਰ ਲਈਏ, ਗੁਰੂ ਦੀ ਗਾਈਡੈਂਸ ਵਿੱਚ ਟੁਰਿਆ, ਸਹਿਜੇ ਮਾਤੇ, ਸਹਿਜੇ ਹੀ ਮਸਤ ਹੋ ਗਏ। ਮਾਤੇ ਦਾ ਭਾਵ ਲੀਨ ਹੋ ਜਾਣਾ, ਮਸਤ ਹੋ ਜਾਣਾ, ਸੱਚ ਵਿੱਚ ਟੁਰਦਿਆਂ ਹੋਇਆ ਸੱਚ ਵਿੱਚ ਹੀ ਲੀਨ ਹੋ ਜਾਣਾ। ਗੁਰ ਪ੍ਰਸਾਦੀ ਸਹਿਜੇ ਮਾਤੇ, ਜੋ ਤੁਰ ਰਾਤੇ ਸੇ ਹੁਣ ਰਾਤੇ। ਉਹਨਾਂ ਨੇ ਇਹ ਪਲ ਵੀ ਸੰਭਾਲ ਲਿਆ। ਕਿਉਂ ਸੰਭਾਲਿਆ? ਕਿਉਂਕਿ ਗੁਰੂ ਦੀ ਗਾਈਡੈਂਸ ਵਿੱਚ ਉਹਨਾਂ ਨੇ ਪਹਿਲਾਂ ਜਿਹੜੇ ਪਲ ਬੀਤ ਗਏ ਸਨ, ਉਹਨਾਂ ਨੂੰ ਵੀ ਸੱਚ ਨਾਲ ਇੰਝ ਕਹਿ ਲਈਏ ਵਿਲੀਨਤਾ ਕਰ ਲਈ ਉਹਨਾਂ ਨੇ ਆਪਣੇ ਮਨ ਨੂੰ। ਇਸ ਵਜ੍ਹਾ ਕਰਕੇ ਉਹ ਹੁਣ ਵੀ ਸੱਚ ਵਿੱਚ ਵਿਲੀਨ ਹੋ ਗਏ। ਗੁਰ ਪ੍ਰਸਾਦੀ ਸਹਿਜੇ ਮਾਤੇ, ਸਤਿਗੁਰ ਸੇਵ ਸਦਾ ਪ੍ਰਭ ਪਾਇਆ, ਆਪੇ ਆਪ ਮਿਲਾਏਂਦਾ। ਸਤਿਗੁਰ ਸੇਵ ਸਦਾ, ਸਦੀਵ ਹੀ ਸਤਿਗੁਰ ਦੀ ਸੇਵਾ ਕਰਕੇ, ਔਰ ਸਦੀਵ ਹੀ ਗੁਰੂ ਦੀ ਗਿਆਨ ਦੇ ਚਾਨਣ ਵਿੱਚ ਜੀਵਨ ਬਤੀਤ ਕੀਤਾ। ਜਿਹੜਾ ਪਿਛਲਾ ਪਦਾ ਵੀ ਅਸੀਂ ਪਾਠ ਕਰਕੇ ਆਏ ਆ, ਗੁਰਮੁਖ ਏਕਾ ਸਿਉ ਲਿਵ ਲਾਏ। ਭਾਵੇਂ ਹੱਥ ਪੈਰ ਨਾਲ ਦੁਨਿਆਵੀ ਕਾਰ ਵਿਹਾਰ ਕਰ ਰਹੇ ਹਨ, ਲੇਕਿਨ ਸੁਰਤ ਇੱਕ ਨਾਲ ਜੁੜੀ ਹੋਈ ਹੈ। ਇੱਥੇ ਵੀ ਗੁਰੂ ਸਾਹਿਬ ਸਾਨੂੰ ਸਮਝਾ ਰਹੇ, ਸਤਿਗੁਰ ਸੇਵ ਸਦਾ, ਸਦੀਵ ਹੀ ਸਤਿਗੁਰੂ ਦੀ ਸੇਵਾ ਵਿੱਚ ਜੁੜ ਕੇ ਪ੍ਰਭ ਪਾਇਆ, ਪ੍ਰਭ ਨੂੰ ਪਾ ਲੈਂਦੇ ਹਨ। ਭਾਵ ਇੱਕ ਮਿਕ ਹੋ ਜਾਂਦੀ ਹੈ, ਸਾਂਝ ਬਣ ਜਾਂਦੀ ਹੈ ਪਰਮਾਤਮਾ ਦੇ ਨਾਲ, ਇੰਝ ਸਮਝੀਏ ਮਿਲਾਪ ਹੋ ਜਾਂਦਾ ਹੈ। ਆਪੇ ਆਪ ਮਿਲਾਏਂਦਾ, ਆਪੇ ਆਪ ਪਰਮਾਤਮਾ ਦੇ ਬਣਾਏ ਹੁਕਮ ਵਿੱਚ ਇੰਝ ਸਮਝੀਏ ਪਰਮਾਤਮਾ ਦੇ ਨਾਲ ਮਿਲਾਪ ਹੋ ਜਾਂਦਾ ਹੈ। ਜੀ ਅਰਵਿੰਦ ਵੀਰ ਜੀ। ਜਿਸ ਬੱਚੇ ਨੇ ਸਾਲ ਭਰ ਪੜ੍ਹਾਈ ਨਹੀਂ ਕੀਤੀ, ਜਿਸ ਨੇ ਮੈਥ ਸੋਲਵ ਨਹੀਂ ਕੀਤਾ, ਜਿਸ ਬੱਚੇ ਨੇ ਇੰਟੀਗ੍ਰੇਸ਼ਨ ਡੈਰੀਵੇਸ਼ਨ ਨਹੀਂ ਸਿੱਖਿਆ, ਉਹ ਜਦੋਂ ਐਗਜ਼ਾਮ ਦਾ ਸਮਾਂ ਆਏਗਾ ਨਾ, ਉਹਨੂੰ ਸੋਲਵ ਨਹੀਂ ਕਰ ਪਾਏਗਾ। ਉਹ ਜਦੋਂ ਇੱਕ ਹੋਰ ਪੰਕਤੀ ਆਉਂਦੀ ਹੈ, ਕਹਿੰਦਾ ਨਾ ਤਿਸ ਰੂਪ ਨਾ ਰੇਖਿਆ ਕਾਈ, ਅੰਤ ਨਾ ਸਾਹਿਬ ਸਿਮਰਿਆ ਜਾਈ। ਰੱਬ ਕੋਈ ਸਥੂਲ ਚੀਜ਼ ਨਹੀਂ ਹੈ। ਰੱਬ ਜਿਹੜਾ ਹੈ ਨਾ, ਉਹ ਰੂਪ ਨਾ ਰੇਖ ਨਾ ਰੰਗ ਕਿਛ ਹੈ। ਰੱਬ ਤੇ ਗੁਣ ਭਰਪੂਰ ਹੈ, ਰੱਬ ਹੁਕਮ ਸਰੂਪ ਹੈ। ਜਿਸਨੇ ਹੁਕਮਾਂ ਦੀ ਸੋਝੀ ਲਈ ਹੀ ਨਹੀਂ, ਕਹਿੰਦਾ ਨਾ ਤਿਸ ਰੂਪ ਨਾ, ਕਿਸੇ ਬੰਦੇ ਦਾ ਸ਼ਕਲ ਯਾਦ ਕਰਨਾ ਚਾਹੋ ਤਾਂ ਤੁਹਾਨੂੰ ਫਿਰ ਚਲੋ ਯਾਦ ਕਰ ਸਕਦੇ ਹੋ ਵੀ ਰੱਬ ਨੂੰ ਚੇਤਾ ਕਰਨਾ, ਲੇਕਿਨ ਕਿਸੇ ਸ਼ਕਲ ਨੂੰ ਯਾਦ ਕੀਤਾ। ਕਹਿੰਦਾ ਰੱਬ ਤੇ ਰੂਪ ਰੇਖ ਹੈ ਨਹੀਂ। ਨਾ ਤਿਸ ਰੂਪ ਨਾ ਰੇਖਿਆ ਕਾਈ, ਅੰਤ ਨਾ ਸਾਹਿਬ। ਜਦੋਂ ਤੇਰੀ ਜ਼ਿੰਦਗੀ ਵਿੱਚ ਅੰਤ ਕਾਲ ਆਏਗਾ ਨਾ, ਅਸੀਂ ਸ਼ਬਦ ਹੈ ਕਈ ਵਾਰ ਵਿਚਾਰ ਚੁੱਕੇ ਹਾਂ, ਅੰਤ ਕਾਲ ਜੋ ਲੜਕੇ ਸਿਮਰੇ ਐਸੀ ਚਿੰਤਾ ਮੇ ਜੇ ਮਰੈ। ਅੰਤ ਕਾਲ ਜੋ ਇਸਤਰੀ ਸਿਮਰੈ। ਆਪਣੇ ਪੁੱਤਰ ਵੱਲ ਧਿਆਨ ਦਿੰਦਿਆਂ ਹੋਇਆਂ ਦੂਜਿਆਂ ਦੇ ਨਾਲ ਦਗਾਬਾਜੀ ਕੀਤੀ, ਆਪਣੀ ਵੋਟੀ ਦੇ ਆਖੇ ਲੱਗ ਕੇ ਆਪਣੇ ਭਰਾਵਾਂ ਨਾਲ ਧੋਖਾ ਕੀਤਾ। ਆਪਣੇ ਮਾਪਿਓ ਜਿਹੜੇ ਸਨ, ਜੋ ਹੁਣ ਸ਼ਾਇਦ ਉਹ ਕਿਉਂਕਿ ਉਮਰ ਦੇ ਵਜੋਂ ਥੋੜਾ ਜੋ ਉਹਨਾਂ ਦੇ ਨਾਲ ਵੀ ਜਿਹੜਾ ਠੀਕ ਵਿਵਹਾਰ ਨਹੀਂ ਕੀਤਾ। ਅੱਛਾ, ਅੰਦਰ ਵੀ ਲਾਸਟ ਅੰਦਰ ਕਹਿੰਦੇ ਨੇ ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮੇ ਜੇ ਮਰੇ। ਨਾਰਾਇਣ ਸਿਮਰੈ,
ਉਹ ਜਿਸਨੇ ਰੱਬੀ ਗੁਣਾਂ ਨੂੰ ਚੇਤੇ ਕਰ ਲਿੱਤਾ ਨਾ, ਉਹ ਫਿਰ ਆਤਮਕ ਮੌਤ ਨਹੀਂ ਮਰਦਾ। ਲੇਕਿਨ ਇਹ ਅਸੀਂ ਕਹਿੰਦੇ ਗੁਰਬਾਣੀ ਜਿਹੜੀ ਹੈ ਨਾ, ਉਹ ਹੈ ਐਜੂਕੇਸ਼ਨ ਮਟੀਰੀਅਲ। ਵੀ ਇੱਥੇ ਉਹ ਇੱਕ ਹੋਰ ਸ਼ਬਦ ਆਇਆ ਸੀ, ਕਹਿੰਦਾ ਉਹ ਅੰਧੇ ਤੂੰ ਬੈਠਾ ਕੰਧੀ ਪਾਹੇ, ਜੇ ਹੋਵੀ ਪੂਰਬ ਲਿਖਿਆ ਤਾਂ ਗੁਰੂ ਕਾ ਸ਼ਬਦ ਕਮਾਏ। ਜੇ ਗੁਰੂ ਦੇ ਸ਼ਬਦ ਨੂੰ ਕਮਾਉਣਾ ਹੈ ਤੇ ਪਹਿਲਾਂ ਲਿਖਿਆ ਹੋਇਆ ਹੋਣਾ ਚਾਹੀਦਾ ਨਾ। ਜਿਹੜਾ ਬੱਚਾ ਸਾਲ ਭਰ ਹੀ ਨਹੀਂ ਪੜਿਆ, ਬੰਦਾ ਉਹਦੇ ਕੋਲ ਕੀ ਉਮੀਦ ਕਰੇ? ਕੋਈ ਡਾਕਟਰ ਨੇ ਮਤਲਬ ਜੇ ਡਾਕਟਰੀ ਕੀਤੀ ਹੀ ਨਹੀਂ, ਤੇਰੇ ਸਾਹਮਣੇ ਕੋਈ ਆਪਰੇਸ਼ਨ ਆ ਗਿਆ, ਕੀ ਕਰੇਗਾ ਤੂੰ? ਇੱਥੇ ਕਹਿੰਦੇ ਨੇ ਜੋ ਤੁਰ ਰਾਤੇ, ਉਹ ਇਹ ਐਜੂਕੇਸ਼ਨ ਪ੍ਰੋਸੈਸ ਹੈ। ਇਹਨੂੰ ਜੇ ਤੂੰ ਬਾਣੀ ਨੂੰ ਪੜਿਆ ਸੁਣਿਆ, ਕਿਉਂਕਿ ਤੇਰੇ ਜੀਵਨ ਵਿੱਚ ਅੰਤ ਕਾਲ ਨਾਲ ਪਲ ਪਲ ਆਉਣ ਵਾਲਾ ਹੈ। ਤੇਰੇ ਜੀਵਨ ਵਿੱਚ ਤੇਰਾ ਮਨ ਕਰੇਗਾ। ਅਸੀਂ ਕਹਿੰਦੇ ਵੀ ਸਾਰੇ ਗੁਰੂ ਕਹਿ ਰਹੇ ਕਿ ਬੇਟਾ ਇਹ ਨਾ ਵੀ ਉਹ ਉਹਨੇ ਮਾਇਆ ਮਮਤਾ ਕਰਤੇ ਲਾਈ, ਉਹਨੇ ਰੱਬ ਨੇ ਤੇ ਬਣਾ ਕੇ ਭੇਜੀ ਹੋਈ ਹੈ। ਤੇਰਾ ਮਨ ਕਰੇਗਾ, ਅੱਜ ਤੂੰ ਗੁਰਦੁਆਰੇ ਦਾ ਸੈਕਟਰੀ ਹੈ ਨਾ, ਤੇਰਾ ਮਨ ਕਰੇਗਾ ਮੇਰਾ ਪੋਤਰਾ ਨਾ ਬੜੀ ਵਧੀਆ ਅਰਦਾਸ ਕਰਦਾ ਹੈ, ਮੇਰੇ ਪੋਤਰੇ ਨੂੰ ਮੌਕਾ ਮਿਲੇ। ਜੋ ਦੂਜੇ ਦੇ ਬੱਚੇ ਨਜ਼ਰ ਨਹੀਂ ਆ ਰਹੇ ਤੈਨੂੰ, ਤੂੰ ਕਹਿ ਹਾਂ ਨਾ ਆਪਣੇ ਪੋਤਰੇ ਨਾਲ ਵੀ ਤੂੰ ਜਿਹੜਾ ਨਾ ਉਹ ਬੇਇਨਸਾਫੀ ਨਾ ਕਰੀ ਕਿ ਮੈਂ ਉਹਨੂੰ ਨਹੀਂ ਪੜਨ ਦੇਵਾਂਗਾ। ਲੇਕਿਨ ਸਾਰਿਆਂ ਨੂੰ ਇੱਕੋ ਜਿਹਾ ਮੌਕਾ ਤੇ ਦਿੱਤਾ ਜਾ ਸਕਦਾ। ਲੇਕਿਨ ਅੰਤ ਕਾਲ ਜੋ ਲੜਕੇ ਸਿਮਰੇ ਐਸੀ ਚਿੰਤਾ ਮੇ ਜੇ ਮਰੈ, ਹੁਣ ਉਹਨੇ ਉਹ ਜੇ ਗੁਰਮਤਿ ਸਿਧਾਂਤਾਂ ਨੂੰ ਕਿੱਥੇ ਅੰਦਰ ਵਸਾਇਆ ਹੁੰਦਾ, ਟਿਕਾਇਆ ਹੁੰਦਾ, ਤੇ ਅੰਦਰੋਂ ਫਿਰ ਉਸ ਫੈਕਲਟੀ ਨੂੰ ਟੱਚ ਹੋਣਾ ਸੀ। ਜੋ ਚੀਜ਼ ਅੰਦਰ ਪਾਈ ਹੁੰਦੀ ਨਾ, ਫਿਰ ਉਸ ਫੈਕਲਟੀ ਨੇ ਆਵਾਜ਼ ਦੇਣੀ ਸੀ, ਜੋ ਤੂੰ ਕਰਨਾ ਪਿਆ ਨਾ, ਇਹਦੇ ਨਾਲ ਮਰ ਜਾਏਗਾ, ਇਹਦੇ ਨਾਲ ਸੂਰ ਵਾਲਾ ਜੀਵਨ ਬਤੀਤ ਕਰਨਾ ਸ਼ੁਰੂ ਹੋ ਜਾਏਗਾ। ਅੰਤ ਕਾਲ ਜੋ ਲੜਕੇ ਸਿਮਰੇ ਐਸੀ ਚਿੰਤਾ ਮੇ ਜੇ ਮਰੈ, ਸੂਕਰ ਜੋਨ ਵਲ ਵਲ ਉਤਰੈ। ਅੰਤ ਕਾਲ ਜੋ ਇਸਤਰੀ ਸਿਮਰੈ, ਮੇਰੀ ਵੋਟੀ ਆਖੇ ਨਹੀਂ ਲੱਗਦੀ, ਮੈਂ ਮਾਂ ਪਿਓ ਨੂੰ ਨਹੀਂ ਸਾਂਭਦਾ ਪਿਆ, ਜਿਨ੍ਹਾਂ ਨੇ ਸਾਰੀ ਜ਼ਿੰਦਗੀ ਤੈਨੂੰ ਸਾਂਭਿਆ, ਤੂੰ ਹੁਣ ਕਹਿਣਾ ਪਿਆ ਕਿ ਨਹੀਂ ਮੇਰੇ ਕੋਲ ਉਹਨਾਂ ਦੇ ਲਾਸਟ 2-4 ਸਾਲ ਵੀ ਨਹੀਂ ਸਾਂਭ ਜਾਂਦੇ ਮੇਰੇ ਕੋਲ। ਆਤਮਿਕ ਤੌਰ ਤੇ ਮਰ ਗਿਆ। ਲੇਕਿਨ ਜੇ ਇਸ ਫੈਕਲਟੀ ਨੂੰ ਟੱਚ, ਜੇ ਇਹਨੂੰ ਅੰਦਰ ਗੁਰਮਤ ਨੂੰ ਜੇ ਅੰਦਰ ਗਈ ਹੁੰਦੀ ਗੁਰਮਤ, ਉਹ ਇੱਥੇ ਉਹ ਕਹਿੰਦੇ ਨੇ ਵੀ ਜੋ ਧੁਰ ਰਾਤੇ ਸੇ ਹੁਣ ਰਾਤੇ, ਅੰਤ ਕਾਲ ਕਹਿ ਲੋ ਕੋਈ ਹੁਣ ਦਾ ਸਮਾਂ ਕਿ ਇਨ ਪ੍ਰੈਜ਼ੈਂਟ ਟੈਂਸ, ਤੂੰ ਹੁਣ ਜੇ ਅੰਤ ਨਾ ਸਾਹਿਬ ਸਿਮਰਿਆ ਜਾਈ, ਅਦਰਵਾਈਜ਼ ਤੂੰ ਕਹੇਗਾ ਜੇ ਕਨਸੈਪਟ ਅੰਦਰ ਗਏ ਨਹੀਂ ਸਵਾਲ ਕਿਤੋਂ ਕਰੇਗਾ ਹੁਣ। ਜੋ ਧੁਰ ਰਾਤੇ ਸੇ ਹੁਣ ਰਾਤੇ, ਗੁਰ ਪ੍ਰਸਾਦੀ ਸਹਿਜੇ ਮਾਤੇ। ਗੁਰੂ ਦੀ ਕਿਰਪਾ ਸਦਕਾ ਸਹਿਜ ਅਸੀਂ ਕਹਿੰਦੇ ਇੰਟੂਟਿਵਨੈਸ ਨੂੰ, ਜਦੋਂ ਸੋਚਣਾ ਨਾ ਪਵੇ। ਵੀ ਗੁਰੂ ਕਹਿੰਦਾ ਵੀ ਅਸੀਂ ਕਹਿੰਦੇ ਸਮਰਨ ਵਾਲੀ ਇੱਕ ਅਵਸਥਾ ਵੀ ਹੈ ਕਿ ਚੇਤਾ ਕਰਕੇ ਵੀ ਬਚ ਜਾ, ਬਹੁਤ ਚੰਗੀ ਗੱਲ। ਪ੍ਰਾਈਜ਼ ਸਿਸਟਰੀ ਵਾਲੇ ਪਾਸੇ ਨਜ਼ਰ ਜਾ ਰਹੀ ਹੈ, ਗੁਰੂ ਸਿਮਰ ਲੈ ਕੇ ਵੀ ਪਰਤਰਿਆ ਰੂਪ ਨਾ ਪੇਖੇ ਨੇਤਰ, ਨਿਮਕ ਕਾਮ ਸਵਾਦ ਕਰਨੇ ਕੋਟ ਜਨਮ ਦੁੱਖ ਪਾਏ। ਇਸ ਗੱਲ ਨੂੰ ਆਪਣੀ ਸਮਰਨ ਵਿੱਚ ਲੈ ਕੇ ਆ ਜਾ, ਬੜੀ ਚੰਗੀ ਗੱਲ ਹੈ। ਔਰ ਜੇ ਤੇਰੇ ਜੀਵਨ ਦਾ ਸਹਿਜ ਹੋ ਜਾਵੇ ਔਰ ਤੂੰ ਫਿਰ ਇਹਦੇ ਵਿੱਚ ਮਸਤ ਹੋ ਜਾਏ, ਮੈਂ ਇਸ ਤੋਂ ਪਹਿਲੇ ਗੁਰੂ ਕਹਿੰਦੇ ਨੇ ਵੀ ਗੁਰਮੁਖ ਇੱਕ ਸਿਉਂ ਲਈ ਬੁਲਾਵੇ। ਉਹ ਕਹਿੰਦਾ ਮੈਂ ਹੋਰ ਦੇਖਣਾ ਹੀ ਨਹੀਂ, ਮੈਂ ਤੇ ਗੁਰੂ ਦੀ ਗੱਲਾਂ ਵਿੱਚ ਇਤਨਾ ਮਸਤ ਹੋ ਚੁੱਕਾ ਵਾਂ, ਮੈਂ ਕਿਸੇ ਹੋਰ ਪਾਸੇ ਦੇਖਣਾ ਚਾਹੁੰਦਾ ਹੀ ਨਹੀਂ। ਹੋਰ ਇਹ ਗੁਰਮਤਿ ਦੇ ਸਿਧਾਂਤ ਮੇਰੇ ਜੀਵਨ ਦਾ ਸਹਿਜ ਵੀ ਬਣ ਜਾਣ, ਫਰੀਦਾ ਬੁਰੇ ਦਾ ਭਲਾ ਕਰ, ਮੇਰਾ ਮਨ ਉਹਨੂੰ ਉਸ ਪਾਸੇ ਜਾਂਦਾ ਹੀ ਨਹੀਂ। ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਸਾਡੀ ਹਾਲਤ ਕੀ ਹੈ? ਗ੍ਰਾਹਕ ਆ ਜਾਵੇ, ਪਤਾ ਲੱਗ ਜਾਵੇ 2 ਪੈਸੇ ਦੀ ਜ਼ਰੂਰਤ ਹੈ, ਲੋੜ ਹੈ, ਦੇ ਕੇ ਜਾਣ ਵਾਲਾ ਹੈ, ਕੋਈ ਗੱਲ ਨਹੀਂ, ਲਗਾ ਲਓ। ਗੁਰੂ ਕਹਿੰਦਾ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਜੇ ਇਹ ਤੇਰੇ ਜੀਵਨ ਦਾ ਸਹਿਜ ਅਸੀਂ ਕਹਿੰਦੇ, ਜਿਹੜੀ ਚੀਜ਼ਾਂ ਅਸੀਂ ਗੱਡੀ ਚਲਾ ਰਹੇ ਹਾਂ, ਅਸੀਂ ਕਦੀ ਨਹੀਂ ਸੋਚਿਆ ਕਿ ਉਹਨੂੰ ਕਲਚ ਦਬਾਣਾ ਹੈ। ਜਦੋਂ ਗੱਡੀ ਸਿੱਖਦੇ ਹੁੰਦੇ ਆ ਨਾ, ਸਾਨੂੰ ਬੰਦਾ ਕਹਿੰਦਾ ਹੈ ਅੱਛਾ ਥੋੜਾ ਸਪੀਡ ਬ੍ਰੇਕਰ ਆਇਆ, ਹੁਣ ਕਲਚ ਦਬਾ, ਹੁਣ ਐਕਸੀਲੇਟਰ ਘੱਟ ਕਰ, ਹੁਣ ਬ੍ਰੇਕ ਦਬਾ। ਜਿਕਨ ਹੈ ਸਾਡੀ, ਕਿਉਂ ਅਸੀਂ ਪਹਿਲਾਂ ਸਿੱਖਿਆ, ਹੁਣ ਅੰਦਰ ਪਾਇਆ। ਹੁਣ ਜਦੋਂ ਇਹ ਚੀਜ਼ ਸਾਡੇ ਜੀਵਨ ਦੀ ਸਹਿਜ ਬਣ ਜਾਂਦੀ ਹੈ, ਕਦੀ ਕਿਸੇ ਨੇ ਸੋਚਿਆ ਹੁਣ ਗੱਡੀ ਚਲਾਉਂਦੇ ਆ ਕਿ ਮੈਂ ਹੁਣ ਕਲਚ ਦਬਾਵਾਂ? ਜਾਂ ਜਨਾਨੀਆਂ ਨੇ ਕਦੀ ਸੋਚਿਆ ਮੈਂ ਹੁਣ ਫੁਲਕਾ ਪਾਇਆ, ਉਹਨੂੰ ਫਿਰਾਣਾ ਹੈ, ਪਲਟੀ ਕਰਨਾ ਹੈ, ਸਬਜ਼ੀ ਕਰਛੀ ਮਾਰਨੀ ਹੈ? ਨਹੀਂ ਸੋਚਿਆ ਕਦੀ। ਸਾਡੇ ਜੀਵਨ ਦਾ ਸਹਿਜ ਬਣ ਚੁੱਕਾ ਹੋਇਆ। ਗੁਰੂ ਇਹ ਕਹਿੰਦਾ ਗੁਰ ਪ੍ਰਸਾਦੀ ਸਹਿਜੇ ਮਾਤੇ। ਜਿਨ੍ਹਾਂ ਨੇ ਪਹਿਲਾਂ ਇਹ ਪੜ੍ਹਾਈ ਕੀਤੀ, ਉਹ ਹੁਣ ਸਮੇਂ ਪੈਣ ਦੇ ਉੱਤੇ, ਅੰਤ ਕਾਲ ਦੇ ਉੱਤੇ ਜਿਹੜੇ ਨੇ ਉਹ ਇਹਨਾਂ ਸਿਧਾਂਤਾਂ ਦੇ ਨਾਲ ਰੱਤੇ ਜਾ ਸਕਦੇ ਨੇ, ਇਹਨਾਂ ਨੂੰ ਮਾਣ ਸਕਦੇ ਨੇ। ਔਰ ਗੁਰੂ ਦੀ ਕਿਰਪਾ ਸਦਕਾ ਇਹ ਉਹਨਾਂ ਦੇ ਉਹ ਇਹਨਾਂ ਸਿਧਾਂਤਾਂ ਦੇ ਵਿੱਚ ਇਤਨੇ ਮਸਤ ਹੋ ਜਾਂਦੇ ਨੇ, ਔਰ ਇਹ ਸਿਧਾਂਤ ਹੀ ਉਹਨਾਂ ਦੇ ਜੀਵਨ ਦਾ ਸਹਿਜ ਬਣ ਜਾਂਦੇ ਨੇ। ਕਹਿੰਦੇ ਸਤਿਗੁਰ ਸੇਵ ਸਦਾ ਪ੍ਰਭ ਪਾਇਆ। ਜਿਨ੍ਹਾਂ ਨੇ ਸਤਿਗੁਰੂ ਦੀ ਸੇਵਾ ਕੀਤੀ, ਅਸੀਂ ਕਈ ਵਾਰ ਤੁਹਾਨੂੰ ਅੱਗੇ ਫਿਰ ਕਹਿੰਦੇ ਗੁਰੂ ਦੀ ਸੇਵਾ ਹੈ ਕਿ ਗੁਰੂ ਦੀ ਸੇਵਾ ਸ਼ਬਦ ਦੀ ਵਿਚਾਰ ਅੰਦਰ ਪਾਣਾ ਕੀ ਹੈ। ਵੀ 1 ਸਾਲ ਭਰ ਜੋ ਕੀਤਾ ਸੀ ਨਾ, ਗੁਰੂ ਦੀ ਸੇਵਾ ਕੀਤੀ ਸੀ, ਤਾਂ ਅੰਤ ਕਾਲ ਜਿਹੜਾ ਹੈ ਨਾ ਅਸੀਂ ਉਸ ਤੋਂ ਬਚ ਸਕੇ। ਪ੍ਰਭ ਪਾਵੇ ਬਦੋ, ਫਿਰ ਇਹ ਉਹ ਕਹਿੰਦੇ ਇਸ ਦੇਹੀ ਅੰਦਰ 5 ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਹੰਕਾਰਾ, ਅੰਮ੍ਰਿਤ ਲੂਟੈ। ਅੰਮ੍ਰਿਤ ਪਾਓ, ਜੋ ਤੇਰੇ ਅੰਦਰ ਬੈਠਿਆ ਹੋਇਆ ਰੱਬ ਹੈ। ਅੰਮ੍ਰਿਤ ਤੇ ਕੇਵਲ ਰੱਬ ਹੈ, ਨਾ ਮਰਨ ਵਾਲਾ, ਉਹ ਅਬਨਾਸ਼ੀ ਰਾਇਆ ਹੈ।
ਇਹ ਵਿਕਾਰ ਅੰਦਰੋਂ ਤੇਰੇ ਰੱਬ ਨੂੰ ਲੁੱਟ ਲੈਂਦੇ, ਤੇਰੇ ਜੀਵਨ ਚੋਂ ਰੱਬ ਨੂੰ ਖਤਮ ਕਰ ਦਿੰਦੇ ਨੇ। ਤੇ ਜੇ ਸਾਲ ਭਰ ਬੱਚੇ ਨੇ ਪੜ੍ਹਾਈ ਕੀਤੀ ਹੋਵੇ ਤੇ ਗੁਰੂ ਕਰਦਾ ਕਿ ਇਹਨਾਂ ਨੇ ਗੁਰੂ ਪਕੜਾਏ ਹਾਰ ਕੇ ਚਰਨਾ। ਗੁਰੂ ਜਿਹੜਾ ਨਾ ਉਹ ਤੈਨੂੰ ਕਹਿੰਦੇ ਗੁਰ ਮਿਲਿਆ ਹਰ ਮੇਲਾ ਹੋਈ, ਗੁਰ ਸੇਵੇ ਸੋ ਠਾਕੁਰ ਜਾਣੇ। ਜਿਹਨੇ ਗੁਰੂ ਕੋਲ ਜਿਸਨੇ ਗਿਆਨ ਉਹਨੇ ਕਹਿੰਦੇ ਫਿਰ ਗੁਰ ਸਤਿਗੁਰ ਸੇਵੇ ਸਦਾ ਪ੍ਰਭ ਪਾਇਆ। ਰੱਬੀ ਗੁਣਾ ਦੇ ਨਾਲ ਜੀਵਨ ਜਿਉਣਾ ਹੀ ਰੱਬੀ ਮਿਲਾਪ ਹੈ। ਇਹ ਹੁਕਮਾਂ ਦੇ ਅਨੁਕੂਲ ਨਾਮ ਦੇ ਅਗਵਾਈ ਵਿੱਚ ਜੀਵਨ ਬਤੀਤ ਕਰਨਾ ਹੀ ਪਰਮਾਤਮਾ ਦਾ ਮਿਲਾਪ ਹੈ। ਸਤਿਗੁਰ ਸੇਵ ਸਦਾ ਪ੍ਰਭ ਪਾਇਆ, ਆਪੇ ਆਪ ਮਿਲਾਇਂਦਾ। ਉਹਨਾਂ ਦੇ ਇਹ ਨਿਯਮ ਨੇ। ਕਹਿੰਦੇ ਅਟਲ ਬਚਨ ਸਾਧੂ ਜਨਾ ਸਭ ਮੈਂ ਪ੍ਰਗਟਾਇਆ। ਅਟਲ ਉਹ ਜਿਹੜਾ ਜੋ ਕਦੀ ਚੇਂਜ ਨਹੀਂ ਹੋਏ, ਉਹਨੇ ਪ੍ਰਗਟਾਇਆ। ਕੀ ਪ੍ਰਗਟਾਇਆ? ਕਹਿੰਦਾ ਜਿਸ ਜਨ ਹੋਵਾ ਸਾਧ ਸੰਗ ਤਿਸ ਭੇਟੈ ਹਰ ਰਾਇਆ। ਜਿਸ ਨੂੰ ਗੁਰੂ ਮਿਲ ਜਾਏਗਾ ਨਾ, ਗੁਰ ਮਿਲਿਆ ਹਰ ਮੇਲਾ ਹੋਈ। ਜਿਸ ਨੂੰ ਗੁਰੂ ਮਿਲ ਜਾਏਗਾ ਉਹਨੂੰ ਰੱਬ ਮਿਲ ਹੀ ਜਾਏਗਾ। ਜਿਸ ਜਨ ਹੋਵਾ ਸਾਧ ਸੰਗ, ਸਾਧੂ ਦਾ ਸੰਗ, ਸਾਧੂ ਗੁਰੂ ਹੈ। ਜਿਸ ਨੂੰ ਸਾਧੂ ਮਿਲ ਜਾਏਗਾ ਉਹਨੂੰ ਗੁਰੂ ਮਿਲ ਹੀ ਜਾਏਗਾ, ਆਪੇ ਆਪ ਮਿਲਾਏਂਦਾ। ਹਾਂਜੀ ਵੀਰ ਜੀ। ਹਾਂ, ਧੰਨਵਾਦ ਵੀਰ ਜੀ, ਬੜੀ ਖੂਬਸੂਰਤੀ ਨਾਲ ਆਪ ਜੀ ਸਮਝਾਉਂਦੇ ਹੋ। ਧੰਨਵਾਦ ਆਪ ਜੀ ਦਾ। ਜੀ ਇਕਬਾਲ ਵੀਰ ਜੀ। ਜੀ ਜੋ ਧੁਰ ਰਾਤੇ ਸੇ ਹੁਣ ਰਾਤੇ, ਜੋ ਧੁਰ ਮੁੱਢ ਕਦੀਮ, ਜਿਹੜੇ ਮੁੱਢ ਕਦੀਮ ਕਰਤੇ ਦੇ ਨਾਲ ਰੱਤੇ ਜਾਂਦੇ ਨੇ। ਰੱਤਦੇ ਕਿਵੇਂ ਆ? ਗੁਰਪ੍ਰਸਾਦੀ ਸਹਿਜੇ ਮਤ, ਗੁਰੂ ਦੀ ਕਿਰਪਾ ਦੇ ਦੁਆਰਾ। ਕਿਰਪਾ ਕੀ? ਗੁਰੂ ਸ਼ਬਦ ਨਾਲ ਜੁੜ ਕੇ ਅੰਦਰ ਆਤਮਿਕ ਅਡੋਲਤਾ ਵਾਲੀ ਅਵਸਥਾ ਪ੍ਰਾਪਤ ਕਰਕੇ ਜੋ ਧੁਰ ਰਾਤੇ, ਉਹ ਧੁਰ ਨਾਲ ਰੱਤੇ ਜਾਂਦੇ ਹਨ। ਭਾਵ ਉਸ ਆਦਿ ਪੁਰਖ ਨਾਲ, ਉਸ ਕਰਤੇ ਦੇ ਨਾਲ ਜੋ ਸਾਰਿਆਂ ਦਾ ਮੁੱਢ ਹੈ, ਮੁੱਢ ਕਦੀਮ ਨਾਲ ਜੋ ਧੁਰ ਹੈ, ਉਹਦੇ ਨਾਲ ਕੀ ਰੱਤੇ ਜਾਂਦੇ ਹਨ। ਰੱਤੇ ਜਦੋਂ ਗੁਰੂ ਦੀ ਸ਼ਰਨ ਪੈ ਕੇ ਮਨ ਬਚ ਕਰਮ ਅਨੁਸਾਰ ਗੁਰੂ ਦਾ ਸਿੱਖਿਆ ਨੂੰ ਧਾਰਨ ਕਰ ਲੈਂਦੇ ਹਨ, ਫਿਰ ਉਹ ਰੱਤੇ ਜਾਂਦੇ ਹਨ। ਫਿਰ ਗੁਰੂ ਦੇ ਪ੍ਰਮਾਤਮਾ, ਗੁਰੂ ਦੀ ਕਿਰਪਾ ਦੇ ਦੁਆਰਾ ਪ੍ਰਮਾਤਮਾ ਦੇ ਦਰ ਤੇ ਪਹੁੰਚ ਜਾਂਦੇ ਹਨ, ਰੱਤੇ ਜਾਂਦੇ ਹਨ। ਸੇ ਹੁਣ ਰਾਤੇ, ਜਿਹੜੇ ਫਿਰ ਧੁਰ ਜੁੜ ਜਾਂਦੇ ਹਨ, ਗੁਰੂ ਦੀ ਸ਼ਰਨ ਪੈ ਕੇ ਮਨ ਬਚ ਕਰਮ ਅਨੁਸਾਰ ਆਪਣਾ ਜੀਵਨ ਗੁਰੂ ਦੇ ਹੁਕਮ ਅਨੁਸਾਰ ਹੀ ਬਣਾ ਲੈਂਦੇ ਹਨ। ਸੇ ਹੁਣ ਰਾਤੇ, ਉਹ ਫਿਰ ਸਦੀਵ ਕਾਲ ਰੱਤੇ ਰਹਿੰਦੇ ਹਨ। ਉਹ ਫਿਰ ਟੁੱਟਦੇ ਨਹੀਂ ਹਨ। ਉਹ ਫਿਰ ਉਹਨਾਂ ਦਾ ਏਕਸਿਉ ਚਿਤਲਾਏ ਹੀ ਬਣਿਆ ਰਹਿੰਦਾ ਹੈ, ਇੱਕ ਨਾਲ ਹੀ ਜੁੜੇ ਰਹਿੰਦੇ ਹਨ। ਸੇ ਹੁਣ ਰਾਤੇ, ਉਹ ਸਦੀਵ ਕਾਲ ਭਾਵ ਆਉਣ ਵਾਲੇ ਸਮੇਂ ਤੱਕ ਵੀ ਸਵਾਸਾਂ ਦੀ ਪੂੰਜੀ ਨੂੰ ਗੁਰੂ ਦੀ ਸ਼ਰਨ ਪੈ ਕੇ ਹੀ ਆਪਣੇ ਜੀਵਨ ਨੂੰ ਸਫਲਾ ਕਰਦੇ ਹਨ। ਗੁਰਪ੍ਰਸਾਦੀ ਗੁਰੂ ਦੀ ਕਿਰਪਾ ਦੇ ਦੁਆਰਾ ਸਹਿਜੇ ਮਾਤੇ, ਸਹਿਜ ਅਵਸਥਾ ਵਿੱਚ ਮੱਤੇ ਮਸਤ ਹੋਏ ਰਹਿੰਦੇ ਹਨ। ਤਾਂ ਹੀ ਉਹ ਧੁਰ ਨਾਲ ਜੁੜੇ ਰਹਿੰਦੇ ਹਨ ਤੇ ਅਗਾਂਹ ਵੀ ਹੁਣ ਵੀ ਜੁੜੇ ਰਹਿੰਦੇ ਹਨ। ਸਤਿਗੁਰ ਸੇਵ ਸਦਾ ਪ੍ਰਭ ਪਾਇਆ, ਉਹ ਫਿਰ ਜਿਹੜੇ ਗੁਰੂ ਦੀ ਕਿਰਪਾ ਦੇ ਦੁਆਰਾ ਸਹਿਜੇ ਰੱਤੇ ਰਹਿੰਦੇ ਹਨ, ਮਸਤੇ ਹੋਏ ਰਹਿੰਦੇ ਹਨ, ਮੱਤੇ ਹੁੰਦੇ ਹਨ, ਉਹ ਸਤਿਗੁਰ ਨੂੰ ਸਦਾ ਸੇਵ ਕੇ, ਸਤਿਗੁਰ ਦੀ ਸ਼ਰਨ ਪੈ ਕੇ, ਗੁਰੂ ਦੇ ਗੁਣਾਂ ਨੂੰ, ਸਿੱਖਿਆ ਨੂੰ ਧਾਰਨ ਕਰਕੇ ਸਦਾ ਪ੍ਰਭ ਪਾਇਆ, ਉਹ ਪ੍ਰਭੂ ਨਾਲ ਲੀਨ ਹੋ ਜਾਂਦੇ ਹਨ, ਉਹਦੇ ਹੁਕਮ ਅਨੁਸਾਰ ਹੀ ਚੱਲਦੇ ਹਨ, ਉਹਦੇ ਨਾਲ ਇਕਮਿਕ ਹੋਏ ਰਹਿੰਦੇ ਹਨ। ਸਤਿਗੁਰ ਸਤਿਗੁਰ ਨੂੰ ਸੇਵ ਕੇ ਬਾਂਹ ਪ੍ਰਭੂ ਪਕੜਾਏ, ਗੁਰ ਬਾਂਹ ਪ੍ਰਭੂ, ਕਿਉਂਕਿ ਗੁਰੂ ਜਿਹੜਾ ਹੈ ਉਹ ਸਿੱਖ ਦੀ ਬਾਂਹ ਪਰਮਾਤਮਾ ਨੂੰ ਫੜਾ ਦਿੰਦਾ ਹੈ। ਜਦੋਂ ਉਹ ਮਨ ਬਚ ਕਰਮ ਦੇ ਵਿੱਚ ਇੱਕ ਹੋ ਜਾਂਦਾ ਹੈ ਤੇ ਉਹ ਕੀ ਕਰਦਾ? ਫਿਰ ਸਤਿਗੁਰ ਸੇਵ ਸਦਾ ਪ੍ਰਭ ਪਾਇਆ, ਉਹ ਪ੍ਰਭੂ ਪਰਮਾਤਮਾ ਨਾਲ ਲੀਨ ਹੋ ਜਾਂਦੇ ਆ। ਤੇ ਜਿਹੜੇ ਫਿਰ ਪ੍ਰਭੂ ਪਰਮਾਤਮਾ ਦੇ ਨਾਲ ਲੀਨ ਹੋ ਜਾਂਦੇ ਹਨ, ਗੁਰੂ ਉਹਨਾਂ ਨੂੰ ਪਰਮਾਤਮਾ ਦੇ ਦਰ ਦਾ ਪਹੁੰਚਾ ਦਿੰਦਾ ਹੈ, ਰਸਤਾ ਦੱਸ ਦਿੰਦਾ ਹੈ, ਪਰਮਾਤਮਾ ਦੇ ਦਰ ਤੇ ਪਹੁੰਚਾ ਦਿੰਦਾ, ਆਪੇ ਆਪ ਮਿਲਾਇਂਦਾ। ਫਿਰ ਉਹ ਪਰਮਾਤਮਾ ਆਪੇ, ਇੱਕ ਵਚਨ ਹੈ, ਆਪ ਮਿਲਾਇਂਦਾ, ਉਹ ਮਿਲਾ ਲੈਂਦਾ ਹੈ। ਫਿਰ ਪਰਮਾਤਮਾ ਜਿਹੜਾ ਹੈ ਫਿਰ ਉਹਨਾਂ ਨੂੰ ਆਪਣੇ ਨਾਲ ਲੀਨ ਕਰ ਲੈਂਦਾ ਹੈ। ਪਰਮਾਤਮਾ ਹੀ ਆਪਣੇ ਨਾਲ ਮਿਲਾਉਂਦਾ ਹੈ, ਕਿਉਂਕਿ ਇੱਕ ਵਚਨ ਹੈ, ਏਕਾ ਪਰਮਾਤਮਾ ਦੇ ਪਰਥਾਏ ਆ, ਸਾਡੇ ਮਨਾਂ ਪਰਥਾਏ ਨਹੀਂ ਆ ਸਕਦਾ। ਉਹ ਫਿਰ ਜਿਹੜੇ ਸਤਿਗੁਰ ਨੂੰ ਸੇਵ ਲੈਂਦੇ ਹਨ, ਪ੍ਰਭੂ ਦਾ ਦਰ ਪ੍ਰਾਪਤ ਕਰ ਲੈਂਦੇ ਹਨ, ਤੇ ਫਿਰ ਪਰਮਾਤਮਾ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਜੀ
ਧੰਨਵਾਦ ਵੀਰ ਜੀ। ਸਤਿਗੁਰੂ ਦੇ ਬਚਨਾਂ ਦੇ ਤੁਰ ਕੇ ਫਿਰ ਪ੍ਰਮਾਤਮਾ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਧੰਨਵਾਦ ਆਪ ਜੀ ਦਾ। ਜੀ ਭੂਆ ਜੀ। ਜੋ ਤੁਰ ਰਾਤੇ ਸੇ ਹੁਣ ਰਾਤੇ ਗੁਰ ਪ੍ਰਸਾਦੀ ਸਹਿਜੇ ਮਾਤੇ। ਉਹ ਮਨ ਜਿਹੜਾ ਇੱਕ ਦੇ ਨਾਲ ਟਿਊਨਡ ਹੋ ਗਿਆ, ਉਹਦੇ ਰੰਗਾਂ ਵਿੱਚ ਰੰਗਿਆ ਗਿਆ, ਉਹਦੇ ਗੁਣਾਂ ਤੇ ਉਹਦੀ ਸਿੱਖਿਆ ਦੇ ਨਾਲ ਜਦੋਂ ਮਨ ਰੰਗਿਆ ਜਾਂਦਾ ਹੈ ਔਰ ਮਸਤ ਹੋ ਕੇ ਅਡੋਲਤਾ ਦੀ ਅਵਸਥਾ ਵਿੱਚ ਆ ਕੇ, ਚੜ੍ਹਦੀ ਕਲਾ ਦੀ ਅਵਸਥਾ ਵਿੱਚ ਆ ਕੇ, ਇਸੇ ਨੂੰ ਕਹਿੰਦੇ ਨੇ ਉਸ ਇੱਕ ਦੀ ਬਖਸ਼ਿਸ਼, ਉਸ ਦਾ ਪ੍ਰਸਾਦ, ਉਸ ਦਾ ਗ੍ਰੇਸ। ਜਦੋਂ ਮਨ ਇਸ ਚੀਜ਼ ਨਾਲ ਟਿਊਨਡ ਹੋ ਜਾਂਦਾ, ਇਹੀ ਉਸ ਗੁਰ ਦੀ ਸੇਵਾ ਹੈ, ਉਸ ਇੱਕ ਦੀ ਸੇਵਾ ਹੈ। ਔਰ ਜਦੋਂ ਉਹ ਮਨ ਉਸ ਦੀ ਸੇਵਾ ਵਿੱਚ ਲੱਗ ਗਿਆ, ਇਨਟਿਊਨਡ ਹੋ ਗਿਆ, ਸਮਝੋ ਉਸ ਇੱਕ ਨੂੰ ਪਾ ਲਿਆ। ਔਰ ਜਦੋਂ ਇੱਕ ਨੂੰ ਪਾ ਲਿੱਤਾ, ਮਨ ਜਿਹੜਾ ਹੈ ਫਿਰ ਆਪਣੇ ਅੰਦਰ ਦੀ ਸਾਰੀ ਸ੍ਰਿਸ਼ਟੀ, ਇੰਦਰੀਆਂ, ਅੰਗਾਂ ਨੂੰ ਵੀ ਨਾਲ ਮਿਲਾ ਲੈਂਦਾ ਹੈ। ਹਾਂਜੀ, ਧੰਨਵਾਦ ਭੂਆ ਜੀ। ਆਪ ਜੀ ਨੇ ਮਨ ਤੇ ਟੁਕਾ ਕੇ ਸਮਝਾਣਾ ਕੀਤਾ ਹੈ। ਧੰਨਵਾਦ ਆਪ ਜੀ ਦਾ। ਜੀ ਜੀ ਸੁਖਵਿੰਦਰ ਵੀਰ ਜੀ। ਹਾਂਜੀ ਵੀਰ ਜੀ, ਜੀ ਜਿਹੜਾ ਲਫ਼ਜ਼ ਆ ਰਿਹਾ ਇੱਥੇ ਨਾ ਧੁਰ, ਉਹ ਧੁਰ ਇੱਥੇ ਜਿਹੜਾ ਲਫ਼ਜ਼ ਆ ਰਿਹਾ ਵੀ ਰੱਤਿਆ ਕਿਸ ਤਰ੍ਹਾਂ ਜਾਣਾ ਹੈ। ਅਸੀਂ ਪਹਿਲਾਂ ਇੱਥੇ ਇੱਕ ਗੱਲ ਅਸੀਂ ਇਹ ਦੇਖਣਾ, ਇੱਥੇ ਉਹਦਾ ਜਿਹੜਾ ਸਤਿਗੁਰੂ ਜੀ ਨੇ ਰੱਤੇ ਦਾ ਸ਼ੁਰੂ ਤੋਂ ਇੱਕ ਨਿਯਮ ਬਣਾਇਆ ਹੋਇਆ ਵੀ ਜੋ ਵੀ ਰੱਤਿਆ, ਜੋ ਵੀ ਚਾਹੁੰਦਾ ਹੈ ਵੀ ਉਹ ਪਰਮਾਤਮਾ ਵਿੱਚ, ਸਤਿਗੁਰੂ ਦੇ ਵਿੱਚ ਰੱਤਿਆ ਜਾਵੇ, ਉਹਦੇ ਨਾਮ ਰਾਤੇ ਰੱਤਿਆ ਜਾਵੇ ਅਨ ਦਿਨ ਰਾਤੇ। ਉਹਦਾ ਇੱਕ ਹੁਕਮ ਬਣਾਇਆ ਹੋਇਆ, ਇੱਕ ਨਿਯਮ ਬਣਿਆ ਹੋਇਆ ਸ਼ੁਰੂ ਤੋਂ। ਉਹ ਨਿਯਮ ਨਹੀਂ ਬਦਲਣਾ। ਉਹ ਨਿਯਮ ਕੀ ਹੈ ਸਤਿਗੁਰੂ ਜੀ ਸਮਝਾਉਂਦੇ ਨੇ, ਅਸੀਂ ਰੋਜ਼ ਰਾਤ ਪੜ੍ਹਦੇ ਹਾਂ, ਕਹਿੰਦੇ ਨੇ ਉਹ ਨਿਯਮ ਇੱਥੇ ਦੱਸ ਰਹੇ ਨੇ। ਕਹਿੰਦੇ ਨੇ ਜਿਨ੍ਹਾਂ ਨੇ ਉਹ ਧੁਰ ਤੋਂ ਲਿਖਿਆ ਹੋਇਆ ਜਿਹੜਾ ਰੱਤੇਨ ਵਾਲਾ ਨਿਯਮ ਹੈ, ਉਹ ਨਿਯਮ ਨੂੰ ਜਿਨ੍ਹਾਂ ਨੇ ਸੇਵਿਆ, ਉਹ ਕਹਿੰਦੇ ਨੇ ਹੁਣ ਰੱਤੇ ਨੇ। ਅਗਰ ਕੋਈ ਹੁਣ ਰੱਤਿਆ ਹੋਇਆ ਹੈ ਸਤਿਗੁਰੂ ਦੀ ਸੇਵਾ ਕਰਕੇ, ਸਤਿਗੁਰੂ ਜੀ ਦੀ ਵਿਚਾਰਧਾਰਾ ਵਿੱਚ ਪੂਰਨ ਤੌਰ ਤੇ ਰੱਤਿਆ ਹੋਇਆ ਹੈ, ਜਿਹਦਾ ਪੂਰਨ ਤੌਰ ਤੇ ਮਨ ਮੰਨ ਚੁੱਕਾ ਹੈ, ਜਿਹਦੇ ਮਨ ਦੇ ਅੰਦਰ ਪ੍ਰਭ ਪਾਇਆ ਹੋ ਚੁੱਕਾ ਹੈ, ਪ੍ਰਭੂ ਜਿਹਦੇ ਮਨ ਵਿੱਚ ਵਸ ਰਿਹਾ ਹੈ, ਕਹਿੰਦਾ ਉਹਨੇ ਇੱਕ ਤਰੀਕਾ ਅਪਣਾਇਆ ਸੀ। ਜੋ ਤਰੀਕਾ ਧੁਰ ਤੋਂ ਸ਼ੁਰੂ ਤੋਂ, ਜਦੋਂ ਤੋਂ ਵੀ ਕੀ ਕਹਿੰਦੇ ਆਦ ਸਮਝ ਕਹਿ ਲਈਏ, ਉਸੇ ਸਮੇਂ ਤੋਂ ਇਹ ਲਿਖਿਆ ਹੋਇਆ ਸੀ ਲੇਖਾ, ਇਹ ਤਰੀਕਾ, ਉਹ ਤਰੀਕਾ ਫੋਲੋ ਕੀਤਾ। ਉਹ ਤਰੀਕਾ ਕੀ ਸੀ? ਕਹਿੰਦੇ ਨੇ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ, ਇਹ ਲਿਖਿਆ ਹੋਇਆ। ਕਹਿੰਦੇ ਤਿੰਨ ਧੁਰ ਮਸਤਕ ਲਿਖਿਆ ਲਿਖਾ, ਉਹਦੇ ਮੱਥੇ ਤੇ ਹੀ ਸਤਿਗੁਰੂ ਦੇ ਮਿਲਾਪ ਦਾ, ਪ੍ਰਭੂ ਦੇ ਮਿਲਾਪ ਦਾ ਲੇਖਿਆ ਲਿਖਿਆ ਜਾਂਦਾ ਹੈ। ਭਾਵ ਉਹੀ ਸਿਰਫ ਰਤਿਆ ਜਾ ਸਕਦਾ ਜਿਨਨੇ ਇਹ ਵਾਲਾ ਤਰੀਕਾ, ਜੋ ਸਤਿਗੁਰੂ ਦੀ ਸ਼ਰਨ ਚ ਆ ਕੇ ਸਤਿਗੁਰੂ ਦੀ ਸੇਵਾ ਕਰੇਗਾ। ਇਹ ਤਰੀਕਾ ਦੱਸਿਆ ਕਿ ਜੋ ਵੀ ਚਾਹੁੰਦਾ ਵੀ ਉਹ ਸਤਿਗੁਰੂ ਵਿੱਚ ਰਤਿਆ ਜਾਏ, ਪ੍ਰਮਾਤਮਾ ਨੂੰ ਪਾਇਆ ਜਾਏ, ਪ੍ਰਮਾਤਮਾ ਨੂੰ ਜੋ ਵੀ ਪਾਣਾ ਚਾਹੁੰਦਾ ਹੈ। ਕਿਉਂਕਿ ਇਹ ਜਿਹੜਾ ਸ਼ਬਦ ਦੀ ਪਹਿਲੀ ਤੁਕ ਜਿਹੜਾ ਲਫ਼ਜ਼ ਆ ਰਿਹਾ ਨਾ ਸੇ, ਨਾ ਤਾਂ ਇੱਥੇ ਲਫ਼ਜ਼ ਆਇਆ ਜੋ ਧੁਰ ਰਾਤਾ, ਨਾ ਆਇਆ ਸੇ ਹੁਣ ਰਾਤਾ, ਰਾਤੇ ਨਹੀਂ ਰਾਤੇ ਹੈ। ਇੱਥੇ ਉਹਨਾਂ ਪਰਿਵਾਰ ਦੀ ਗੱਲ ਚੱਲ ਰਹੀ ਹੈ ਜਿਹਨੂੰ ਗੁਰਬਾਣੀ ਜੀ ਜਨਤ ਆਖਦੀ ਹੈ। ਜੀ ਜਨ, ਪਰਿਵਾਰ, ਅੰਧੀ ਰਈਅਤ ਜਿਹੜੀ ਗੱਲ ਹੈ, ਉਹ ਸਾਰੇ ਜੀਅ ਜਨਤਾ ਦੀ ਜਿਹਨੂੰ ਗੁਰਬਾਣੀ ਰੋਮ ਰੋਮ ਕਹਿੰਦੀ ਹੈ। ਇਹ ਰੋਮ ਰੋਮ ਦੀ ਗੱਲ ਚੱਲ ਰਹੀ ਹੈ ਹੁਣ। ਰੋਮ ਰੋਮ ਕਿਸ ਤਰ੍ਹਾਂ ਸ਼ਬਦ ਵਿੱਚ ਰਤੇ ਜਾਣਗੇ, ਪਰਿਵਾਰ ਕਿਸ ਤਰ੍ਹਾਂ ਸ਼ਬਦ ਨੂੰ ਗਾਵੇਗਾ। ਕਿਉਂਕਿ ਇੱਥੇ ਜਿਹੜਾ ਲਫ਼ਜ਼ ਆ ਰਿਹਾ ਨਾ ਸਤਿਗੁਰ ਸੇਵ ਸਦਾ ਪ੍ਰਭ ਪਾਇਆ, ਇਸੇ ਨੂੰ ਹੀ ਕਹਿੰਦੇ ਨੇ ਆਨੰਦ ਸਾਹਿਬ ਚ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਉੱਪਰ ਜਿਹਨੂੰ ਕਹਿੰਦੇ ਸਹਿਜੇ ਮਾਤੇ। ਜਦੋਂ ਅਸੀਂ ਸਤਿਗੁਰੂ ਸਾਨੂੰ ਸਮਝਾਉਂਦੇ ਨੇ, ਕਹਿੰਦੇ ਜਦੋਂ ਸਤਿਗੁਰੂ ਨੂੰ ਪਾਏਗਾ ਇਹੀ ਪ੍ਰਭ ਪਾਣਾ ਹੈ, ਜਿਹਨੂੰ ਆਪਾਂ ਕਹਿੰਦੇ ਨਾ ਗੁਰ ਮਿਲਿਆ ਹਰ ਮੇਲਾ ਹੋਈ। ਉਸੇ ਸ਼ਬਦ ਦੇ ਵਿੱਚ ਦੋ ਤੁਕਾਂ ਦੇ ਬਾਹਰ ਹਰ ਮੇਲਾ ਹੋਈ ਦਾ ਉਹਨੂੰ ਵੀ ਐਕਸਪਲੇਨ ਕਹਿੰਦੇ। ਪਹਿਲਾਂ ਕਹਿੰਦੇ ਨੇ ਗੁਰ ਮਿਲਿਆ ਹਰ ਮੇਲਾ ਹੋਈ, ਦੋ ਤੁਕਾਂ ਬਾਅਦ ਹੀ ਫਿਰ ਹਰ ਮੇਲਾ ਨੂੰ ਐਕਸਪਲੇਨ ਕਰਕੇ ਕਹਿੰਦੇ ਨੇ ਗੁਰ ਮਿਲਿਆ ਸਭ ਮਤ ਬੁੱਧ ਹੋਏ। ਹਰ ਮੇਲਾ ਹੋਣ ਦਾ ਕੀ ਭਾਵ ਹੈ? ਪ੍ਰਮਾਤਮਾ ਨੂੰ ਪਾਉਣ ਦਾ ਕੀ ਭਾਵ ਹੈ? ਪਰਮਾਤਮਾ ਬਾਰੇ ਸਾਰੀ ਮਤ, ਸੱਚ ਦੀ ਮਤ, ਸੱਚ ਦੀ ਬੁੱਧ ਜਦੋਂ ਸਾਨੂੰ ਪ੍ਰਾਪਤ ਹੁੰਦੀ ਹੈ ਨਾ, ਜਦੋਂ ਜਿਹਨੂੰ ਕਹਿੰਦੇ ਮੰਨੈ ਸੁੱਤ ਹੋਵੇ ਮਨ ਬੁੱਧ, ਉਹ ਮਤ ਬੁੱਧ ਪ੍ਰਾਪਤ ਹੋਣਾ ਹੀ ਹਰੀ ਨੂੰ ਪਾਉਣਾ ਹੈ। ਗੁਰ ਮਿਲਿਆ ਹਰ ਮੇਲਾ ਹੋਈ, ਐਸੇ ਸ਼ਬਦ ਅੱਗੇ ਕਹਿੰਦੇ ਨੇ ਗੁਰ ਮਿਲਿਆ ਸਭ ਮਤ ਬੁੱਧ ਹੋਏ। ਇਸੇ ਨੂੰ ਹੀ ਕਰਮਖੰਡ ਦੀ ਅਵਸਥਾ ਆਖਦੇ ਨੇ।
ਉੱਥੇ ਜਾ ਕੇ ਕਹਿੰਦੇ ਕੀ ਕਹਿੰਦੇ ਪਿੱਛੇ ਘੜੀ ਹੈ ਸੁਰਤ ਮਤ ਮਨ ਬੁੱਧ। ਸੁਰਤ ਨੂੰ ਮਤ ਪ੍ਰਾਪਤ ਹੁੰਦੀ ਹੈ ਤੇ ਉਸ ਮਤ ਤੋਂ ਮਨ ਦੀ ਬੁੱਧੀ ਬਣਦੀ ਹੈ, ਵਿਵੇਕ ਬੁੱਧੀ ਉਹਨੂੰ ਮਿਲਦੀ ਹੈ। ਉਹ ਹੈ ਸਭ ਮਤ ਬੁੱਧ ਹੋਏ, ਉਸੇ ਨੂੰ ਇੱਥੇ ਪ੍ਰਭ ਪਾਇਆ ਆਖਿਆ ਜਾ ਰਿਹਾ ਹੈ। ਸਤਿਗੁਰ ਨੂੰ ਸੇਵ ਕੇ ਕੀ ਮਿਲਦਾ ਹੈ? ਸਤਿਗੁਰੂ ਹੈ ਬਚਨ, ਸਤਿਗੁਰ ਹੈ ਬਾਣੀ, ਸਤਿਗੁਰੂ ਹੈ ਸ਼ਬਦ। ਸ਼ਬਦ ਦੀ ਵਿਚਾਰ ਕਰਕੇ ਕੀ ਮਿਲੇਗਾ? ਸ਼ਬਦ ਦੀ ਵਿਚਾਰਧਾਰਾ, ਸ਼ਬਦ ਦਾ ਗਿਆਨ, ਸ਼ਬਦ ਜੋ ਆਖਦਾ ਸਾਨੂੰ ਉਹ ਮਿਲੇਗਾ। ਸ਼ਬਦ ਦੇ ਗੁਰਬਾਣੀ ਵਿੱਚ ਜੋ ਸਾਨੂੰ ਸਿਧਾਂਤ ਦੱਸੇ ਗਏ ਉਹ ਸਿਧਾਂਤ ਮਿਲਦੇ ਆ, ਉਹ ਸਿਧਾਂਤਾਂ ਨੂੰ ਪਾਉਣਾ, ਉਹ ਵਿਚਾਰਧਾਰਾ ਨੂੰ ਪਾਉਣਾ ਹੀ ਪ੍ਰਭ ਪਾਉਣਾ। ਉੱਪਰ ਲਫ਼ਜ਼ ਆਇਆ ਸੀ ਸੱਚ ਹੈ ਸ਼ਬਦ ਸਦਾ ਹੈ ਮੁਕਤਾ, ਉੱਥੋਂ ਮੁਕਤਾ ਉਹ ਮਨ ਦੀ ਗੱਲ ਚੱਲ ਰਹੀ ਸੀ। ਹੁਣ ਇਹ ਜਿਹੜੀ ਲਫ਼ਜ਼ ਆ ਰਹੇ ਨੇ ਜੋ ਧੁਰ ਰਾਤੇ ਸੇ ਵੀ ਪਲੂਰਲ ਫਾਰਮ ਵਿੱਚ ਆ ਰਹੇ, ਇਹ ਚੱਲ ਰਹੀ ਹੈ। ਦੇਖੋ ਆਪਾਂ ਗੱਲ ਕੀਤੀ ਸੀ ਨਾ, ਵਿੱਚ ਰਹਿ ਗਈ ਸੀ ਤੁਕ। ਕਹਿੰਦੇ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ। ਅੱਗੇ ਕੀ ਕਹਿੰਦੇ ਰਾਗ ਰਤਨ ਪਰਿਵਾਰ, ਪਰਿਵਾਰ ਪਰੀਆਂ ਸ਼ਬਦ ਗਾ। ਹੁਣ ਪਰਿਵਾਰ ਵੀ ਸ਼ਬਦ ਗਾਉਣ ਆਉਂਦੇ ਨੇ। ਪਰਿਵਾਰ ਦੇ ਮੈਂਬਰ ਜਿਹਨੂੰ ਗੁਰਬਾਣੀ ਜੀ ਜੰਤ ਰੋਮ ਰੋਮ ਰਈਅਤ ਉਹ ਆਖਦੀ ਹੈ, ਉਹ ਵੀ ਹੁਣ ਰੱਤੇ ਗਏ। ਰੱਤੇ ਗਏ ਦੀ ਇੱਕ ਡੈਫੀਨੇਸ਼ਨ ਗੁਰਬਾਣੀ ਵਿੱਚ ਹੋਰ ਵੀ ਹੈ। ਕਹਿੰਦੇ ਨੇ ਰੱਤੇ ਗਏ ਕਿਸਨੂੰ ਕਹਿੰਦੇ ਨੇ ਵੀ ਰੱਤੇ ਗਏ? ਕਹਿੰਦੇ ਨੇ ਰੱਤੇ ਸੇਈ ਜੇ ਮੁਖ ਨਾ ਮੋੜਨ ਜਿਨ੍ਹਾਂ ਸੰਜਾਤਾ ਸਾਈ। ਹੁਣ ਇਹ ਅੰਦਰਲੇ ਜਿਹੜੇ ਜੀ ਜੰਤ ਨੇ ਇਹਨਾਂ ਨੇ ਅੰਦਰ ਜਿਹੜਾ ਸਾਈ ਹੁਣ ਮਨ ਵਿੱਚ ਰੱਬ ਪਰਮਾਤਮਾ ਆ ਕੇ ਵਸ ਗਿਆ, ਜਿਸ ਨੂੰ ਕਹਿੰਦੇ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਇਸਕਾ ਨਾਮ ਸਤ ਰਾਮਦਾਸ। ਉਹ ਜਦੋਂ ਮਨ ਵਿੱਚ ਸਤਿਗੁਰੂ ਆ ਕੇ ਵਸ ਜਾਂਦਾ ਹੈ, ਸਤਿਗੁਰੂ ਨੂੰ ਜਦੋਂ ਅਸੀਂ ਪਾ ਲੈਂਦੇ ਹਾਂ, ਜਿਹਨੂੰ ਕਹਿੰਦੇ ਨੇ ਸਤਿਗੁਰਤਾ ਪਾਇਆ ਸਹਿਜ ਸੇਤੀ, ਉਸ ਤੋਂ ਬਾਅਦ ਫਿਰ ਉਹਨੂੰ ਕਹਿੰਦੇ ਨੇ ਹੁਣ ਉਹ ਸਾਰੇ ਵੀ ਉਹਦੇ ਵਿੱਚ ਰੱਤੇ ਜਾਂਦੇ ਨੇ, ਮੁੱਖ ਨਹੀਂ ਮੋੜਦੇ ਉਸ ਤੋਂ। ਜੋ ਉਹ ਆਖਦਾ ਵੱਡਾ ਸਾਹਿਬ ਆਖਦਾ, ਨਾਨਕ ਵੱਡਾ ਆਖੀਏ, ਉਹ ਜੋ ਵੱਡਾ ਆਖਦਾ ਉਹਨੂੰ ਇਹ ਸਾਰੇ ਸੁਣਦੇ ਨੇ। ਉਹਨੂੰ ਕਹਿੰਦੇ ਨੇ ਸੁਣ ਵੱਡਾ ਆਖੈ ਸਭ ਕੋਈ, ਇਹ ਸਾਰੇ ਸੁਣਦੇ ਨੇ। ਫਿਰ ਸੁਣ ਕੇ ਕੀ ਕਰਦੇ ਨੇ? ਸਭ ਕੀ ਮਤ ਮਿਲ ਕੀਮਤ ਪਾਈ। ਇਹ ਸਾਰਿਆਂ ਦੀ ਮਤ ਮਿਲਦੀ ਹੈ, ਉਸ ਦੀ ਮਤ ਦੇ ਨਾਲ ਮਿਲ ਕੇ ਇਹ ਵੀ ਉਹ ਕੀਮਤੀ ਵਸਤੂ ਪ੍ਰਾਪਤ ਕਰ ਲੈਣ। ਇਸੇ ਨੂੰ ਕਹਿੰਦੇ ਨੇ ਆਪੈ ਆਪ ਮਿਲਾਏ। ਜਦੋਂ ਇਹ ਉਸ ਦੇ ਵਿੱਚ ਰੱਤੇ ਜਾਂਦੇ, ਭਾਵ ਰੱਤਨ ਦਾ ਭਾਵ ਕੀ ਹੈ? ਉਸ ਵੱਲੋਂ ਮੁੱਖ ਨਹੀਂ ਮੋੜਦੇ। ਜੋ ਹੁਣ ਸਤਿਗੁਰੂ ਮਨ ਦੇ ਵਿੱਚ ਵਸ ਕੇ ਜੋ ਕੁਝ ਬੋਲਦਾ ਹੈ ਸੱਚ, ਉਸ ਨੂੰ ਕਹਿੰਦੇ ਨੇ ਰੱਤੇ ਸੇਈ ਜੇ ਮੁਖ ਨਾ ਮੋੜਨ। ਹੁਣ ਉਹ ਜੋ ਆਖਦਾ ਸਤਿਗੁਰੂ ਉਹਨੂੰ ਉਸ ਤੋਂ ਇਹ ਮੁਖ ਨਹੀਂ ਮੋੜਦੇ, ਉਹਨੂੰ ਸੱਤ ਸੱਤ ਕਰਕੇ ਮੰਨਦੇ ਆ। ਇਹਨੂੰ ਕਹਿੰਦੇ ਨੇ ਗੁਰ ਕਹਿਆ ਸਾਕਾਰ ਕਮਾਵੇ। ਇਹ ਗੁਰੂ ਦੀ ਜੋ ਗੁਰੂ ਕਹਿੰਦਾ ਉਹਨੂੰ ਕਮਾਉਂਦੇ ਨੇ। ਰੱਤੇ ਗਏ ਹੁਣ ਉਹਦੇ ਵਿੱਚ, ਮੁਖ ਨਹੀਂ ਮੋੜਦੇ। ਮੁਖ ਨਾ ਮੋੜਨਾ ਹੀ ਰਤਨਾ ਹੈ। ਜੋ ਸਤਿਗੁਰੂ ਗੁਰਬਾਣੀ ਸਾਨੂੰ ਉਪਦੇਸ਼ ਦਿੰਦੇ ਨੇ, ਅਗਰ ਅਸੀਂ ਉਸ ਵੱਲ ਉਪਦੇਸ਼ ਵੱਲੋਂ ਮੁਖ ਨਾ ਮੋੜੀਏ, ਉਸੇ ਨੂੰ ਕਹਿੰਦੇ ਨੇ ਰਸਤਾ ਹੈ। ਉਹਦਾ ਭਾਵ ਜਦੋਂ ਮਨ ਵੀ ਹੁਕਮ ਵਿੱਚ ਕਾਰ ਕਰ ਰਿਹਾ, ਉਹ ਪਿਛਲੇ ਬੰਦ ਵਿੱਚ ਸੀ, ਹੁਣ ਜੀ ਜੰਤ ਵੀ ਹੁਕਮ ਵਿੱਚ ਕਾਰ ਕਰਨ ਲੱਗ ਗਏ ਨੇ, ਕਿਉਂਕਿ ਰੱਤੇ ਗਏ ਉਹਦੇ ਵਿੱਚ। ਉਹਦੇ ਮੁਖ ਉਸ ਤੋਂ ਮੁਖ ਨਹੀਂ ਮੋੜਦੇ। ਜੋ ਉਹ ਆਖਦਾ ਉਹ ਸੱਚ ਸੱਚ ਕਰਕੇ ਕਰਦੇ ਨੇ, ਉਸ ਨੂੰ ਕਹਿੰਦੇ ਨੇ। ਇਸ ਤਰ੍ਹਾਂ ਕਹਿੰਦੇ ਨੇ ਮਨ ਦੇ ਵਿੱਚ ਜਿਹੜਾ ਆਪ ਵਸਦਾ ਨਾ, ਉਸ ਨੂੰ ਕਹਿੰਦੇ ਨੇ ਆਪ ਸੱਤ। ਹੁਣ ਉਹ ਕਰ ਕੀ ਰਿਹਾ ਉੱਥੇ ਬੈਠ ਕੇ? ਕੀ ਆ? ਸਭ ਸੱਤ ਜਿਹੜੇ ਬਾਕੀ ਸਾਰੇ ਜੀ ਜੰਤ ਨੇ ਨਾ, ਰੋਮ ਰੋਮ ਜਿਹਨੂੰ ਗੁਰਬਾਣੀ ਕਹਿੰਦੀ, ਜਿਹਨੂੰ ਸੰਸਾਰ ਆਖਦੀ ਹੈ ਗੁਰੂ, ਉਹਨਾਂ ਨੂੰ ਵੀ ਸੱਤ ਬਣਾ ਰਿਹਾ। ਇਹਨੂੰ ਕਹਿੰਦੇ ਆਪੈ ਆਪ ਮਿਲਾਏ ਦਾ। ਉਹਨਾਂ ਨੂੰ ਮਿਲਾ ਰਿਹਾ ਹੈ, ਮਿਲ ਰਹੇ ਹਨ। ਕਿਉਂ? ਕਿਉਂਕਿ ਮੁੱਖ ਨਹੀਂ ਮੋੜ ਰਹੇ ਉਹਨਾਂ ਤੋਂ। ਸਤਿਗੁਰੂ ਜੀ ਆਖ ਰਿਹਾ ਇਹ ਸੱਤ ਸੱਤ ਕਰਕੇ ਮੰਨੀ ਜਾ ਰਹੇ ਨੇ, ਉਹ ਵੀ ਸੱਤ ਹੋਈ ਜਾ ਰਹੇ ਨੇ। ਇਹ ਕਰ ਕੌਣ ਰਿਹਾ? ਆਪ ਸੱਤ। ਕੀ ਆ? ਹੁਣ ਉੱਥੇ ਬੈਠ ਕੇ ਕੀ ਕਰ ਰਿਹਾ ਹੈ? ਸਾਰਿਆਂ ਨੂੰ ਸੱਤ ਕਰ ਰਿਹਾ ਹੈ। ਆਪੇ ਆਪ ਮਿਲਾਇੰਦਾ, ਆਪੇ ਆਪ ਸਤਿਰੂਪ ਪਰਮਾਤਮਾ ਉੱਥੇ ਸਾਰਿਆਂ ਨੂੰ ਸੱਤ ਬਣਾ ਰਿਹਾ, ਸੱਤ ਵਿੱਚ ਸਮਾ ਰਿਹਾ, ਸੱਤ ਵਿੱਚ ਮਿਲਾ ਰਿਹਾ ਹੈ। ਸਾਰਿਆਂ ਨੂੰ ਹਰ ਮੇਲਾ ਹੋਈ ਕਰ ਰਿਹਾ ਹੈ, ਸਾਰਿਆਂ ਨੂੰ ਬੁੱਧ ਦੇ ਰਿਹਾ ਹੈ, ਸਾਰਿਆਂ ਦੀ ਬੁੱਧ ਵਿਵੇਕ ਬੁੱਧੀ ਬਣਾ ਰਿਹਾ ਹੈ। ਇਹ ਇਸ ਤੁਕ ਦੀ ਸੱਚਖੰਡ ਵਾਲੀ ਅਵਸਥਾ ਇਸ ਤੁਕਾਂ ਵਿੱਚ ਬਿਆਨ ਕਰ ਰਹੇ। ਹਾਂਜੀ, ਧੰਨਵਾਦ ਵੀਰ ਜੀ। ਰੱਤੇ ਦੀ ਆਪਨੇ ਰੱਤੇ ਨੂੰ ਵੀ ਡਿਫਾਈਨ ਕਰਕੇ ਸਮਝਾਣਾ ਕੀਤਾ। ਇੱਕ ਕਪੜਾ ਲਈਏ ਨਾ, ਪਾਣੀ ਵਿੱਚ ਭਿਜਾ ਦਈਏ ਉਹਨੂੰ, ਤੇ ਕਿਧਰੋਂ ਸੁੱਕਾ ਨਹੀਂ ਰਹਿੰਦਾ। ਤੇ ਮਨ ਵੀ ਸ਼ਬਦ ਨਾਲ ਪੂਰਨ ਤੌਰ ਤੇ ਭਿਜ ਜਾਏ, ਕਿਧਰੇ ਕੋਈ ਕਿਣਕਾ ਮਾਤਰ ਵੀ ਮਾਇਆ ਦਾ ਪ੍ਰਭਾਵ ਅੰਦਰ ਨਾ ਜਾਏ, ਭਿਜਿਆ ਗਿਆ, ਪੂਰੀ ਤਰ੍ਹਾਂ ਭਿਜ ਗਿਆ। ਧੰਨਵਾਦ ਆਪ ਜੀ ਦਾ, ਬੜੇ ਖੁੱਲ ਕੇ ਵਿਚਾਰ ਦਿੰਦੇ ਹੋ ਆਪ ਜੀ। ਭੁਪਿੰਦਰ ਵੀਰ ਜੀ ਨੇ ਜੁਆਇਨ ਕੀਤਾ। ਜੀ ਆਇਆਂ ਨੂੰ ਵੀਰ ਜੀ।
ਜੀ ਆਪ ਜੀ ਸ਼ਾਂਤੀ ਰਾਜੇ। ਜਿਹੜਾ ਅਸੀਂ ਆਪਣੇ ਕੰਟੈਕਸਟ ਨੂੰ ਲੈ ਕੇ ਚੱਲ ਰਹੇ ਹਾਂ, ਉਹਦੇ ਵਿੱਚ ਜਿਹੜਾ ਮਨ ਰਾਈਟ ਫਰੋਮ ਬਿਗਨਿੰਗ ਆਪਣੀ ਕੂੜ ਨੂੰ ਛੱਡ ਕੇ ਸਤਿਗੁਰ ਦੀ ਮੱਤ ਅੱਗੇ ਆਪਣਾ ਸੀਸ ਭੇਟ ਕਰ ਚੁੱਕਾ ਹੈ, ਉਹ ਆਪਣੀ ਸ੍ਰਿਸ਼ਟੀ ਬਣਾਉਣ ਯੋਗ ਹੋ ਗਿਆ। ਹੁਣ ਇਹ ਜਿਹੜਾ ਮਨ ਹੈ, ਇਸ ਨੂੰ ਪੂਰੀ ਤਰ੍ਹਾਂ ਰਿਅਲਾਈਜੇਸ਼ਨ ਹੈ ਕਿ ਜੇ ਮੈਂ ਸਤਿਗੁਰ ਦੀ ਮੱਤ ਵਾਲੀ ਵਿਧ ਲੈਂਦਾ ਹਾਂ ਤਾਂ ਮੈਨੂੰ ਚੰਗੇ ਗੁਣ ਪ੍ਰਾਪਤ ਹੁੰਦੇ ਨੇ। ਉਹਨੂੰ ਕਹਿੰਦੇ ਨੇ ਏਕਾ ਮਾਈ ਜੁਗਤ ਹੋਈ ਤਿੰਨ ਚੇਲੇ ਪ੍ਰਵਾਨ। ਉਹਨੂੰ ਚੰਗੇ ਚੰਗੇ ਗੁਣਾ ਦੀ ਉਤਪਤੀ ਔਰ ਚੰਗੇ ਚੰਗੇ ਗੁਣਾ ਦਾ ਰਿਜ਼ਕ ਭੋਜਨ ਅਤੇ ਅਵਗੁਣਾ ਤੋਂ ਕਿਸ ਤਰ੍ਹਾਂ ਵਾਈਸਿਸ ਨਾਲ ਡੈਥ ਹੁੰਦੀ ਹੈ, ਇਸ ਬਾਰੇ ਸਾਰੀ ਸੁਚੇਤਤਾ ਆ ਗਈ। ਇਹਦਾ ਮਤਲਬ ਇਹ ਲੜੀਵਾਰ ਨਾ ਇੱਕ ਮਨ ਕੀ ਮੱਤ ਵਾਲੀ ਮਾਇਆ, ਜਿਹਨੂੰ ਰਜੋ ਤਮੋ ਸਤੋ ਕਹਿੰਦੇ ਨੇ, ਵਾਈਸਿਸ ਕਹਿੰਦੇ ਨੇ, ਤੇ ਇੱਕ ਸਤਿਗੁਰ ਦੀ ਦਿੱਤੀ ਹੋਈ ਸੁਮਤ ਵਾਲੀ ਮਾਇਆ, ਜਿਹਨੂੰ ਸੁਮਤ ਕਹਿੰਦੇ ਨੇ। ਇਹ ਉਸ ਦੇ ਕੰਪੈਰੀਜ਼ਨ ਤੇ ਚਲਦੇ ਆਂਦੇ ਨਾ ਕਹਿੰਦੇ ਨੇ ਉਸ ਨੂੰ ਇਹ ਦੋਨੋਂ ਬਾਰੇ ਪੂਰੀ ਤਰ੍ਹਾਂ ਸੋਝੀ ਹੋ ਚੁੱਕੀ ਹੋਈ ਹੈ। ਉਹ ਆਪਣੀ ਸ੍ਰਿਸ਼ਟੀ ਉਸ ਤਰ੍ਹਾਂ ਉਸਦੇ ਨਾਲ ਰਚਦਾ ਹੈ, ਚੰਗੇ ਗੁਣ ਪ੍ਰਾਪਤ ਕਰਦਾ ਹੈ। ਹੁਣ ਅੱਜ ਦਾ ਪਦਾ ਆਇਆ ਗੁਰਮੁਖ ਏਕਸਿਓ ਲੀਲਾਏ। ਉਹ ਜਿਹੜਾ ਮਨ ਹੈ ਉਹ ਗੁਰੂ ਦੀ ਮਾਤ ਨੂੰ ਲੈ ਕੇ ਇੱਕ ਨਾਲ ਜੁੜਿਆ ਰਹਿੰਦਾ ਹੈ, ਵਿਜ਼ਡਮ ਨੂੰ ਹੀ ਫੋਲੋ ਕਰਦਾ ਹੈ, ਕਿਉਂਕਿ ਜਮ ਮਤ ਤੇ ਬਾਹਰ ਹੀ ਛੋੜ ਆਇਆ। ਤ੍ਰਿਵਿਧ ਵੰਸ਼ਾ ਮਨਹਿ ਸਮਾਏ। ਉਹਨੂੰ ਮਨਹਿ ਸਮਾਏ ਵਨਨੈਸ ਕਿਵੇਂ ਪ੍ਰਾਪਤ ਹੁੰਦੀ ਹੈ? ਉਹਨੂੰ ਵਨਨੈਸ ਤਾਂ ਪ੍ਰਾਪਤ ਹੁੰਦੀ ਹੈ ਕਿਉਂਕਿ ਉਹਨੇ ਜਿਹੜੀ ਤ੍ਰੈ ਗੁਣੀ ਮਾਇਆ ਸੀ ਨਾ, ਜਿਹਨੂੰ ਅਸੀਂ ਦੂਜੇ ਭਾਏ ਪਿਛਲੇ ਪਦੇ ਵਿੱਚ ਕਿਹਾ ਸੀ, ਉਹ ਤ੍ਰੈ ਗੁਣ ਵਾਲੇ ਭਰਮ ਵਾਲੀ ਮਾਇਆ ਉਹਨੇ ਛੱਡ ਦਿੱਤੀ ਔਰ ਸਤਿਗੁਰ ਦੀ ਮੱਤ ਵਾਲੀ ਏਕਮਾਈ ਜੁਗਤ ਵਿਆਈ ਵਾਲੀ ਵਿਧ ਨੂੰ ਸਮਝਿਆ ਤਾਂ ਕਿ ਉਹਨੂੰ ਵਨਨੈਸ ਅੰਦਰ ਪ੍ਰਾਪਤ ਹੋ ਜਾਏ। ਵਰਨਾ ਉਹ ਜਿਹੜੀ ਖੋਟ ਹੁੰਦੀ ਹੈ ਉਹਨੂੰ ਤੇ ਅੰਦਰ ਲੈ ਕੇ ਆ ਹੀ ਨਹੀਂ ਸਕਦਾ। ਇਹਦਾ ਮਤਲਬ ਮਨਸ਼ਾ ਨਾ ਪੋਜ਼ਿਟਿਵ ਵੀ ਹੁੰਦੀ ਹੈ। ਉਹਦੀ ਮਨਸ਼ਾ ਪੋਜ਼ਿਟਿਵ ਸੀ ਕਿ ਮੈਂ ਕੁੜਿਆਰ ਤੋਂ ਸਚਾਰ ਬਣਨਾ ਹੈ। ਉਹਨੂੰ ਕਿਹਾ ਖੋਟੇ ਸੱਟੀਆਂ ਬਾਰ-ਬਾਰ, ਅੰਦਰ ਤੇ ਕੂੜ ਚਲਦੀ ਨਹੀਂ ਹੈ, ਤੈਨੂੰ ਖੋਟ ਬਾਹਰ ਰੱਖ ਕੇ ਆਣੀ ਪਏਗੀ। ਉਹ ਖੋਟ ਵਾਲੀ ਮੱਤ ਛੱਡ ਕੇ ਸਤਿਗੁਰ ਦੀ ਮੱਤ ਵਾਲੀ ਜੁਗਤ ਵਿਦ ਦੇ ਚੰਗੇ ਚੰਗੇ ਗੁਣ ਵਾਲੀ ਮਨਸ਼ਾ ਲੈ ਕੇ ਨਿਜ ਘਰ ਅੰਦਰ ਜੁੜ ਜਾਂਦਾ ਹੈ। ਉਹ ਇਹ ਵਾਸਤਾ ਕਦੋਂ ਵਾਪਰਦੀ ਹੈ? ਇੱਕ ਜਗ੍ਹਾ ਗੁਰੂ ਸਾਹਿਬ ਸ਼ਬਦ ਉਚਾਰਦੇ ਨੇ, ਮਨ ਰਾਜਾ ਮਨ ਮਨ ਤੇ ਮਾਨਿਆ। ਮਨਸ਼ਾ ਮਨ ਹੈ ਸਮਾਈ, ਉਹਨੇ ਮੰਨ ਲਿਆ ਔਰ ਹੁਣ ਚੰਗੇ ਗੁਣਾਂ ਦੀ ਮਨਸ਼ਾ ਲੈ ਕੇ ਵਨਨੈਸ ਉਹਨੇ ਪ੍ਰਾਪਤ ਕੀਤੀ। ਅਵਗੁਣਾ ਵਾਲੀ ਮਨਸ਼ਾ ਦੇ ਨਾਲ ਤੇ ਉਹ ਨੇੜੇ ਆਂਦਾ ਸੀ, ਉਹਦੀ ਗੱਲਬਾਤ ਤੇ ਨਹੀਂ ਬਣਦੀ ਸੀ, ਉਹ ਤੇ ਮਨ ਦੀ ਹੀ ਸੁਣਦਾ ਰਹਿੰਦਾ ਸੀ। ਮਨ ਤੋਂ ਮੰਦੇ ਹੀ ਫੁਰਦੇ ਸਨ, ਵਾਈਸਿਸ ਹੀ ਅਟਰੈਕਟ ਕਰਦੀਆਂ ਸਨ। ਸੋ ਵਨਨੈਸ ਪ੍ਰਾਪਤ ਕਰਦਾ ਹੈ। ਸਾਚਾ ਸ਼ਬਦ ਸਦਾ ਹੈ ਮੁਕਤਾ। ਉਹ ਡੀਮਨ ਥਾਟਸ ਵੱਲੋਂ ਮੁਕਤ ਹੈ ਔਰ ਮਾਇਆ ਮੋਹ ਚੁਕਾਇੰਦਾ। ਇਹ ਮਾਇਆ ਕਿਹੜੀ ਹੈ? ਇਹ ਮਾਇਆ ਜਿਹੜਾ ਮੋਹ ਹੈ, ਇਹ ਉਹ ਮਨ ਕੀ ਮੱਤ ਵਾਲੀ ਮਾਇਆ, ਉਸ ਤੋਂ ਇੰਜ ਆਪਣੇ ਆਪ ਨੂੰ ਚੁਕਾ ਲਈਦਾ ਹੈ। ਇਸ ਤਰ੍ਹਾਂ ਜ਼ਿੰਦਗੀ ਦੀ ਸਾਲਵੇਸ਼ਨ ਪ੍ਰਾਪਤ ਕਰ ਲਈਦਾ ਹੈ। ਮਨ ਕੀ ਮੱਤ ਤੋਂ ਇੰਜ ਛੁੱਟ ਜਾਈਦਾ ਹੈ। ਜਦੋਂ ਸਤਿਗੁਰ ਦੀ ਮੱਤ ਦੇ ਨਾਲ ਜੁਗਤ ਵਿਆਹੀ ਹੋ ਜਾਏ ਤਾਂ ਫਿਰ ਚੰਗੇ ਗੁਣਾਂ ਦੀ ਨਵੀਂ ਸ੍ਰਿਸ਼ਟੀ ਬਣਦੀ ਹੈ। ਕਿਉਂਕਿ ਤਾਂ ਹਰ ਜਨ ਐਸਾ ਚਾਹੀਏ ਜੈਸੇ ਹਰ ਹੀ ਹੋਏ ਇੱਕ ਹੋ ਜਾਂਦਾ ਹੈ। ਇਹ ਆਪਣੇ ਤੇ ਅਪਲਾਈ ਕਰਨ ਦਾ ਅਰਥ ਅਸੀਂ ਸਮਝਦੇ ਹਾਂ। ਹੁਣ ਆਇਆ ਜੋ ਧੁਰ ਰਾਤੇ ਸੇ ਹੁਣ ਰਾਤੇ, ਜੋ ਰਾਈਟ ਫਰੋਮ ਬਿਗਨਿੰਗ ਸੱਚ ਨਾਲ ਜੁੜਿਆ ਹੈ। ਅੱਛਾ, ਮੇਰੀ ਬਿਗਨਿੰਗ ਮਨ ਦੀ ਕਦੋਂ ਸ਼ੁਰੂ ਹੋਏਗੀ? ਜਦੋਂ ਮੈਂ ਰਿਅਲਾਈਜ਼ ਕਰਾਂਗਾ ਕਿ ਗੁਰਬਿਨ ਘੋਰ ਅੰਧਿਆਰ ਹੈ, ਮੈਂ ਤੇ ਹਜ਼ਾਰਾਂ ਕਰੋੜਾਂ ਸਾਲਾਂ ਤੋਂ ਹਨੇਰੇ 'ਚ ਪਿਆ ਰਿਹਾ। ਉਹਨੂੰ ਅਰਬਦ ਤੰਦੂਕਾਰਾ ਕਹਿੰਦੇ ਨੇ। ਉਹ ਸਰ ਜੀ ਮੈਂ ਉਹ ਤੇ ਛੱਡਣਾ ਚਾਹੁੰਦਾ, ਮੈਂ ਉਸ ਤੋਂ ਦੁਖੀ ਹੋ ਚੁੱਕਾ ਹਾਂ। ਹੁਣ ਤੁਸੀਂ ਮੇਰੀ ਨਵੀਂ ਸ੍ਰਿਸ਼ਟੀ ਬਣਾਓ। ਨਵੀਂ ਸ੍ਰਿਸ਼ਟੀ ਜਦੋਂ ਬਣਦੀ ਹੈ ਨਾ, ਇਹ ਜਿਹੜੀ ਬਿਗਨਿੰਗ ਹੁੰਦੀ ਹੋਈ ਨਾ, ਇਹ ਹੁਣ ਉਹ ਧੁਰ ਤੋਂ, ਨਿਜ ਘਰ ਤੋਂ, ਅੰਤਰਾਤਮੇ ਦੀ ਮੱਤ ਲੈ ਕੇ ਰਾਈਟ ਫਰੋਮ ਬਿਗਨਿੰਗ ਜਦੋਂ ਸੱਚ ਨਾਲ ਜੁੜਦਾ ਹੈ ਨਾ, ਇਹ ਉਹਦਾ ਵੇਲਾ ਆਦ ਸੱਚ ਬਣ ਗਿਆ। ਇਸ ਵੇਲੇ ਨੂੰ ਐਕਸਪਲੇਨ ਨਹੀਂ ਕਰ ਸਕਦਾ। ਜਾਂ ਕਰਤਾ ਸਿੱਧੀ ਕੋ ਸਾਜੇ ਆਪੇ ਜਾਣੇ ਸੋਈ। ਉਹ ਮਨ ਵੀ ਆਪਣੀ ਸ੍ਰਿਸ਼ਟੀ ਸਾਜ ਕੇ ਇਸ ਨੂੰ ਬਿਆਨ ਨਹੀਂ ਕਰ ਸਕਦਾ। ਹਾਂ, ਉਹ ਇਹ ਕਹਿੰਦਾ ਹੈ ਮੇਰੇ ਮਨ ਦੀ ਇਹ ਜਿਹੜੀ ਨਵੀਂ ਸ੍ਰਿਸ਼ਟੀ ਸਜੀ ਹੈ, ਇਹਨੂੰ ਕੋਈ ਗ੍ਰੰਥ ਨਹੀਂ ਦੱਸ ਸਕਦਾ, ਕੋਈ ਪੰਡਤ ਕਾਜ਼ੀ ਨਹੀਂ ਦੱਸ ਸਕਦਾ।
ਵੇਲਾ ਪੰਡਤ ਨਹੀਂ ਜਾਣਦਾ, ਕਾਜ਼ੀ ਨਹੀਂ ਜਾਣਦਾ, ਜੋਗੀ ਨਹੀਂ ਜਾਣਦਾ, ਕੋਈ ਧਰਮ ਗ੍ਰੰਥ ਨਹੀਂ ਦੱਸ ਸਕਦਾ ਕਿ ਇਹ ਮੇਰਾ ਆਦ ਸੱਚ ਦਾ ਵੇਲਾ ਕਦੋਂ ਸ਼ੁਰੂ ਹੋਇਆ। ਜੋ ਧੁਰ ਰਾਤੇ ਉੱਪਰੋਂ ਚੱਲਦਾ ਆ ਰਿਹਾ ਕਿ ਉਹਨੂੰ ਟਾਈਮ ਦੀ ਸਮਝ ਆ ਚੁੱਕੀ ਹੋਈ ਹੈ, ਉਹ ਐਟ ਪ੍ਰੈਜ਼ੈਂਟ ਹੀ ਆਪਣਾ ਸੰਭਾਲਦਾ ਹੈ। ਜੋ ਧੁਰ ਰਾਤੇ ਜਿਹਦਾ ਆਦ ਸੱਚ ਹੋ ਗਿਆ, ਉਹਦਾ ਜੁਗਾਦ ਸੱਚ ਹੋ ਗਿਆ, ਉਹਦਾ ਸੋਚਣੀ ਦਾ ਢੰਗ ਵੀ ਸੱਚ ਹੋ ਗਿਆ, ਹੈ ਵੀ ਸੱਚ। ਇਹ ਹੈ ਵੀ ਸੱਚ ਹੁਣ ਰਾਤੇ ਹੀ ਹੈ। ਉਹ ਐਟ ਪ੍ਰੈਜ਼ੈਂਟ ਵੀ ਆਪਣੀ ਜ਼ਿੰਦਗੀ ਦੇ ਹਰ ਪਲ ਵਿੱਚ ਵਿਜ਼ਡਮ ਨਾਲ ਹੀ ਟਿਊਨਡ ਰਹਿੰਦਾ ਹੈ। ਗੁਰਪ੍ਰਸਾਦੀ ਸਹਿਜੀ ਮਾਤੇ, ਹੁਣ ਉਹਦੇ ਕੋਲ ਮਨ ਕੀ ਮਤ ਵਾਲੀ ਤੇ ਗੇਮ ਹੈ ਹੀ ਨਹੀਂ ਹੈ, ਹੁਣ ਤਾਂ ਉਹਦੇ ਕੋਲ ਸਹਿਜ ਹੀ ਹੈ। ਉਹ ਗੁਰੂ ਦੀ ਮਤ ਲੈ ਕੇ ਉਹਦੇ ਅਨੁਸਾਰ ਸੱਚ ਨਾਲ ਟਿਊਨਡ ਰਹਿੰਦਾ ਹੈ। ਸਤਿਗੁਰ ਸੇਵ ਸਦਾ ਪ੍ਰਭ ਪਾਇਆ, ਉਹਨੂੰ ਨਿਜ ਕਰਦਾ ਰੱਬ ਜੀ ਨਾਲ ਮਿਲਾਪ ਹੋ ਚੁੱਕਿਆ ਹੈ। ਉਹਦਾ ਮਨ ਹਰ ਜੀ ਨਾਲ ਮਿਲ ਕੇ ਹਰ ਜਨ ਬਣ ਗਿਆ ਹੈ। ਉਹਦਾ ਮਨ ਅੰਦਰ ਦੇ ਪਾਰ ਬ੍ਰਹਮ ਨਾਲ ਮਿਲ ਕੇ ਪਾਰ ਬ੍ਰਹਮ ਬਣ ਗਿਆ ਹੈ। ਉਹਦਾ ਮਨ ਅੰਦਰ ਵਾਲੇ ਪ੍ਰਭ ਜੀ ਨਾਲ ਮਿਲ ਕੇ ਪ੍ਰਭ ਬਣ ਜਾਂਦਾ ਹੈ। ਉਹਨੂੰ ਆਪਣਾ ਆਪਾ ਸਮਝ ਆ ਜਾਂਦਾ। ਸਤਿਗੁਰ ਸੇਵ ਸਦਾ ਪ੍ਰਭ ਪਾਇਆ, ਕਿਹੜਾ ਪ੍ਰਭ ਪਾਇਆ? ਬਾਹਰ ਵਾਲਾ, ਅਸਮਾਨ ਵਾਲਾ ਨਹੀਂ, ਆਪਣੇ ਅੰਦਰ ਵਾਲਾ ਪ੍ਰਭ ਉਹਨੂੰ ਪ੍ਰਾਪਤ ਹੋ ਜਾਂਦਾ, ਆਪੇ ਆਪ ਮਿਲਾਇੰਦਾ। ਐ ਜੋ ਆਪ ਅਤੇ ਆਪਣੀ ਸਾਰੀ ਸ੍ਰਿਸ਼ਟੀ ਆਪਣੇ ਸੁਰਤ ਮਤ ਬੁੱਧ ਰੋਮ ਰੋਮ ਸਾਰਿਆਂ ਨੂੰ ਟਿਊਨਡ ਕਰ ਲੈਂਦਾ ਹੈ ਵਿਜ਼ਡਮ ਦੇ ਨਾਲ। ਮੈਨੂੰ ਇਹ ਵਾਲੇ ਅਰਥ ਆਪਣੇ ਤੇ ਅਪਲਾਈ ਕਰਨ ਵਾਲੇ ਸਮਝ ਆਏ ਨੇ। ਕੋਈ ਵੀ ਡਿਸਐਗਰੀ ਕਰ ਸਕਦਾ, ਉਹਦੇ ਵਾਸਤੇ ਮੈਂ ਖਿਮਾ ਦਿੰਦਾ ਜੀ। ਧੰਨਵਾਦ ਵੀਰ ਜੀ। ਆਪ ਜੀ ਕਿਸ ਤਰ੍ਹਾਂ ਮਨ ਬਦਲਦਾ ਹੈ, ਆਪ ਜੀ ਜੋ ਸਮਝਾਣਾ ਕਰਦੇ ਹੋ। ਬਿਕ ਸੇ ਅੰਮ੍ਰਿਤ ਪਏ ਗੁਰਮਤਿ ਬੁੱਧ ਪਾਈ। ਗੁਰੂ ਦੀ ਮੱਤ ਦੀ ਵਾਲੀ ਬੁੱਧ ਜਦੋਂ ਪ੍ਰਾਪਤ ਹੋ ਜਾਂਦੀ ਹੈ ਤੇ ਅੰਦਰ ਦਾ ਜ਼ਹਿਰ ਜਿਹੜਾ ਉਹ ਅੰਮ੍ਰਿਤ ਬਣ ਜਾਂਦਾ ਹੈ। ਦੀਪਿੰਦਰ ਸਿੰਘ ਜੀ ਨੇ ਇੱਕ ਸਵਾਲ ਪਾਇਆ ਕਿ ਹਰਵਿੰਦਰ ਜੀ ਨੇ ਕੋਟ ਕੀਤਾ ਕਿ ਸਤਿਗੁਰ ਬੰਦੀ ਛੋੜ ਮੈਨੂੰ ਕਿਧਰੇ ਕਿਸੇ ਅੰਕ ਤੇ ਲੱਭਿਆ ਨਹੀਂ, ਅੰਕ ਨੰਬਰ ਦੱਸਣਾ। ਦੀਪਿੰਦਰ ਸਿੰਘ ਜੀ, ਅਗਰ ਅਸੀਂ ਧਿਆਨ ਦਈਏ ਨਾ, ਸਾਨੂੰ ਹਰ ਅੰਕ ਤੇ ਹੀ ਸਤਿਗੁਰ ਬੰਦੀ ਛੋੜ ਨਜ਼ਰ ਆ ਜਾਏਗਾ। ਅਸੀਂ ਸਿਰਫ ਅਲਫਾਜ਼ ਵੱਖਰੇ ਹੋਣਗੇ, ਹਰ ਅੰਕ ਤੇ ਸਾਨੂੰ ਹਰ ਸ਼ਬਦ ਵਿੱਚ ਹੀ ਸਤਿਗੁਰ ਬੰਦੀ ਛੋੜ ਦੇ ਦਰਸ਼ਨ ਹੀ ਹੋ ਰਹੇ ਨੇ। ਸਤਿਗੁਰ ਬੰਦੀ ਛੋੜ ਬੰਦਨਾ ਤੋਂ ਮੁਕਤ ਕਰਾਉਂਦੇ ਨੇ। ਰੋਜ਼ਾਨਾ ਹੀ ਗੁਰੂ ਸਾਹਿਬ ਸਾਨੂੰ ਦਰਸ਼ਨ ਕਰਾਉਂਦੇ ਹਨ। ਅਲਫਾਜ਼ ਵੱਖਰੇ ਹੋ ਸਕਦੇ, ਅਲਫਾਜ਼ ਵੱਖਰੇ ਹਨ, ਲੇਕਿਨ ਬੰਦਨਾ ਤੋਂ ਮੁਕਤ ਕਰਾਉਣ ਵਾਲੇ ਸਤਿਗੁਰ ਹਨ। ਜੀ ਗੁਰਦੀਪ ਜੀ। ਉਹਦੇ ਜਿਹੜੇ ਵੀਰ ਜੀ ਅਰਥ ਹੋ ਰਹੇ ਨੇ, ਥੋੜਾ ਜਿਹਾ ਉਹਦੇ ਬਾਰੇ ਮੈਨੂੰ ਕਲੈਰਿਟੀ ਨਹੀਂ ਹੋ ਰਹੀ, ਕੁਝ ਹੋਰ ਚਾਨਣ ਪਾਓ ਤਾਂ ਬਹੁਤ ਅੱਛੀ ਗੱਲ ਹੈ। ਮੈਨੂੰ ਲੱਗਦਾ ਵੀ ਬਾਣੀ ਵਿੱਚ ਸਾਡਾ ਜਦੋਂ ਆਪਾਂ ਮਾਂ ਦੇ ਗਰਭ 'ਚ ਇਸ ਜਨਮ 'ਚ ਆਏ ਹਾਂ, ਇਸ ਤੋਂ ਪਹਿਲਾਂ ਦਾ ਸਾਨੂੰ ਨਹੀਂ ਪਤਾ, ਇੱਥੋਂ ਜਦੋਂ ਜਾਣਾ ਇਸ ਤੇ ਅੱਗੇ ਦਾ ਸਾਨੂੰ ਕੁਝ ਨਹੀਂ ਪਤਾ। ਔਰ ਮਾਤਾ ਦੇ ਗਰਭ ਦੇ ਵਿੱਚ ਗੁਰੂ ਪਾਤਸ਼ਾਹ ਬਾਣੀ ਵਿੱਚ ਆ ਬਖਸ਼ਿਸ਼ ਕਰਕੇ ਸਮਝਾਉਂਦੇ ਨੇ ਵੀ ਮਾਤ ਗਰਭ ਮੈਂ ਆਪਨ ਸਿਮਰਨ ਦੇ ਤਹਿ ਤੁਮ ਰਾਖਣ ਹਾਰੇ। ਵੀ ਜਦੋਂ ਤੱਕ ਮਾਂ ਦੇ ਗਰਭ 'ਚ ਜੀਵ ਹੁੰਦਾ ਉਦੋਂ ਤੱਕ ਤਾਂ ਉਹਨਾਂ ਨਾਲ ਜੁੜਿਆ ਹੀ ਹੁੰਦਾ। ਲਿਵ ਉਦੋਂ ਟੁੱਟਦੀ ਹੈ ਜਦੋਂ ਜਨਮ ਲੈ ਲਿਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਜਿਹੜੇ ਪਰਿਵਾਰ ਗੁਰੂ ਨਾਲ ਜੁੜੇ ਨੇ, ਜਿਹੜੇ ਮਾਂ ਪਿਓ ਜੁੜੇ ਨੇ, ਮੈਂ ਐਸੀਆਂ ਕਈ ਮਾਤਾਵਾਂ ਨੂੰ ਜੀਵਨ ਵਿੱਚ ਦੇਖਿਆ ਜਿਨ੍ਹਾਂ ਨੇ ਜਦੋਂ ਕਨਸੀਵ ਕੀਤਾ, ਉਹਨਾਂ ਦੋਨੋਂ ਮਾਤਾ ਪਿਤਾ ਨੇ ਇਕੱਠੇ ਮਿਲ ਕੇ ਸਹਿਜ ਪਾਠ ਕੀਤਾ ਵਿੱਚ ਅਰਥਾਂ ਸਮੇਤ। ਜੇ ਵਾਈਫ ਕਰ ਰਹੀ ਹੈ ਤਾਂ ਹਸਬੈਂਡ ਨੇ ਸੁਣਿਆ, ਹਸਬੈਂਡ ਕਰ ਰਿਹਾ ਤਾਂ ਵਾਈਫ ਨੇ ਸੁਣਿਆ। ਔਰ ਉਹਨਾਂ ਨੇ ਆਪਣਾ ਉਹ ਸਮਾਂ ਜਨਮ ਤੱਕ ਦਾ ਲਗਭਗ ਸੁਰਤ ਨੂੰ ਜੋੜੀ ਰੱਖਿਆ ਗੁਰੂ ਪਾਤਸ਼ਾਹ ਦੀ ਕਿਰਪਾ ਸਦਕਾ। ਉਹਨਾਂ ਦੇ ਬੱਚੇ ਜਨਮ ਲੈਂਦੇ ਆ ਜਿਵੇਂ ਆਮ ਬੱਚੇ ਹੁੰਦੇ ਆ ਸਧਾਰਨ, ਉਹਨਾਂ ਨਾਲ ਥੋੜੇ ਜਿਹੇ ਡਿਫਰੈਂਟ ਸੁਭਾਅ ਸੀ। ਜਿਵੇਂ ਆਮ ਬੱਚੇ ਦੀ ਪਦਾਰਥ ਤੇ ਪਕੜ ਹੁੰਦੀ ਹੈ ਤਾਂ ਉਹ ਪਕੜ ਨਹੀਂ ਸੀ। ਦੂਜੀ ਗੱਲ ਹੈ, ਜਦੋਂ ਜਨਮ ਲੈ ਲਿਆ, ਗੁਰੂ ਸਾਹਿਬ ਕਹਿੰਦੇ ਨੇ ਵੀ ਮਾਇਆ ਨੇ ਆਪਣਾ ਗਲਬਾ ਪਾਉਣਾ ਹੀ ਹੈ। ਆਪਾਂ ਸ਼ਬਦ ਸਾਰੇ ਜਾਣਦੇ, ਮੈਂ ਵਿਸਥਾਰ 'ਚ ਨਹੀਂ ਜਾਵਾਂਗਾ। ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜਾ ਮਾਏ ਬਾਪ ਕੀ ਸੁਧ। ਲੇਕਿਨ ਜਿਹੜੀਆਂ ਮਾਵਾਂ ਨੇ ਜਨਮ ਲੈਂਦਿਆਂ ਹੀ ਬੱਚੇ ਦੇ ਸਰਾਣੇ ਆਈਪੈਡ ਤੇ ਜਾਂ ਥੋੜਾ ਮੋਬਾਈਲ ਤੇ ਜਾਂ ਕਿਸੇ ਵੀ ਸਾਧਨ ਨਾਲ ਗੁਰੂ ਦੇ ਸ਼ਬਦ ਦੀ ਜਿਹੜੀ ਹੈ ਲੋਰੀ ਉਹਨਾਂ ਨੂੰ ਦਿੱਤੀ, ਉਹਨਾਂ ਦੇ ਕੰਨਾਂ 'ਚ ਪਾਈ ਹੈ, ਉਹਨਾਂ ਬੱਚਿਆਂ ਦਾ ਉੱਠਣਾ ਬੈਠਣਾ ਬੋਲ ਬਾਣੀ ਵਿਹਾਰ ਜਿਹੜਾ ਉਹ ਆਮ ਦੁਨੀਆਦਾਰ ਬੱਚਿਆਂ ਨਾਲੋਂ ਬਹੁਤ ਵੱਖਰਾ ਹੈ। ਔਰ ਸਾਨੂੰ ਗੁਰਬਾਣੀ ਵਿੱਚ ਇਹ ਮਿਸਾਲ ਵੀ ਮਿਲਦੀ, ਜਦੋਂ ਆਪਾਂ ਪੰਚਮ ਪਾਤਸ਼ਾਹ ਦਾ ਜੀਵਨ ਪੜ੍ਹਦੇ ਹਾਂ ਤਾਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਆਹ ਪੋਸੀਬਿਲਿਟੀ ਹੈ ਕਿ ਤੁਸੀਂ ਜਦੋਂ ਜਨਮ ਲਿਆ ਤਾਂ ਮਾਇਆ ਨੇ ਜਿਹੜੇ ਉਹ ਗਲਬਾ ਪਾਇਆ ਆਮ ਦੁਨੀਆ ਤੇ ਪਾਉਂਦੀ ਹੈ ਸਭ,
ਉਸ ਮਾਇਆ ਦੀ ਜਕੜ ਤੋਂ ਜੇ ਮਾਂ ਪਿਓ ਪਰਿਵਾਰ ਗੁਰੂ ਦੇ ਸ਼ਬਦ ਦੇ ਰੰਗ ਵਿੱਚ ਰੰਗੇ ਹੈ ਔਰ ਘਰ ਦਾ ਮਾਹੌਲ ਸਤਸੰਗਤ ਵਾਲਾ ਹੈ, ਜਿਹੜਾ ਆਪਾਂ ਪੜ੍ਹਦੇ ਹਾਂ ਬਾਬੇ ਨਾਨਕ ਜੀ ਦੇ ਪ੍ਰਕਾਸ਼ ਬਾਰੇ ਭਾਈ ਗੁਰਦਾਸ ਜੀ ਨੇ ਕਿਹਾ, ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਿਸਵਾ। ਜੇ ਇਹੋ ਜਿਹਾ ਕੰਡਿਊਸਿਵ ਮਾਹੌਲ ਮਿਲਦਾ ਜਿੱਥੇ ਬਾਣੀ ਦਾ ਪਰਵਾਹ ਹੈ, ਗੁਰੂ ਦੇ ਸ਼ਬਦ ਦੀ ਗੱਲ ਹੈ, ਕੀਰਤਨ ਹੈ, ਤਾਂ ਉਹ ਬੱਚਾ ਆਪਣੇ ਜਨਮ ਤੋਂ ਹੀ, ਜਿਹੜਾ ਆਪਾਂ ਇੱਕ ਮਿਸਕਨਸੈਪਸ਼ਨ ਸਭ ਨੇ ਪਾਲਿਆ ਕਿ ਬਚਪਨ ਤਾਂ ਖੇਡਣ ਦੀ ਖਾਣ ਦੀ ਉਮਰ ਹੈ ਜੀ, ਅਕਸਰ ਆਪਾਂ ਇਹ ਕੋਟ ਕਰਦੇ ਹਾਂ ਬਹੁਤ ਵਾਰੀ। ਗੁਰੂ ਸਾਹਿਬ ਨੇ 9ਵੇਂ ਪਾਤਸ਼ਾਹ ਨੇ ਬਾਣੀ 'ਚ ਐਸਾ ਨਹੀਂ ਕਿਹਾ। ਉਹਨਾਂ ਨੇ ਕਿਹਾ ਤਿੰਨੋਂ ਅਵਸਥਾ ਅਗਰ ਤੁਸੀਂ ਜਿਹੜੀ ਵੀ ਅਵਸਥਾ ਉਸ ਤੋਂ ਟੁੱਟੇ ਕੇ ਗਵਾ ਲਈ, ਕਹਿੰਦੇ ਉਹ ਵੇਸਟ ਹੈ। ਬਾਲ ਜਵਾਨੀ ਔਰ ਬਿਰਧ ਪੁਨ तीन अवस्था जान, कौ नानक बिन हर भजन बिरथा सब ही मान। सो आ एक मिसकनसैप्शन सानू समझण दी लोड़ है भी ਇਹ ਨਹੀਂ ਵੀ ਅਸੀਂ ਜਦੋਂ ਬਿਰਧ ਅਵਸਥਾ ਵਿੱਚ ਹੋ ਗਏ ਰੰਗ ਤਮਾਸ਼ੇ ਦੁਨੀਆ ਦੇ ਮਾਣ ਲਏ, ਜਵਾਨੀ ਵਿੱਚੋਂ ਵੀ ਕਦਮ ਅੱਗੇ ਬੁਢਾਪੇ ਵੱਲ ਨੂੰ ਪੈਰ ਰੱਖ ਲਿਆ, ਭਮਰ ਗਏ ਬਗ ਬੈਠਿਆ ਹੈ, ਉਦੋਂ ਚੇਤੇ ਕਰਨਾ। ਚੇਤੇ ਜਨਮ ਲੈਂਦਿਆਂ ਹੀ ਪਹਿਲੇ ਸਵਾਸ ਤੋਂ ਹੀ ਕਰਨਾ ਹੈ। ਔਰ ਜਿਨ੍ਹਾਂ ਨੂੰ ਗੁਰੂ ਦੀ ਬਖਸ਼ਿਸ਼ ਸਦਕਾ ਆਪਾਂ ਜਿਹੜਾ ਸ਼ਬਦ ਪੜ੍ਹ ਰਹੇ ਹਾਂ ਗੁਰਪ੍ਰਸਾਦੀ ਸਹਿਜੇ ਮਾਤੇ, ਇਹ ਗੁਰੂ ਦੀ ਕਿਰਪਾ ਤੋਂ ਬਿਨਾਂ ਹੋ ਨਹੀਂ ਸਕਦਾ। ਆਪਾਂ ਭਾਵੇਂ ਖਾਹਿਸ਼ ਵੀ ਕਰੀਏ, ਹਰ ਮਿਲਣਾ ਨੂੰ ਮਨ ਲੋਚਦਾ ਕਰਮ ਮਿਲਾਵਣਾ, ਉਹਦੀ ਬਖਸ਼ਿਸ਼ ਤੋਂ ਬਿਨਾਂ ਨਹੀਂ। ਐਸੇ ਬਹੁਤ ਸਾਰੇ ਗੁਰੂ ਪਾਤਸ਼ਾਹ ਨੇ ਬਾਣੀ 'ਚ ਬੜੇ ਪਿਆਰੇ ਬਚਨ ਬਖਸ਼ਿਸ਼ ਕੀਤੇ ਨੇ। ਸੇ ਸਿਮਰੈ ਜਿਨ ਆਪ ਸਿਮਰਾਏ, ਤੂੰ ਚਿਤ ਆਵੇਂ ਤੇਰੀ ਮਇਆ। ਉਹਦੀ ਰਹਿਮਤ, ਉਹਦੀ ਬਖਸ਼ਿਸ਼ ਹੋਏਗੀ ਤਾਂ ਸਾਨੂੰ ਐਸੇ ਮਾਂ ਪਿਓ ਜਿਹੜੇ ਗੁਰੂ ਦੇ ਸ਼ਬਦ ਨਾਲ, ਗੁਰੂ ਦੇ ਪਿਆਰ 'ਚ ਰੰਗੇ ਹੋਣਗੇ, ਮਿਲਣਗੇ। ਤੇ ਉੱਥੇ ਫਿਰ ਬਚਪਨ ਤੋਂ ਹੀ ਜਿਹੜੀ ਮਾਂ ਦੇ ਗਰਭ ਦੇ ਵਿੱਚ ਲਿਵ ਜੁੜੀ ਹੋਈ ਸੀ ਧੁਰ ਤੋਂ, ਜਦੋਂ ਸਾਡਾ ਜਨਮ ਸ਼ੁਰੂ ਹੋਇਆ, ਜਦੋਂ ਪ੍ਰਕਿਰਿਆ ਸ਼ੁਰੂ ਹੋਈ ਹੈ ਮਾਂ ਦੇ ਗਰਭ 'ਚ ਕੰਸੀਵ ਕੀਤਾ ਮਾਂ ਨੇ, ਉਹ ਜਿਹੜਾ ਕੰਟੀਨਿਊਟੀ ਹੈ ਉਹ ਬਣੀ ਰਹੇਗੀ। ਜੋ ਧੁਰ ਰਾਤੇ ਸੇ ਹੁਣ ਰਾਤੇ। ਔਰ ਜਿਨ੍ਹਾਂ ਦੀ ਪਰਵਿਸ਼ ਬਚਪਨ ਵਿੱਚ, ਜਵਾਨੀ ਵਿੱਚ ਵੀ ਗੁਰੂ ਦੀ ਸੰਗਤ ਵਿੱਚ, ਸ਼ਬਦ ਦੀ ਸੰਗਤ ਵਿੱਚ ਹੋਏਗੀ, ਤਾਂ ਆਪਾਂ ਸਾਰੇ ਜਾਣਦੇ ਹਾਂ ਕਿ ਸੰਗਤ ਵਿੱਚ ਕਬੀਰ ਸਾਹਿਬ ਦਾ ਬਚਨ ਹੈ, ਕਬੀਰ ਮਨ ਪੰਖੀ ਪਿਆ ਉਡ ਉਡ ਦਹਿ ਦਿਸ ਜਾਏ, ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਸੋ ਸੰਸਾਰ ਵਿੱਚ ਦੋਨੋਂ ਕਿਸਮ ਦੇ ਫਲ ਨਿਰੰਕਾਰ ਨਹੀਂ ਪੈਦਾ ਕੀਤੇ ਨੇ। ਬਿਖ ਅੰਮ੍ਰਿਤ ਕਰਤਾਰ ਉਪਾਏ, ਸੰਸਾਰ ਬਿਖ ਕੋ ਦੋਇ ਫਲ ਰਾਏ, ਆਪੇ ਕਰਤਾ ਕਰੇ ਕਰਾਏ, ਜੋ ਤਿਸ ਭਾਵੇ ਤਿਸੇ ਖੁਆਏ। ਉਹ ਫੋਰਚੂਨੇਟ ਨੇ, ਉਹ ਖੁਸ਼ਕਿਸਮਤ ਨੇ, ਵਡਭਾਗੀ ਨੇ, ਜਿਹੜਾ ਆਪਾਂ ਬਚਨ ਪੜ੍ਹਦੇ ਹਾਂ, ਵਡਭਾਗੀ ਸਤਸੰਗਤ ਪਾਵੇ, ਜਿਨ੍ਹਾਂ ਨੂੰ ਜਨਮ ਤੋਂ ਹੀ ਗੁਰੂ ਦੇ ਸ਼ਬਦ ਦੀ ਮਾਪਿਆਂ ਕੋਲੋਂ, ਪਰਿਵਾਰ ਵਿੱਚੋਂ ਸੰਗਤ ਮਿਲ ਜਾਂਦੀ ਹੈ। ਤਾਂ ਉਹਨਾਂ ਦਾ ਜਿਹੜਾ ਸੰਬੰਧ ਮਾਂ ਦੇ ਗਰਭ ਦੇ ਵਿੱਚ ਵੀ ਜੁੜਿਆ ਹੋਇਆ ਸੀ ਉਹ ਮਾਲਕ ਨਾਲ, ਉਹ ਟੁੱਟਦਾ ਨਹੀਂ ਮਾਇਆ ਦੇ ਪ੍ਰਭਾਵ ਦੇ ਵਿੱਚ। ਸੋ ਬਚਪਨ ਹੋਵੇ, ਟੀਨੇਜ ਹੋਵੇ, ਜਵਾਨੀ ਹੋਵੇ, ਬਿਰਧ ਅਵਸਥਾ ਹੋਵੇ, ਉਹ ਫਿਰ ਆਪਣੇ ਆਖਰੀ ਸਵਾਸ ਤੱਕ ਗੁਰੂ ਦੇ ਰੰਗ ਦੇ ਵਿੱਚ ਰੰਗੇ ਹੋਏ, ਉਹਦੀ ਕਿਰਪਾ ਸਦਕਾ ਜਿਹੜਾ ਹੈ ਉਸ ਤੋਂ ਮਿਲਾਪ ਦੇ ਵਿੱਚ ਹੀ ਰਹਿੰਦੇ ਨੇ, ਟੁੱਟਦੇ ਨਹੀਂ। ਹਮੇਸ਼ਾ ਉਹਦੀ ਹਾਜ਼ਰਾ ਹਜ਼ੂਰੀ ਨੂੰ ਮਾਣਦੇ ਨੇ। ਉਹਨਾਂ ਨੂੰ ਹਮੇਸ਼ਾ ਇਸ ਗੱਲ ਦਾ, ਕੇਵਲ ਪੜ੍ਹ ਲੈਣਾ ਆਪਾਂ ਤਾਂ ਪੜ੍ਹਦੇ ਨਾ, ਗੁਰ ਮੇਰੇ ਸੰਗ ਸਦਾ ਨਾਲੇ, ਉਹਨਾਂ ਨੂੰ ਅਨੁਭਵ ਰਹਿੰਦਾ ਹੈ, ਮਹਿਸੂਸ ਹੁੰਦਾ ਹੈ ਹਮੇਸ਼ਾ। ਜੈ ਜੈ ਪੇਖੂ ਤੈ ਹਜ਼ੂਰ ਦੂਰ ਕਤਹੁ ਨਾ ਜਾਈ, ਰਬ ਰਿਆ ਸਰਬਤਰ ਮੈਂ ਮਨ ਸਦਾ ਧਿਆਈ, ਈ ਤੂਤ ਨਹੀਂ ਵਿਛੜੈ ਸੋ ਸੰਗੀ ਗਨੀਆਂ। ਸੋ ਹਮੇਸ਼ਾ ਉਹਦਾ ਸੰਗ ਜਿਹੜਾ ਹੈ ਮਹਿਸੂਸ ਹੁੰਦਾ ਹੈ। ਔਰ ਇਹੀ ਗੁਰੂ ਸਾਹਿਬ ਨੇ ਕਿਹਾ, ਇਹ ਮਨ ਸੁੰਦਰ ਆਪਣਾ ਨਾਮ ਮਜੀਠੈ ਰੰਗਰੀ, ਤਿਆਗ ਸਿਆਣਪ ਚਾਤਰੀ, ਤੂੰ ਜਾਣ ਗੋਪਾਲੈ ਸੰਗਰੀ। ਉਹ ਹਮੇਸ਼ਾ ਉਸ ਗੋਪਾਲ ਨੂੰ, ਸ੍ਰਿਸ਼ਟੀ ਦੇ ਮਾਲਕ ਨੂੰ, ਪਾਲਕ ਨੂੰ ਅੰਗ ਸੰਗ ਜਾਣਦੇ ਨੇ, ਉਹਨੂੰ ਹਾਜ਼ਰ ਨਾਜ਼ਰ ਸਮਝਦੇ ਨੇ। ਜਿਹੜਾ ਆਪਾਂ ਜਪਜੀ ਸਿੰਘ ਬਚਨ ਪੜ੍ਹਦੇ ਹਾਂ, ਗਾਵੇ ਕੋ ਜਾਪੈ ਦਿਸੈ ਦੂਰ, ਗਾਵੇ ਕੋ ਵੇਖੈ ਹਾਜ਼ਰਾ ਹਜ਼ੂਰ। ਸੋ ਉਹਨਾਂ ਦੀ ਜਿਹੜੀ ਉਹ ਸੰਬੰਧ ਮਾਂ ਦੇ ਗਰਭ ਤੋਂ ਬਣਿਆ ਹੁੰਦਾ, ਉਹ ਟੁੱਟਦਾ ਨਹੀਂ ਔਰ ਆਖਰੀ ਸਵਾਸ ਤੱਕ ਨਿਭ ਜਾਂਦਾ। ਇਹ ਉਹਦੀ ਬਖਸ਼ਿਸ਼, ਉਹਦੀ ਰਹਿਮਤ ਹੈ। ਮੈਨੂੰ ਇਦਾਂ ਦਾ ਸਮਝ ਆਇਆ। ਮੈਂ ਇਹ ਨਹੀਂ ਕਹਿ ਰਿਹਾ ਕਿ ਮੈਂ ਜੋ ਕਹਿ ਰਿਹਾ ਉਹ ਠੀਕ ਹੈ ਜੀ। ਧੰਨਵਾਦ ਗੁਰਦੀਪ ਜੀ। ਆਪ ਜੀ ਨੇ ਬਹੁਤ ਸੋਹਣੇ ਵਿਚਾਰ ਰੱਖੇ ਹਨ। ਇੱਕ ਵੀ ਜੀ ਥੋੜਾ ਜਿਹਾ ਸਿੱਖਣ ਦੇ ਲਈ ਆਪ ਜੀ ਕੋਲੋਂ ਸਵਾਲ ਪੁੱਛਣਾ ਚਾਹ ਰਹੇ ਹਾਂ ਆਪ ਜੀ ਕੋਲੋਂ। ਆਪ ਜੀ ਨੇ ਬਖਸ਼ਿਸ਼ ਉੱਤੇ ਥੋੜਾ ਜ਼ੋਰ ਦਿੱਤਾ ਹੈ, ਤੇ ਨਿਰਵੈਰਤਾ ਔਰ ਬਖਸ਼ਿਸ਼ ਵਿੱਚ ਅਸੀਂ ਕਿਸ ਤਰ੍ਹਾਂ ਅੰਤਰ ਕਰਾਂਗੇ, ਕਿਉਂਕਿ ਉਹ ਪਰਮਾਤਮਾ ਨਿਰਵੈਰ ਵੀ ਹੈ, ਵੈਰ ਨਹੀਂ ਰੱਖਦਾ ਤੇ ਬਖਸ਼ਿਸ਼ ਤੇ ਇੱਕ ਤੇ ਬਖਸ਼ਿਸ਼ ਨਹੀਂ, ਇਹਨੂੰ ਕਿਸ ਤਰ੍ਹਾਂ ਅਸੀਂ ਸਮਝਣਾ ਕਰਾਂਗੇ? ਥੋੜਾ ਜਿਹਾ ਇਸ ਤੇ ਚਾਨਣ ਪਾਇਆ ਜਾਏ। ਉਹ ਨਿਰਵੈਰ ਹੈ, ਇਹ ਤਾਂ ਬਿਲਕੁਲ ਸੱਚ ਹੈ ਗੱਲ। ਔਰ ਗੁਰੂ ਵੀ ਨਿਰਵੈਰ ਹੈ। ਔਰ ਜਿਹੜੇ ਸਿੱਖ ਗੁਰੂ ਔਰ ਪਰਮੇਸ਼ਰ ਦੇ ਗੁਣ, ਗੁਰੂ ਦੀ ਕਿਰਪਾ ਨਾਲ ਧਾਰਨ ਕਰ ਲੈਂਦੇ ਨੇ, ਉਹ ਵੀ ਉਹੋ ਜਿਹਾ ਸੁਭਾਅ ਹੋ ਜਾਂਦਾ, ਉਹਨਾਂ ਦਾ ਉਹੋ ਜਿਹਾ ਸੁਭਾਅ ਹੋ ਜਾਂਦਾ। ਆਪਾਂ ਇੱਕ ਵਚਨ ਆਸਾ ਕੀ ਵਾਰ ਪੜ੍ਹਦੇ ਹਾਂ, ਤੁਰ ਕਰਮ ਜਿਨ੍ਹਾਂ ਕੋ ਤੁਧ ਪਾਇਆ, ਤਾਂ ਤਿੰਨੀ ਖਸਮ ਧਿਆਇਆ, ਇਹਨਾਂ ਜਨਤਾ ਕੇ ਵਸ ਕਿਛ ਨਹੀਂ, ਤੁਧ ਆਪੇ ਜਗਤ ਉਪਾਇਆ।
ਸੋ ਇਹ ਇੱਕ ਹੋਰ ਬਚਨ ਆਸਾ ਕੀ ਵਾਰ ਚ ਪੜ੍ਹਦੇ ਹਾਂ, ਏਕ ਨੇ ਹੀ ਦਾਤ ਆਪਸ ਤੇ ਜੋ ਪਾਈ ਹੈ, ਨਾਨਕ ਸਾ ਕਰਾਮਾਤ ਸਾਹਿਬ ਤੁਠੈ ਜੋ ਮਿਲੇ। ਜਿਹੜੀ ਆਪਾਂ ਘਾਲ ਕਮਾਈ ਕਰਨੀ ਹੈ, ਉਦਮ ਕਰਨੀ, ਸਾਨੂੰ ਵਾਰ-ਵਾਰ ਸਾਹਿਬਾਂ ਨੇ ਕਿਹਾ। ਹੁਣ ਮੇਰੇ ਵਰਗੇ ਕਈ ਆਰਗੂਮੈਂਟ ਦਿੰਦੇ ਨੇ, ਠੀਕ ਹੈ ਜੀ, ਜਦੋਂ ਉਹਦੀ ਕਿਰਪਾ ਹੋਏਗੀ ਉਦੋਂ ਨਾਮ ਜਪ ਲਾਂਗੇ, ਉਦੋਂ ਗੁਰੂ ਘਰ ਚਲੇ ਜਾਾਂਗੇ, ਉਦੋਂ ਪੰਜ ਕਕਾਰੀ ਹੋ ਜਾਾਂਗੇ, ਉਦੋਂ ਗੁਰੂ ਵਾਲੇ ਬਣ ਜਾਾਂਗੇ। ਅਕਸਰ ਕਹਿਣ ਨੂੰ ਸਾਹਿਬ ਸੌਰੀ ਮੈਂ ਮੇਰੇ ਕੋਲ ਬੋਲਣ ਵਿੱਚ ਸ਼ਾਇਦ ਕਿਤੇ ਰਾਰਿਆਂ ਨੂੰ ਕੰਨਾਂ ਲੱਗ ਗਿਆ, ਨਾਨਕ ਸਾਹਿਬ ਕਰਮਾਤ ਸਾਹਿਬ ਤੋਂ ਬਿਲਕੁਲ ਠੀਕ ਹੈ। ਸੋ ਅਸੀਂ ਉਦਮ ਕਰਨਾ, ਆਹ ਸਾਡਾ ਫਰਜ਼ ਹੈ। ਲੇਕਿਨ ਜਿਵੇਂ ਆਪਾਂ ਸੰਸਾਰ ਵਿੱਚ ਕੋਈ ਕਾਰ ਵਿਹਾਰ ਕਰਦੇ ਹਾਂ ਤਾਂ ਉਹਦੇ ਏਵਜ਼ ਵਿੱਚ ਸਾਨੂੰ ਜਾਂ ਤਨਖਾਹ ਮਿਲਦੀ ਹੈ ਜਾਂ ਮਜ਼ਦੂਰੀ ਮਿਲਦੀ ਹੈ ਜਾਂ ਕੋਈ ਵੀ ਕੰਪਨਸੇਸ਼ਨ ਮਿਲਦੀ ਹੈ। ਗੁਰੂ ਘਰ ਵਿੱਚ ਆਪਾਂ ਕਲੇਮ ਨਹੀਂ ਕਰ ਸਕਦੇ ਕਿ ਮੈਂ ਤਾਂ ਅੰਮ੍ਰਿਤ ਵੇਲੇ ਉੱਠ ਰਿਹਾ, ਮੈਂ ਖੰਡੇ ਬਾਟੇ ਦੀ ਕੌਲ ਵੀ ਲਈ ਹੋਈ ਹੈ, ਮੈਂ ਨਿਤਨੇਮ ਵੀ ਕਰਦਾ, ਮੈਂ ਕੁਰੈਤ ਵੀ ਕੋਈ ਨਹੀਂ ਕਰ ਰਿਹਾ, ਮੈਨੂੰ ਤਾਂ ਮਿਲਣਾ ਹੀ ਚਾਹੀਦਾ, ਮੈਨੂੰ ਤਾਂ ਉਹਦੀ ਬਖਸ਼ਿਸ਼ ਮਿਲਣੀ ਹੀ ਚਾਹੀਦੀ ਹੈ। ਉਹਦਾ ਵਪਾਰ ਹੋ ਜਾਏਗਾ, ਫਿਰ ਲੈਣ ਦੇਣ ਹੋ ਜਾਏਗਾ। ਬਖਸ਼ਿਸ਼ ਐਬਸੋਲੂਟਲੀ ਉਹਦੀ ਡਿਸਕ੍ਰਿਸ਼ਨ ਹੈ। ਲੇਕਿਨ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਉਦਮ ਨਹੀਂ ਕਰਨਾ, ਉਦਮ ਕਰਨਾ ਹੀ ਹੈ। ਔਰ ਜਿਵੇਂ ਕਿਸਾਨ ਖੇਤੀ ਵਿੱਚ ਖੇਤੀ ਬੀਜਦਾ, ਹਲ ਵਾਉਂਦਾ, ਬੀਜ ਪਾਉਂਦਾ, ਗੋਡੀ ਕਰਦਾ, ਖਰਪਤਵਾਰ ਚੁੱਕਦਾ, ਖਾਦ ਦਿੰਦਾ, ਪਾਣੀ ਲਾਉਂਦਾ, ਰਾਖੀ ਕਰਦਾ, ਸਭ ਕੁਝ ਕਰਦਾ। ਉਹਦੀ ਜਿਹੜੀ ਫਸਲ ਪੱਕਣੀ ਹੈ, ਪੱਕ ਕੇ ਉਹਨੂੰ ਚੰਗੀ ਫਸਲ ਮਿਲ ਜਾਣੀ ਹੈ ਔਰ ਉਸਨੇ ਉਸ ਤੋਂ ਲਾਹਾ ਪ੍ਰੋਫਿਟ ਲੈ ਲੈਣਾ, ਇਹ ਉਹਦੇ ਵੱਸ ਨਹੀਂ ਹੈਗਾ। ਪੱਕੀ ਹੋਈ ਫਸਲ ਤੇ ਜਿਹਨੂੰ ਉਹ ਦਹਾਕਿਆਂ ਤੋਂ ਬੀਜਣ ਦਾ ਅਨੁਭਵ ਹੈ, ਪਰਫੈਕਟਲੀ ਬੀਜਦਾ, ਬੀਜ ਵੀ ਚੰਗਾ ਪਾਉਂਦਾ, ਜ਼ਮੀਨ ਵੀ ਠੀਕ ਕਰਦਾ, ਸਭ ਕੁਝ ਕਰਦਾ, ਉਦਮ ਕਰਦਾ, ਉਹ ਪੱਕੀ ਹੋਈ ਫਸਲ ਤੇ ਗੜੇ ਪਾ ਦੇਣੇ ਹੈ, ਇਹ ਉਹ ਮਾਲਕ ਜਾਣਦਾ, ਉਹਦੀ ਮਰਜ਼ੀ ਹੈ, ਅਸੀਂ ਨਹੀਂ ਕਹਿ ਸਕਦੇ ਉਹਦੇ ਬਾਰੇ ਕੁਝ। ਸੋ ਸਾਡੇ ਜੀਵਾਂ ਦਾ ਜੋ ਗੁਰੂ ਪਾਤਸ਼ਾਹ ਨੇ ਸਾਨੂੰ ਸਮਝਾਇਆ ਹੈ ਵੀ ਉਦਮ ਕਰਨਾ ਹੈ। ਨਾਲ ਹੀ ਸਾਹਿਬਾਂ ਨੇ ਕਿਹਾ, ਭਾਈ ਇਹ ਮਤ ਕਲੇਮ ਕਰਨੀ, ਘਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਹਾਏ ਅਚੰਤਾ। ਲੇਕਿਨ ਦੂਜੇ ਪਾਸੇ ਗੁਰੂ ਸਾਹਿਬ ਇਹ ਵੀ ਕਹਿੰਦੇ ਨੇ, ਜਿਨੀ ਨਾਮ ਤੇ ਆਇਆ ਗਏ ਮਸ਼ੱਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਇਹਦਾ ਮਤਲਬ ਇਹ ਨਹੀਂ ਕਿ ਘਾਲ ਛੱਡ ਦੇਣੀ ਹੈ, ਉਦਮ ਛੱਡ ਦੇਣਾ, ਯਤਨ ਛੱਡ ਦੇਣੇ ਹੈ। ਔਰ ਜਿੱਥੇ ਮੈਂ ਫੇਰ ਕਹਿਣਾ ਵੀ ਉਦਮ ਕਰਨ ਦਾ ਮਨ ਵਿੱਚ ਚਾਅ ਪੈਦਾ ਕਰਨਾ, ਉਤਸ਼ਾਹ ਪੈਦਾ ਕਰਨਾ, ਫੁਰਨਾ ਪਾਉਣਾ ਵੀ ਉਹਦੀ ਬਖਸ਼ਿਸ਼ ਹੈ। ਸਾਹਿਬਾਂ ਨੇ ਸਾਨੂੰ ਇਸੇ ਲਈ ਕਿਹਾ ਕਿ ਮੰਗੋ ਉਹਦੇ ਕੋਲੋਂ, ਉਦਮ ਕਰੋ ਕਰਾਵੋ ਠਾਕੁਰ। ਕਿ ਮੈਂ ਉਦਮ ਕਰਾਂ, ਮੈਨੂੰ ਐਸੀ ਸੁਮਤ ਦਿਓ, ਐਸਾ ਉਤਸ਼ਾਹ ਦਿਓ, ਐਸੀ ਪ੍ਰੇਰਣਾ ਦਿਓ ਕਿ ਮੈਂ ਆਲਸ ਤਿਆਗ ਕੇ ਉਦਮ ਕਰਾਂ ਔਰ ਉਸ ਉਦਮ ਨੂੰ ਤੁਸੀਂ ਰਹਿਮਤ ਕਰਕੇ ਫਲ ਪਾਓ। ਇਹ ਉਹਦੇ ਹੱਥ ਵਿੱਚ ਹੈ। ਇਹ ਸਾਡਾ ਕਲੇਮ ਨਹੀਂ ਹੈਗਾ ਕਿ ਅਸੀਂ ਜੋ ਵੀ ਐਫਰਟਸ ਕਰ ਰਹੇ ਹਾਂ ਉਹਦੇ ਰਾਹ ਤੇ ਤੁਰਨ ਦੀਆਂ, ਉਹਦਾ ਅਸੀਂ ਏਵਜ਼ ਮੁਆਵਜ਼ਾ ਮੰਗ ਸਕਦੇ। ਗੁਰੂ ਕੋਲ ਦਾਵਾ ਕਰਕੇ, ਦਾਵਾ ਛੱਡ ਰਹੇ ਲਾ ਦਾਵੇ, ਅਸੀਂ ਕਲੇਮ ਨਹੀਂ ਕਰ ਸਕਦੇ। ਇਹ ਉਹਦੀ ਗ੍ਰੇਸ ਹੈ, ਉਹਦੀ ਬਖਸ਼ਿਸ਼ ਹੈ। ਉਹ ਸਾਡੀ ਝੋਲੀ ਪਾਏ ਨਾ ਪਾਏ, ਔਰ ਜੋ ਪਾਏ ਉਹਨੂੰ ਵੀ ਗ੍ਰੇਸਫੁਲੀ ਐਕਸੈਪਟ ਕਰਨਾ ਹੈ। ਪੜ੍ਹ ਲੈਣਾ ਤਾਂ ਬਹੁਤ ਸੌਖਾ ਹੈ, ਕੀਰਤਿਆਂ ਦੂਖ ਭੂਖ ਸਦਮਾਰ, ਇਹ ਵੀ ਦਾਤ ਤੇਰੀ ਦਾਤਾਰ। ਇਸ ਗੱਲ ਨੂੰ ਮੰਨ ਕਰਕੇ ਮੰਨ ਲੈਣਾ ਕਿ ਮੈਨੂੰ ਦੁੱਖ ਮਿਲ ਰਿਹਾ, ਮੈਨੂੰ ਭੁੱਖ ਮਿਲ ਰਿਹਾ ਹੈ, ਮੇਰੇ ਰਸਤੇ 'ਚ ਜੀਵਨ 'ਚ ਬੜੀਆਂ ਔਕੜਾਂ ਨੇ, ਕਠਿਨਾਈਆਂ ਨੇ, ਲੇਕਿਨ ਇਹਨੂੰ ਵੀ ਕਹਿਣਾ ਇਹ ਮਾਲਕ ਤੇ ਤੇਰੀ ਦਾਤ ਹੈ, ਸ਼ੁਕਰਾਨਾ ਕਰਨਾ। ਇਹ ਔਖੀ ਖੇਡ ਹੈ, ਸੌਖੀ ਖੇਡ ਨਹੀਂ ਹੈ। ਲੇਕਿਨ ਉਹਦੀ ਗ੍ਰੇਸ ਨਾਲ, ਉਹਦੀ ਬਖਸ਼ਿਸ਼ ਨਾਲ ਮਨ ਹੌਲੀ ਹੌਲੀ ਸਹਿਜੇ ਸਹਿਜੇ ਸਮਝਣਾ ਸ਼ੁਰੂ ਹੋ ਜਾਂਦਾ ਹੈ। ਜਿਹੜੀ ਦੁਨੀਆਦਾਰੀ ਵਾਲੀ ਬਿਰਤੀ ਹੁੰਦੀ ਹੈ ਉਹ ਬਦਲਣੀ ਸ਼ੁਰੂ ਹੋ ਜਾਂਦੀ ਹੈ, ਮਨੁੱਖਤਾਈ ਵਾਲੀ, ਔਰ ਗੁਰਮੁਖਤਾਈ ਵਾਲੀ ਬਿਰਤੀ ਜਿਹੜੀ ਬਣਨੀ ਸ਼ੁਰੂ ਹੋ ਜਾਂਦੀ ਹੈ। ਸੰਗਤ ਦੀ ਖੇਡ ਹੈ। ਗੁਰੂ ਸਾਹਿਬ ਨੇ ਬਾਣੀ 'ਚ ਕਿਹਾ, ਸਤਿਗੁਰ ਖੋਟਿਓਂ ਖਰੇ ਕਰੇ ਸ਼ਬਦ ਸਵਾਰਨ ਹਾਰ। ਇਹ ਸ਼ਬਦ ਦੀ, ਗੁਰੂ ਦੇ ਬਚਨਾਂ ਦੀ ਬਖਸ਼ਿਸ਼ ਹੀ ਹੈ। ਕੌਡੇ ਵਰਗਾ ਬਦਲ ਜਾਂਦਾ ਹੈ, ਲੋਕਾਂ ਨੂੰ ਐਵੇਂ ਬਿਲਕੁਲ ਬਿਨਾਂ ਕਿਸੇ ਮਨ 'ਚ ਤਰਸ ਆਏ ਕਤਲ ਕਰ ਦੇਣ ਵਾਲਾ ਸੱਜਣ ਸ਼ੇਖ ਬਦਲ ਜਾਂਦਾ ਹੈ। ਬੜੇ ਬੜੇ ਵਲੀ ਕਧਾਰੀ ਵਰਗੇ ਹੰਕਾਰੀ ਬਦਲ ਜਾਂਦੇ ਨੇ। ਔਰ ਆਪਣੇ ਜੀਵਨ ਵਿੱਚ ਵੀ ਦਾਸ ਨੇ ਸੈਂਕੜਿਆਂ ਦੇ ਐਸੇ ਗੁਰਮੁਖਾਂ ਦੇ ਦਰਸ਼ਨ ਕੀਤੇ ਨੇ ਜਿਹੜੇ ਰੋਜ਼ ਸ਼ਰਾਬ ਪੀਣ ਵਾਲੇ ਸੀ, ਕੁਸੰਗ ਕਰਨ ਵਾਲੇ ਸੀ। ਲੇਕਿਨ ਜਦੋਂ ਤੋਂ ਆਪਾਂ ਜਿਹੜਾ ਕਬੀਰ ਸਾਹਿਬ ਦਾ ਸ਼ਬਦ ਪੜ੍ਹਦੇ ਹਾਂ, ਕਬੀਰ ਸਤਿਗੁਰੂ ਸੂਰਮੇ ਬਾਹਿਆ ਬਾਂਝੋ ਏਕ ਲਾਗਤ ਹੀ ਕੋਈ ਗਿਰ ਪਰਿਆ ਪਰਾ ਕਰੇ ਜੇ ਛੇਕ। ਉਹਦਾ ਸ਼ਬਦ ਪਤਾ ਨਹੀਂ ਕਿਹੜਾ ਕਿਸ ਸਮੇਂ ਮਨ ਨੂੰ ਟੁੰਬ ਜਾਏਗਾ, ਮਨ ਨੂੰ ਵਿੰਨ ਜਾਏਗਾ, ਤੇ ਮਨ ਜਿਹੜਾ ਹੈ ਉਹ ਪਿੰਗਲਾ ਹੋ ਕੇ ਬੈਠ ਜਾਏਗਾ। ਔਰ ਉਹ ਪਿੰਗਲੇ ਨੂੰ ਵੀ ਫਿਰ ਸਮਰੱਥਾ ਦੇ ਦਿੰਦੇ ਨੇ ਗੁਰੂ ਪਾਤਸ਼ਾਹ। ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਤੀਤਾ, ਅੰਦਲੇ ਤੇ ਬਹਣ ਸੂਝਿਆ ਗੁਰ ਭੇਟ ਪੁਨੀਤਾ। ਉਹ ਸਿਖਰ ਤੇ ਤੁਸੀਂ ਸੋਚ ਵੀ ਨਹੀਂ ਸਕਦੇ। ਇੱਕ ਹੈਂਡੀਕੈਪ, ਇੱਕ ਲੰਗੜਾ ਲੂਲਾ ਪਰਬਤ ਦੀ ਸਿਖਰ ਤੇ ਚੜ ਜਾਏਗਾ। ਲੇਕਿਨ ਉਹ ਗੁਰੂ ਮਹਾਰਾਜ ਦੇ ਬਚਨਾਂ ਦੀ ਇਹ ਸਮਰੱਥ ਹੈ। ਇਹ ਬਾਣੀ ਦੀ ਜਿਹੜੀ ਕਹਿੰਦੇ ਨਾ ਕਿ ਬਾਣੀ 'ਚ ਕੀ ਹੈ, ਇਹ ਬਾਣੀ 'ਚ ਸਭ ਕੁਝ ਹੈ।
ਬਾਣੀ ਦੀ ਕਰਾਮਾਤ ਹੀ ਹੈ ਕਿ ਔਗਣਾਂ ਦੇ ਭਰੇ ਹੋਏ ਚਿੱਕੜ 'ਚ ਡੁੱਬੇ ਹੋਏ ਨੂੰ ਵੀ, ਇਸ ਕਰਕੇ ਗੁਰੂ ਪਾਤਸ਼ਾਹ ਦੇ ਆਪਾਂ ਬਚਨ ਪੜ੍ਹਦੇ ਹਾਂ ਜਿੱਥੇ ਗੁਰੂ ਪਾਤਸ਼ਾਹ ਸਾਨੂੰ ਭਰੋਸਾ ਦਿੰਦੇ ਨੇ ਵੀ ਢਹਿੰਦੀ ਕਲਾ 'ਚ ਨਾ ਚਲੇ ਜੀ ਆਪਣੇ ਔਗਣਾਂ ਨੂੰ ਦੇਖ ਕੇ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਦੀ ਤਰਿਆਰੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਪਰਿਆਰੇ। ਅਸੀਂ ਖਿੰਨ ਭੁੱਲਣ ਹਾਰਾਂ, ਭੁੱਲਾਂਗੇ ਜ਼ਰੂਰ। ਔਰ ਮਨ ਨੂੰ ਗੁਰੂ ਸਾਹਿਬ ਨੇ ਕਿਹਾ ਇਹ ਨਹੀਂ ਵੀ ਇਕਾਂਤ ਵਿੱਚ ਜਾ ਕੇ ਬੈਠ ਜਾਏਗਾ ਤਾਂ ਵਿਕਾਰਾਂ ਤੋਂ ਹਟ ਜਾਏਗਾ। ਜਿਹੜਾ ਬਚਨ ਪੜ੍ਹਦੇ ਆ, ਗ੍ਰਹਿ ਤਜ ਮਨ ਖੰਡ ਜਾਈਏ, ਚੁਨ ਖਾਈਏ ਕੰਦਾ, ਅਜੂ ਵਿਕਾਰ ਨਾ ਛੋੜੀ, ਪਾਪੀ ਮਨ ਮੰਦਾ, ਲਿਖਿਆ ਦੇਖਿਆ ਕਿ ਬਾਸਨਾ ਤਜੀ ਨਾ ਜਾਈ, ਅਨਕ ਯਤਨ ਕਰ ਰਾਖੀਏ ਫਿਰ ਲਪਟਾਈ। ਜਿੰਨੇ ਮਰਜੀ ਆਪਣੀ ਅਕਲ ਸਿਆਣਪ ਨਾਲ ਯਤਨ ਕਰ ਲਈਏ, ਇਹ ਮਨ ਮੁੜੇਗਾ ਨਹੀਂ। ਲੇਕਿਨ ਇਹ ਮਨ ਮੁੜੇਗਾ ਉਦੋਂ ਹੀ ਜਦੋਂ ਸ਼ਬਦ ਨਾਲ ਵਿੰਨਿਆ ਜਾਏਗਾ, ਸ਼ਬਦ ਨਾਲ ਪਿੰਗਲਾ ਹੋ ਜਾਏਗਾ। ਇਹਦੀ ਸਮਰੱਥਾ ਹੀ ਖਤਮ ਹੋ ਜਾਏਗੀ ਮਾਇਆ ਦੇ ਪਿੱਛੇ, ਰੰਗ ਤਮਾਸ਼ਿਆਂ ਦੇ ਪਿੱਛੇ ਦੌੜਨ ਦੀ। ਉਹ ਸਾਰੀ ਖੇਡ ਮੈਂ ਫਿਰ ਸਮਝਦਾ ਗੁਰਪ੍ਰਸਾਦੀ ਸਹਿਜੇ ਮਾਤੇ, ਗੁਰੂ ਦੀ ਕਿਰਪਾ, ਗੁਰੂ ਦੀ ਬਖਸ਼ਿਸ਼ ਜਿਨ੍ਹਾਂ ਤੇ ਵਰਤੇਗੀ ਉਹ ਇਸ ਗੱਲ ਦੇ ਪਾਤਰ ਬਣ ਸਕਦੇ ਆ। ਔਰ ਕਿਤੇ ਵਰਤੇਗੀ ਇਹ ਵੀ ਨਹੀਂ ਆਖਦੇ, ਇਹ ਵੀ ਆਖਣਾ ਜਾਪਣੀ ਜੇ ਕਿਸੇ ਆਣੇ ਰਾਸ, ਇਹ ਕਹਿ ਨਹੀਂ ਸਕਦੇ ਕੋਈ। ਸਾਡੇ 'ਚ ਸਮਰੱਥਾ ਨਹੀਂ ਕਿ ਅਸੀਂ ਕਹਿ ਸਕੀਏ ਕਿ ਫਲਾਣੇ ਦੀ ਕਿਰਪਾ ਹੋ ਜਾਏਗੀ, ਮੇਰੇ ਤੇ ਹੋ ਜਾਏਗੀ, ਉਹਦੇ ਤੇ ਹੋ ਜਾਏਗੀ। ਇਹ ਉਹਦੀ ਗ੍ਰੇਸ ਹੈ, ਉਹ ਪਾਤਸ਼ਾਹਾਂ ਦਾ ਪਾਤਸ਼ਾਹ ਜਿਹਦੀ ਝੋਲੀ ਚਾਹੇ ਦਾਤ ਪਾ ਸਕਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ। ਬੜਾ ਬਰੀਕ ਵਿਸ਼ੇ ਨੂੰ ਆਪ ਜੀ ਨੇ ਬੜੀ ਖੂਬਸੂਰਤੀ ਦੇ ਨਾਲ ਵਿਚਾਰ ਦੇਣਾ ਕੀਤਾ। ਧੰਨਵਾਦ ਆਪ ਜੀ ਦਾ। ਗੁਰਪੂਰਾ ਆਰਾਧ ਬਿਖਮ ਦਲ ਫੋੜੀ, ਪੂਰੇ ਗੁਰੂ ਨੂੰ ਆਰਾਧਨਾ ਇਹ ਅਸੀਂ ਉਦਮ ਕਰਨਾ ਹੈ ਤੇ ਗੁਰੂ ਆਮ ਬਖਸ਼ਿਸ਼ ਕਰਕੇ ਬਿਖਮ ਦਲ ਫੋੜੀਏ, ਫੋੜ ਦਿੰਦਾ ਹੈ। ਅਸੀਂ ਕਲੇਮ ਨਹੀਂ ਕਰ ਸਕਦੇ। ਸੰਗਤ ਵੱਲੋਂ ਵੀਰ ਦੀ ਬੇਨਤੀ ਆ ਰਹੀ ਹੈ ਆਪ ਜੀ ਲਈ ਕਿ ਆਪ ਜੀ ਜ਼ਰੂਰ ਹਾਜ਼ਰੀ ਭਰਿਆ ਜੇ ਤੇ ਸ਼ਬਦ ਦੀ ਸਾਂਝ ਪਾਇਆ ਜੇ। ਸਾਰੇ ਹੱਥ ਜੋੜ ਕੇ ਬੇਨਤੀ ਕਰ ਰਹੇ ਹਾਂਜੀ ਹਾਂਜੀ ਵੀਰ ਸਤਵੀਰ ਸਿੰਘ ਜੀ, ਜੀ। ਮੈਂ 10 ਕੁਝ ਕਹਿਣਾ ਚਾਹੁੰਦਾ ਨਿਰਵੈਰ ਤੇ ਬਖਸ਼ਿਸ਼ ਦੇ ਸੰਬੰਧ ਵਿੱਚ। ਜਿਹੜਾ ਪ੍ਰਮਾਤਮਾ ਨਿਰਵੈਰ ਦੀ ਗੱਲ ਹੈ, ਉਹ ਪ੍ਰਮਾਤਮਾ ਦਾ ਨਿਯਮ ਸਾਰੇ ਸੰਸਾਰ ਤੇ ਇੱਕੋ ਜਿਹਾ ਵਰਤ ਰਿਹਾ, ਉਹਦੇ ਵਿੱਚ ਕੋਈ ਵੀ ਵੈਰ ਭਾਵ ਨਹੀਂ ਹੈ। ਉਹ ਸੰਸਾਰ ਦੇ ਉੱਪਰ ਆਪਣੀ ਖੇਡ ਕਲਾ ਸਾਰਿਆਂ ਤੇ ਇੱਕੋ ਜਿਹੀ ਵਰਤਾ ਰਿਹਾ, ਇਸ ਲਈ ਉਹ ਨਿਰਵੈਰ ਹੈ। ਬਖਸ਼ਿਸ਼ ਦਾ ਪਾਤਰ ਉਦੋਂ ਹੁੰਦਾ ਜਿਹੜਾ ਉਸ ਸੰਸਾਰ ਦੇ ਵਿੱਚੋਂ ਜਿਹੜੇ ਜੀਵ ਉਹਦੇ ਹੁਕਮ ਨੂੰ ਮੰਨ ਕੇ, ਗੁਰੂ ਦੀ ਸ਼ਰਨ ਪੈ ਕੇ ਉਹਦੇ ਹੁਕਮਾਂ ਦੇ ਅਨੁਸਾਰੀ ਆਪਣਾ ਜੀਵਨ ਬਤੀਤ ਕਰਨ ਲੱਗ ਪੈਂਦੇ ਹਨ, ਉਹ ਫਿਰ ਜਿਹੜੇ ਉਹਨਾਂ ਦੀ ਰਹਿਮਤ ਜਿਹੜੀ ਹੈਗੀ ਆ ਉਹ ਬਖਸ਼ਿਸ਼ ਹੁੰਦੀ ਹੈ। ਉਹ ਬਖਸ਼ਿਸ਼ ਦੇ ਪਾਤਰ ਬਣ ਜਾਂਦੇ ਹਨ ਜਦੋਂ ਗੁਰੂ ਦੀ ਸ਼ਰਨ ਪੈ ਜਾਂਦੇ ਹਨ। ਲੇਕਿਨ ਸਾਰਾ ਸੰਸਾਰ ਉਹਨਾਂ ਦੇ ਉਸ ਪ੍ਰਮਾਤਮਾ ਲਈ ਇੱਕੋ ਜਿਹਾ ਤੇ ਉਹ ਸਾਰੇ ਸੰਸਾਰ ਨੂੰ ਸਾਰੀਆਂ ਦਾਤਾਂ ਇੱਕੋ ਜਿਹੀਆਂ ਹੀ ਦਿੰਦਾ ਹੈ। ਇਹ ਥੋੜਾ ਫਰਕ ਹੈ, ਇਹਨੂੰ ਸਮਝਣ ਦੀ ਲੋੜ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਇਕਬਾਲ ਵੀਰ ਜੀ, ਬਹੁਤ ਸੋਹਣਾ ਗੱਲ ਕੀਤੀ ਆਪ ਜੀ ਨੇ। ਧੰਨਵਾਦ ਜਸਪਾਲ ਸਿੰਘ ਜੀ ਦਾ ਵੀ, ਉਹਨਾਂ ਨੇ ਕਿਹਾ ਭਾਈ ਗੁਰਦਾਸ ਜੀ ਦੀ ਵਾਰ ਅੰਕ ਨੰਬਰ ਦੱਸ ਰਹੇ ਹਨ। ਧੰਨਵਾਦ ਹੈ। ਆਓ 2 ਪਦਿਆਂ ਦਾ ਪਾਠ ਹੋਇਆ, ਰਲ ਮਿਲ ਕੇ ਪਾਠ ਕਰ ਲਈਏ, ਫਿਰ ਅੱਜ ਸਮਾਪਤੀ ਹੈ। ਅੱਜ ਸਵਾਲ ਜਵਾਬ ਦਾ ਸਮਾਂ ਰਹਿ ਨਹੀਂ ਗਿਆ ਤੇ ਅੱਜ ਸ਼ਾਇਦ ਸਵਾਲ ਜਵਾਬ ਨਾ ਲੈ ਸਕੀਏ ਕਿਸੇ ਕੋਲੋਂ, ਤੇ ਆਓ 2 ਪਦਿਆਂ ਦਾ ਪਾਠ ਕਰ ਲਈਏ। ਗੁਰਮੁਖ ਏਕ ਸਿਉ ਲਿਵ ਲਾਏ, ਤ੍ਰਿਬਿਧ ਮਨਸਾ ਮਨੇ ਸਮਾਏ, ਸਾਚੈ ਸ਼ਬਦ ਸਦਾ ਹੈ ਮੁਕਤਾ, ਮਾਇਆ ਮੋਹ ਚੁਕਾਇਂਦਾ, ਜੋ ਤੁਰ ਰਾਤੇ ਸੇ ਹੁਣ ਰਾਤੇ, ਗੁਰ ਪ੍ਰਸਾਦੀ ਸਹਿਜੇ ਮਾਤੇ, ਸਤਿਗੁਰ ਸੇਵ ਸਦਾ ਪ੍ਰਭ ਪਾਇਆ, ਆਪੇ ਆਪ ਮਿਲਾਇਂਦਾ, ਸਤਿਗੁਰ ਸੇਵ ਸਦਾ ਪ੍ਰਭ ਪਾਇਆ, ਆਪੇ ਆਪ ਮਿਲਾਇਂਦਾ। ਹੋਇਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੀਪ ਵੀਰ ਜੀ ਨੇ ਪਹਿਲਾਂ ਵੀ ਹਾਜ਼ਰੀ ਭਰੀ ਹੈ।